ਗੁਰ ਨਵ ਨਿਦ ਦਰੀਆ ਜਨਮ ਹਮ ਕਾਲਖ ਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਦੂਜਾ। ਦੇਖਿਆ ਆਖ ਬੁਝਾਇਆ ਸਿਫਤੇ ਸਚ ਸਮਿਓ। ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ। ਦੇਖਿਆ ਆਖ ਬੁਝਾਇਆ ਸਿਫਤੇ ਸਚ ਸਮਿਓ। ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ। ਮਹਲਾ ਪਹਿਲਾ। ਆਪ ਬੁਝਾਏ ਸੋਏ ਬੁਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ। ਕਹਿ ਕਹਿ ਕਥਨਾ ਮਾਇਆ ਲੁਝੈ ਹੁਕਮੇ ਸਗਲ ਕਰੇ ਆਕਾਰ। ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕ ਅਖਿਓ ਆਪ। ਲਹਿ ਪ੍ਰਾਂਤ ਹੋਵੈ ਜਿਸ ਦਾਤ ਪੌੜੇ ਹਉ ਢਾਡੇ ਵਿਕਾਰ ਕਰ ਲਾਇਆ। ਰਾਤ ਦੇਹ ਕੈ ਵਾਰ ਤੁਰਹੁ ਫੁਰਮਾਇਆ। ਢਾਡੇ ਸਚੈ ਮਹਲ ਖਸਮ ਬੁਲਾਇਆ। ਸਚੇ ਸਿਫਤ ਸਲਾਹ ਕਪੜਾ ਪਾਇਆ। ਸਚਾ ਅੰਮ੍ਰਿਤ ਨਾਮ ਭੋਜਨ ਆਇਆ। ਗੁਰਮਤਿ ਖਾਧਾ ਰਜ ਤੈਨ ਸੁਖ ਪਾਇਆ। ਢਾਡੇ ਕਰੇ ਪਸਾਓ ਸ਼ਬਦ ਵਜਾਇਆ। ਨਾਨਕ ਸਚ ਸਲਾਹੇ ਪੂਰਾ ਪਾਇਆ। ਢਾਡੇ ਕਰੇ ਪਸਾਓ ਸ਼ਬਦ ਵਜਾਇਆ। ਨਾਨਕ ਸਚ ਸਲਾਹੇ ਪੂਰਾ ਪਾਇਆ। ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਾਗਦੀ ਜੋਤ ਕਿਰਪਾ ਦੇ ਸਾਗਰ ਧੰਨ ਸਾਹਿਬ
श्री गुरु ग्रंथ साहिब जी महाराज हजूर दी परम दया सदका आप जी सतसंगत विच बैठ करके अपने सवासां नूं सफलियां कर रहे हो। धन गुरु गोबिंद सिंह सच्चे पातशाह जी महाराज चौजी प्रीतम सतगुरु जी दे पवित्र सतयुगी तप स्थान जिथे हजूर ने धन श्री गुरु ग्रंथ साहिब सच्चे पातशाह जी नूं गुरियाई तख्त बख्शिश कीता। पंज प्यारे सिंह सतगुरु जी ने गुरु ग्रंथ साहिब जी महाराज जी ताबिया खड़े कीते। वड्डियां सतगुरां जो रीत चलाई सी महाराज जी ने उसे रीति मुताबक श्री गुरु ग्रंथ साहिब जी महाराज दियां परिक्रमा कीतियां। 5 पैसे नारियल भेंट कीता अते श्री गुरु ग्रंथ साहिब सच्चे पातशाह जी महाराज जी नूं मथा टेक के सतगुरां जी ने नमस्कार करके ये वाक इस धरती ते कहे सी, आज्ञा पई अकाल की तभी चलायो पंथ, सब सिखन को हुक्म है गुरु मान्यो ग्रंथ। ये पवित्र वाक सतगुरां जी ने अपने खालसे नूं बख्शिश कीते। आप सतगुरु जी ज्योति जोत सतगुरां जी ने इत्थे समाउणा कीता। महाराज जी दा ये पवित्र स्थान तख्त सचखंड श्री हजूर श्री अबचल नगर साहिब जिस पवित्र इमारत दा आप दर्शन करदे हो। जदों खालसा राज सीगा शेरे पंजाब महाराजा रणजीत सिंह साहब जी ने सतगुरु जी दे इस पवित्र स्थान दी सेवा कराई। बहुत सोहना दरबार सतगुरां जी दा बनाया। गरीब नवाज सच्चे पातशाह जी महाराज जी दे पावन अस्थान ते एक रस गुरबाणी दे प्रवाह चलदे है। जग्यासू लाहे प्राप्त करते हैं। गरीब नवाज सच्चे पातशाह जी दे पावन अस्थान ते रोज दे निजम मुताबक तुरकी बाणी दी लड़ीवार कथा दा समा है। सत्संगी बड़े प्यार नाल महाराज जी दे हजूर जुड़ बैठे ने। प्यार शरदा नाल सतगुरु जी दा अमृत उपदेश मन एकाग्र करके सरवण करिए। हजूर दे पावन चरणां दा ध्यान करदे होए आखो जी सतनाम श्री वाहेगुरु साहिब जी। सतनाम श्री वाहेगुरु साहिब जी। सतनाम श्री वाहेगुरु जी। सलोक महला दूजा। सच्चे पातशाह धन गुरु अंगद साहब जी महाराज हजूर अपने श्री कंठ तो महाराज पवित्र श्लोक उचारण करते हैं। ये साध संगत जी 27वीं पौड़ी है माज राग दी वार दी ते फिर भोग पैंदा है राग माज दा। सच्चे पातशाह धन गुरु अंगद साहब जी महाराज दा पवित्र श्लोक आ रहा है।
ਹਜੂਰ ਆਪ ਦੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਦੇਖਿਆ ਆਖ ਬੁਝਾਇਆ। ਸੱਚੇ ਪਾਤਸ਼ਾਹ ਜੀ ਮਲ ਅਖਾੜਾ ਸਾਹਿਬ ਜਿੱਥੇ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ, ਇੱਥੇ ਹਜੂਰ ਦੀਵਾਨ ਸਜਾਈ ਬੈਠੇ ਹੈ। ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਨਿਹਾਲ ਹੋ ਰਹੀਆਂ। ਗੋਰਖਨਾਥ ਆਪ ਦੀ ਸਿੱਧ ਮੰਡਲੀ ਸਮੇਤ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਹੈ। ਪਿੱਛੇ ਵੀ ਸਿੱਧਾਂ ਦੇ ਪ੍ਰਕਰਨ ਤੇ ਮਹਾਰਾਜ ਦੀ ਸਿੱਖਿਆ ਆਈ ਸੀਗੀ। ਜਦੋਂ ਇਹ ਮਹਾਰਾਜ ਦੇ ਦਰਬਾਰ ਵਿੱਚ ਆਏ ਹੈ, ਆਦੇਸ਼ ਆਦੇਸ਼ ਕਹਿ ਕੇ ਇਹਨਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਹਜੂਰ ਨੇ ਆਖਿਆ, ਨਿਰੰਕਾਰ ਦੇ ਚਰਨਾਂ ਵਿੱਚ ਆਦੇਸ਼ ਹੈ, ਸਿੱਧੋ ਆਓ ਬੈਠੋ। ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਏ ਹੈ। ਮਹਾਰਾਜ ਜੀ ਦੇ ਮੁਖ ਮੰਡਲ ਦਾ ਪ੍ਰਤਾਪ ਵੇਖ ਕੇ ਬੜੇ ਇਹਨਾਂ ਦੇ ਮਨ ਆਕਰਸ਼ਿਤ ਹੋਏ। ਮਨ ਵਿੱਚ ਸੋਚਦੇ ਹੈ, ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡਾ ਯੋਗ ਮਤ ਨਹੀਂ ਧਾਰਨ ਕੀਤਾ ਤੇ ਇਹਨਾਂ ਨੂੰ ਹੀ ਆਪਾਂ ਪ੍ਰੇਰ ਕੇ ਆਪਣੇ ਯੋਗ ਮਤ 'ਚ ਲੈ ਆਈਏ। ਬੜਾ ਸਾਡਾ ਯੋਗ ਮਤ ਦਾ ਫਿਰ ਜਿਹੜਾ ਉਹ ਪ੍ਰਚਾਰ ਹੋਵੇਗਾ, ਸਾਰਾ ਸੰਸਾਰ ਹੀ ਜਿਹੜਾ ਉਹ ਸਾਡੇ ਫਿਰਕੇ ਵਿੱਚ, ਸਾਡੇ ਮਤ ਵਿੱਚ ਆ ਜਾਵੇਗਾ। ਇਹ ਸੋਚ ਕੇ ਗੋਰਖਨਾਥ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਆਖਿਆ, ਮਹਾਰਾਜ ਤੁਸੀਂ ਯੋਗ ਕਿਉਂ ਨਹੀਂ ਧਾਰਨ ਕਰਦੇ, ਜਿਹਦਾ ਇੰਨਾ ਲਾਭ ਹੈ, ਤੇ ਤੁਸੀਂ ਸਾਡੇ ਕੋਲੋਂ ਯੋਗ ਸਿੱਖ ਲਓ। ਅਸੀਂ ਤੁਹਾਨੂੰ ਮੰਤਰ ਵੀ ਦੇ ਦਿਆਂਗੇ, ਪ੍ਰਾਣਾਯਾਮ, ਯੋਗ ਸਾਧਨਾ, ਇਹ ਸਾਰੀ ਸਿਖਾ ਦਿਆਂਗੇ। ਇਹਨਾਂ ਨਾਲ ਉਮਰਾਂ ਬੜੀ ਲੰਬੀ ਹੁੰਦੀ ਹੈ, ਉਵੇਂ ਆਪਣੇ ਸਿੱਖਾਂ ਨੂੰ ਵੀ ਸਿਖਾਓ। ਅਸੀਂ ਮਹਾਰਾਜ ਸਾਹਿਬ ਤੁਹਾਡੇ ਦਾਸ ਤੇ ਚੇਲੇ ਬਣ ਜਾਵਾਂਗੇ। ਇਉਂ ਗੋਰਖਨਾਥ ਨੇ ਜਦੋਂ ਮਹਾਰਾਜ ਜੀ ਨੂੰ ਆਖਿਆ ਤੇ ਹਜੂਰ ਫਿਰ ਸਿੱਧਾਂ ਦੀ ਇਹ ਬੋਲ ਸੁਣ ਕਰਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਸ੍ਰੀ ਕੰਠ ਤੋਂ ਗਰੀਬ ਨਵਾਜ਼ ਫਰਮਾਉਂਦੇ ਹਨ। ਦੇਖਿਆ ਆਖ ਬੁਝਾਇਆ। ਮਹਾਰਾਜ ਕਹਿੰਦੇ, ਸਿੱਧੋ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਹੀ ਦੀਕਸ਼ਾ ਮੰਤਰ ਦਿੱਤਾ ਹੋਵੇ। ਸਾਧ ਸੰਗਤ ਜੀ, ਜਿਹੜਾ ਗੁਰਮੰਤਰ ਹੈ ਨਾ, ਇਹ ਦੀਕਸ਼ਾ ਮੰਤਰ ਹੈ। ਫਿਰ ਮੂਲ ਮੰਤਰ ਇਹ ਦੀਕਸ਼ਾ ਮੰਤਰ ਹੈ, ਕਿਉਂਕਿ ਜਦੋਂ ਮਹਾਰਾਜ ਸਾਹਿਬ ਜੀ ਨੇ ਵੀ ਜਿਹੜੀ ਪ੍ਰਪਾਟੀ ਚਲਾਈ ਹੈ, ਅੰਮ੍ਰਿਤ ਛਕਾਇਆ ਜਾਂਦਾ ਏ, ਉਸ ਵਕਤ ਮੂਲ ਮੰਤਰ ਤੇ ਗੁਰਮੰਤਰ, ਇਹ ਸਾਧ ਸੰਗਤ ਜੀ ਦੀਕਸ਼ਾ ਮੰਤਰ ਵਜੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਇਹ ਨਾਮ ਦੀ ਦਾਤ ਪੰਜਾਂ ਪਿਆਰਿਆਂ ਵੱਲੋਂ ਬਖਸ਼ੀ ਜਾਂਦੀ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਫਰਮਾਉਂਦੇ ਆ, ਸਿੱਧੋ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਦੀਕਸ਼ਾ ਮੰਤਰ ਦਿੱਤਾ ਹੋਵੇ ਤੇ ਫਿਰ ਜਿਹੜਾ ਬੁਝਾਉਣਾ ਹੈ ਨਾ, ਮਹਾਰਾਜ ਜੀ ਨੇ ਸਾਨੂੰ ਗੁਰਸਿੱਖੀ ਦੀ ਰਹਿਣੀ ਦੱਸੀ ਹੈ। ਕੀ ਬੁਝਾਇਆ ਹੈ? ਗੁਰੂ ਨਾਨਕ ਸਾਹਿਬ ਨੇ ਸਾਨੂੰ ਬੁਝਾ ਦਿੱਤਾ ਹੈ ਅੰਮ੍ਰਿਤ ਵੇਲੇ ਦਾ ਉੱਠਣਾ, ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਬੁਝਾ ਦਿੱਤਾ ਹੈ। ਗੁਰਸਿੱਖੀ ਦੇ ਅਸੂਲ ਜਿਹੜੇ ਹੈ ਉਹ ਮਹਾਰਾਜ ਸਾਨੂੰ ਜਣਾ ਦਿੱਤੇ ਆ। ਸਿਫਤੇ ਸੱਚ ਸਮਿਓ। ਤੇ ਵਾਹਿਗੁਰੂ ਜੀ ਦੀ ਜਿਹੜੀ ਸਿਫਤ ਹੈ ਸੱਚੇ ਨਿਰੰਕਾਰ ਦੀ, ਉਹਦੀ ਸੱਚੀ ਸਿਫਤ ਦੇ ਅੰਦਰ ਮਹਾਰਾਜ ਕਹਿੰਦੇ ਸਾਡਾ ਮਨ ਭਾਈ ਸਮਾ ਗਿਆ ਏ। ਤਿਨ ਕਾ ਕਿਆ ਉਪਦੇਸਿਆ। ਤੇ ਉਹਨਾਂ ਨੂੰ ਹਜੂਰ ਕਹਿੰਦੇ, ਸਿੱਧੋ ਫਿਰ ਹੋਰ ਕੋਈ ਉਪਦੇਸ਼ ਲੈਣ ਦੀ ਕੀ ਲੋੜ ਹੈ? ਜਿਨ੍ਹਾਂ ਨੂੰ ਮਹਾਰਾਜ ਫਰਮਾਉਂਦੇ ਹਨ, ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸੰਗਤ ਪ੍ਰਾਪਤ ਹੋਈ ਹੈ। ਸਿੱਧੋ ਸਾਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਤੱਖ ਦਰਸ਼ਨ ਹੋਇਆ ਹੈ ਤੇ ਗੁਰੂ ਸਾਹਿਬ ਨੇ ਆਪ ਸਾਨੂੰ ਦੀਕਸ਼ਾ ਮੰਤਰ ਦਿੱਤਾ ਹੈ। ਆਪ ਮਹਾਰਾਜ ਸਾਡੇ ਤਾਈਂ ਬੁਝਾਇਆ ਹੈ, ਸਾਰੀ ਗੁਰਸਿੱਖੀ ਦੀ ਰਹਿਣੀ ਦੇ ਤਾਈਂ ਜਣਾਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਤੁਸੀਂ ਭਾਈ ਸਿੱਧੋ ਸਾਨੂੰ ਕੀ ਉਪਦੇਸ਼ ਦਿੰਦੇ ਹੋ, ਕੀ ਗੁਰਮੰਤਰ ਸਾਨੂੰ ਮਹਾਰਾਜ ਕਹਿੰਦੇ ਦੇਣਾ ਚਾਹੁੰਦੇ ਹੋ?
ਕਿਉਂਕਿ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਹੀ ਆਪ ਕਿਰਪਾ ਕਰਕੇ ਮਹਾਰਾਜ ਕਹਿੰਦੇ ਭਾਈ ਸਰੂਪ ਦੀ ਲਖਤਾ ਕਰਾਤੀ ਹੈ, ਉਹਨਾਂ ਨੂੰ ਸਿੱਧੋ ਹੋਰ ਕਿਸੇ ਮੰਤਰ ਦੀ ਲੋੜ ਨਹੀਂ ਰਹਿ ਜਾਂਦੀ। ਇਵੇਂ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੰਤਰ ਲਿਆ ਨਾ, ਅੰਮ੍ਰਿਤ ਛਕਿਆ ਹੈ, ਉਹਨਾਂ ਨੂੰ ਹੋਰ ਕਿਸੇ ਮੰਤਰ ਦੇ ਲੈਣ ਦੀ ਲੋੜ ਨਹੀਂ ਹੈ। ਜਿਵੇਂ ਕਈ ਕਹਿ ਹੀ ਦਿੰਦੇ ਆ ਕਿ ਕੋਈ ਗੱਲ ਨਹੀਂ, ਅੰਮ੍ਰਿਤ ਛਕਿਆ ਰੁਕਾਵਟ ਨਹੀਂ ਸਾਡੇ ਵਾਸਤੇ, ਤੂੰ ਸਾਡਾ ਮੰਤਰ ਵੀ ਲੈ ਲੈ। ਇਸੇ ਕਰਕੇ ਉਹਨਾਂ ਪਖੰਡੀਆਂ ਦੇ ਥਾਵਾਂ ਤੇ ਕਈ ਭੁਲੇਖੇ ਦਾ ਸ਼ਿਕਾਰ ਹੋ ਕੇ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ, ਕੰਨਾਂ 'ਚ ਮੰਤਰ ਲਈ ਫਿਰਦੇ ਆ ਕਿ ਭਾਈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਇਹ ਦੀਕਸ਼ਾ ਮੰਤਰ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਹੋ ਗਿਆ ਹੈ, ਉਹਨਾਂ ਨੂੰ ਫਿਰ ਹੋਰ ਮੰਤਰ ਲੈਣ ਦੀ ਕੀ ਲੋੜ ਹੈ। ਜਿਨ੍ਹਾਂ ਨੇ ਸਤਿਗੁਰਾਂ ਜੀ ਦੀ ਸਿੱਖਿਆ ਨੂੰ ਧਾਰਨ ਕਰ ਲਿਆ ਹੈ, ਇਹ ਸਿੱਧਾਂ ਨੂੰ ਹਜੂਰ ਨੇ ਆਖਿਆ ਕਿ ਤਿੰਨ ਕਉ ਕਿਆ ਉਪਦੇਸ਼ੀਏ ਸਿੱਧੋ, ਤੁਸੀਂ ਸਾਨੂੰ ਕੀ ਉਪਦੇਸ਼ ਦਿੰਦੇ ਹੋ, ਸਾਨੂੰ ਕੀ ਯੋਗ ਮਤ ਸਿਖਾਉਣ ਲੱਗੇ ਹੋ। ਸਾਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਰੀ ਗੁਰਮਤਿ ਸਿਖਾਤੀ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਆਪ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸਿੱਧਾਂ ਨੇ ਸਤਿਗੁਰਾਂ ਜੀ ਦੇ ਸ਼੍ਰੀ ਕੰਠ ਤੋਂ ਇਹ ਵਾਕ ਸੁਣ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਹਾਰਾਜ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਹੋ। ਸੱਚੇ ਪਾਤਸ਼ਾਹ ਹਜੂਰ ਨੇ ਪੂਰੀ ਤਰ੍ਹਾਂ ਪਰਖ ਕੇ ਆਪ ਨੂੰ ਗੁਰਿਆਈ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਅਸੀਂ ਤਾਂ ਪਰਖਿਆ ਸੀ ਕਿ ਭਲਾ ਆਪ ਸਾਡੇ ਯੋਗ ਮਤ ਨੂੰ ਗ੍ਰਹਿਣ ਕਰਦੇ ਹੋ। ਸਤਿਗੁਰਾਂ ਜੀ ਨੇ ਫਿਰ ਇਹ ਆਖਿਆ ਕਿ ਸਿੱਧੋ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ਿਆ ਹੈ, ਸਾਨੂੰ ਕਿਸੇ ਹੋਰ ਮੰਤਰ ਦੀ ਲੋੜ ਨਹੀਂ ਹੈ। ਇਹ ਹਜੂਰ ਨੇ ਜਣਾਇਆ ਹੈ। ਜਿਹੜੇ ਉਹਨਾਂ ਥਾਵਾਂ ਤੇ ਜਾ ਜਾ ਕੇ ਕਹਿੰਦੇ ਆ ਨਾ ਕਿ ਸਿੱਖ ਕੱਟੜ ਪੰਥੀ ਹੈ, ਇਹ ਜੀ ਹੋਰ ਕਿਸੇ ਨੂੰ ਮੰਨਦੇ ਨਹੀਂ। ਸਾਧ ਸੰਗਤ ਜੀ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ਿਆ ਉਹਨੂੰ ਹੋਰ ਕਿਸੇ ਨੂੰ ਮੰਨਣ ਦੀ ਲੋੜ ਕੀ ਹੈ। ਉਹਨੂੰ ਹੋਰ ਕਿਸੇ ਤੋਂ ਸਿੱਖਿਆ ਲੈਣ ਦੀ ਲੋੜ ਨਹੀਂ ਰਹਿ ਜਾਂਦੀ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਪ੍ਰਾਪਤ ਹੋਵੇ, ਇਹ ਕੱਟੜਪੰਥੀ ਨਹੀਂ ਹੈ, ਇਹ ਸਮਰੱਥ ਗੁਰੂ ਜੀ ਦੀ ਬਖਸ਼ਿਸ਼ ਹੈ। ਤੇ ਪੂਰੇ ਗੁਰੂ ਜੀ ਦੀ ਬਖਸ਼ਿਸ਼ ਵੀ ਫਿਰ ਪੂਰੀ ਹੁੰਦੀ ਹੈ। ਅਧੂਰਿਆਂ ਕੋਲੋਂ ਕੀ ਮਿਲ ਸਕਦਾ ਹੈ। ਉਹ ਪੂਰੇ ਗੁਰੂ ਜੀ ਦੀ ਬਰਾਬਰੀ ਕਰ ਸਕਦੇ ਹੈ? ਨਹੀਂ ਕਰ ਸਕਦੇ ਸਾਧ ਸੰਗਤ ਜੀ। ਇਸ ਕਰਕੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ ਹੈ, ਰਹਿਮਤ ਕਰ ਦਿੱਤੀ ਹੈ, ਉਹਨਾਂ ਨੂੰ ਹੋਰ ਕਿਸੇ ਮੰਤਰ ਦੀ ਲੋੜ ਨਹੀਂ। ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰਮੰਤਰ ਤੇ ਮੂਲ ਮੰਤਰ ਲਿਆ ਹੈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ 10ਵੇਂ ਜਾਮੇ 'ਚ ਵਿਧੀ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਨਾ, ਜਦੋਂ ਚਰਨ ਪੌਲ ਦੀ ਮਰਿਆਦਾ ਹਟਾ ਕੇ ਖੰਡੇ ਦੀ ਪੌਲ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਕਿਹਾ ਕਿ ਭਾਈ ਸਾਡੇ ਘਰ ਦੀ ਮਰਿਆਦਾ ਹੈ, ਅੱਜ ਤੋਂ 5 ਸਿੰਘ ਹੀ ਦੀਕਸ਼ਾ ਮੰਤਰ ਦਿਆ ਕਰਨਗੇ। ਕਿਹਾ ਕਿ 5 ਪਿਆਰੇ ਸਾਡਾ ਰੂਪ ਨੇ, ਇਹ ਪਰਪਾਟੀ ਕਿਸੇ ਹੋਰ ਨਹੀਂ ਚਲਾਈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਚਲਾਈ ਹੈ। ਤੇ ਫਿਰ ਆਪਣੀ ਚਲਾਈ ਹੋਈ ਮਰਿਆਦਾ ਨੂੰ ਆਪ ਮਹਾਰਾਜ ਸਾਹਿਬ ਜੀ ਨੇ ਕਮਾਇਆ। ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹਜੂਰ ਨੇ ਆਪ ਇਕੱਲਿਆਂ ਕੀਤਾ ਜਦੋਂ ਖਾਲਸੇ ਨੂੰ ਪੈਦਾ ਕੀਤਾ ਹੈ, ਜਦੋਂ ਖਾਲਸੇ ਦਾ ਜਨਮ ਹੋਇਆ ਹੈ। ਜਦੋਂ ਵੀ ਉਪਰੰਤ ਮਹਾਰਾਜ ਜੀ ਅੰਮ੍ਰਿਤ ਸਤਿਗੁਰਾਂ ਜੀ ਨੇ ਬਖਸ਼ਿਆ, ਫਿਰ ਇਕੱਲਿਆਂ ਨਹੀਂ ਮਹਾਰਾਜ ਅੰਮ੍ਰਿਤ ਤਿਆਰ ਕੀਤਾ। ਸਤਿਗੁਰੂ ਜੀ ਆਪ ਪੰਜਾਂ ਵਿੱਚ ਹੀ ਲੱਗ ਕੇ ਮਹਾਰਾਜ ਜੇ ਇਹ ਸੇਵਾ ਕਰਦੇ ਹਜੂਰ ਆਪ, ਤੇ 5 ਸਿੰਘਾਂ ਦੇ ਸਮੇਤ ਦੀ ਖੰਡੇ ਦਾ ਅੰਮ੍ਰਿਤ ਮਹਾਰਾਜ ਤਿਆਰ ਕਰਦੇ ਰਹੇ। ਇਹ ਪ੍ਰਪਾਟੀ ਚਲਾਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿ ਭਾਈ 5 ਸਿੰਘ ਅੰਮ੍ਰਿਤ ਜੋ ਦੇਵੈ, ਤਾ ਕੋ ਸਿਰ ਧਰ ਸ਼ਕ ਪੁਨ ਲੇਵੈ, ਉਨ ਮਿਲ ਪੰਚੋ ਰਹਿਤ ਜੋ ਭਾਖੈ, ਤਾ ਕੋ ਮਨ ਮੈਂ ਦ੍ਰਿੜ ਕਰ ਰਾਖੈ। ਇਹ ਮਹਾਰਾਜ ਨੇ ਆਗਿਆ ਕਰਤੀ। ਤੇ ਜਿਨ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਉਹ ਵੀ ਜਾ ਕੇ ਭੇਟਾਂ ਗਾਉਂਦਾ ਹੋਵੇ ਮੂਰਤੀਆਂ ਦੇ ਸਾਹਮਣੇ ਤੇ ਡਾਂਡੀਆ ਨਾਚ ਕਰਦਾ ਹੋਵੇ, ਇਹ ਕੋਈ ਫੱਬ ਦੀਆਂ ਗੱਲਾਂ? ਜਾਂ ਕਰਕੇ ਕਿ ਕੰਨਾਂ ਦੇ ਵਿੱਚ ਜਿਹੜੇ ਮੰਤਰ ਦਿੰਦੇ ਆ ਤੇ ਕਹਿੰਦੇ ਸਾਡਾ ਲੰਗਰ ਸਸਤਾ ਹੈ। ਉਹ ਸਸਤਾ ਜਿੱਥੇ ਮਹਾਰਾਜ ਦੇ ਘਰ ਫ੍ਰੀ ਸਭ ਕੁਝ ਵਰਤ ਰਿਹਾ ਹੈ ਮੁਫਤ 'ਚ ਹੀ, ਤੇ ਉਹ ਸਤਿਗੁਰਾਂ ਜੀ ਦੇ ਘਰ ਦੀ ਬਰਾਬਰੀ ਕਰਨਾ ਚਾਹੁੰਦੇ ਆ।
ਮੰਤਰ ਕਹਿੰਦੇ ਆ ਸਾਡੇ ਮੰਤਰ 'ਚ ਕੀ ਰੁਕਾਵਟ ਹੈ? ਜਿਹੜੇ ਤੁਹਾਡਾ ਮੰਤਰ ਕਹਿੰਦੇ ਉਹਦੇ 'ਚ ਰੁਕਾਵਟ ਹੈ ਕਿ ਹੋਰ ਕਿਸੇ ਦਾ ਨਹੀਂ ਲੈ ਸਕਦੇ? ਕਹਿੰਦੇ ਸਾਡਾ ਤਾਂ ਲੈ ਸਕਦਾ ਜਿਹੜਾ ਮਰਜੀ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਜਿਹੜਾ ਮਰਜੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਸਤਿਗੁਰੂ ਜੀ ਦੀ ਇਹ ਆਗਿਆ ਹੈ ਕਿ ਭਾਈ ਮੰਤਰ ਜਿਹੜਾ ਮਰਜੀ ਲੈ ਸਕਦਾ ਗੁਰੂ ਨਾਨਕ ਸਾਹਿਬ ਦਾ, ਸਭ ਨੂੰ ਖੁੱਲ੍ਹ ਹੈ। ਸਾਂਝੀ ਵਾਲਤਾ ਦਾ ਸਤਿਗੁਰਾਂ ਉਪਦੇਸ਼ ਦਿੱਤਾ। ਪਰ ਜਿਸ ਨੇ ਗੁਰੂ ਧਾਰਨ ਕਰ ਲਿਆ ਹੋਵੇ ਉਹਨੂੰ ਫਿਰ ਸਾਧ ਸੰਗਤ ਜੀ ਦੂਸਰਾ ਗੁਰੂ ਹੋਰ ਧਾਰਨ ਕਰਨ ਦੀ ਕੀ ਲੋੜ ਵੈ? ਤੇ ਸਤਿਗੁਰੂ ਜੀ ਹਵਾਲਾ ਦਿੰਦੇ ਆ, ਜਿਹਨੇ ਸਮਰੱਥ ਗੁਰੂ ਦੀ ਸਿੱਖੀ ਪਾ ਲਈ ਹੋਵੇ। ਜਿਵੇਂ ਸਾਧ ਸੰਗਤ ਜੀ ਇਹ ਪ੍ਰਮਾਣ ਹੈ ਕੇਵਲ ਸਮਝਣ ਮਾਤਰ ਸੇ ਕਿ ਇੱਕ ਔਰਤ ਹੈ, ਉਹਦਾ ਜਦੋਂ ਖਸਮ ਮਾਲਕ ਵੈ ਤੇ ਫਿਰ ਆਪਣੇ ਖਸਮ ਮਾਲਕ ਦੇ ਹੁੰਦਿਆਂ ਦੂਸਰਾ ਖਸਮ ਮਾਲਕ ਪਤੀ ਨਹੀਂ ਉਹ ਕਰ ਸਕਦੀ। ਜੇ ਕਰਦੀ ਹੈ ਤੇ ਸਮਾਜ ਵਿੱਚ ਉਹਨੂੰ ਕੀ ਕਿਹਾ ਜਾਂਦਾ ਹੈ? ਬਦ ਚੱਲਣ ਕਿਹਾ ਜਾਂਦਾ ਹੈ। ਬਹੁਤ ਭੈੜੇ ਅੱਖਰਾਂ ਨਾਲ ਉਸ ਨੂੰ ਬੁਲਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਕਹਿੰਦਾ ਕਿ ਮੈਂ ਤਾਂ ਦੋਹਾਂ ਨੂੰ ਗੁਰੂ ਧਾਰਨ ਕੀਤਾ ਹੋਇਆ, ਇਉਂ ਨਹੀਂ ਸਾਧ ਸੰਗਤ ਜੀ। ਤਾਂ ਗੁਰੂ ਨਾਨਕ ਸਾਹਿਬ ਨੂੰ 10 ਪਾਤਸ਼ਾਹੀਆਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਗੁਰੂ ਧਾਰਨ ਕੀਤਾ ਹੈ ਤੇ ਭਾਈ ਫਿਰ ਹੋਰ ਕਿਸੇ ਨੂੰ ਗੁਰੂ ਧਾਰਨ ਕਰਨ ਦੀ ਕੀ ਲੋੜ ਹੈ? ਉਹ ਇਸੇ ਤਰ੍ਹਾਂ ਹੀ ਅੰਧ ਵਿਸ਼ਵਾਸ ਵਿੱਚ ਫਸੇ ਹੋਏ। ਕਈਆਂ ਅੰਮ੍ਰਿਤ ਵੀ ਛਕਿਆ ਹੁੰਦਾ ਤੇ ਘਰ ਮਹਾਮਾਈ ਦੀ ਪੂਜਾ ਵੀ ਕਰੀ ਜਾਂਦੇ। ਕਈਆਂ ਨੇ ਜਠੇਰੇ ਵੀ ਬਣਾਏ ਹੁੰਦੇ ਘਰ 'ਚ। ਕਿਸੇ ਨੇ ਕੋਈ ਗਣੇਸ਼ ਪੂਜਿਆ ਹੁੰਦਾ ਹੈ, ਕਿਸੇ ਨੇ ਵਿਸ਼ਵਕਰਮਾ ਨੂੰ ਪੂਜਿਆ ਹੈ। ਨਾਲ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਵੀ ਉੱਤੇ ਲਾਈ ਹੈ ਫੋਟੋ। ਜਿਨ ਗੁਰੂ ਨਾਨਕ ਸਾਹਿਬ ਜੀ ਨੂੰ ਪੂਜ ਲਿਆ ਭਾਈ, ਉਹਨੂੰ ਹੋਰ ਕਿਸੇ ਨੂੰ ਪੂਜਣ ਦੀ ਕੀ ਲੋੜ ਆ ਫਿਰ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਬਤ ਗੁਰਬਾਣੀ ਨੇ ਗਵਾਹੀ ਦਿੱਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜਿਨੇ ਨਿਰੰਕਾਰ ਨੂੰ ਪੂਜ ਲਿਆ, ਦੇਵੀ ਦੇਵਤੇ ਤਾਂ ਸਭ ਉਹਦੇ ਅੱਗੋਂ ਉਪਾਸ਼ਕ ਵੈ ਨਿਰੰਕਾਰ ਦੇ। ਜਿਸ ਦਾ ਸਾਧ ਸੰਗਤ ਜੀ ਰਾਜੇ ਦੇ ਨਾਲ ਸੰਬੰਧ ਜੁੜ ਗਿਆ, ਉਹਨੂੰ ਫਿਰ ਪਹਿਰੇਦਾਰਾਂ ਨਾਲ ਤੇ ਥੱਲੇ ਚੌਂਕੀਦਾਰਾਂ ਨਾਲ ਉਹਨਾਂ ਨੂੰ ਨਮਸਕਾਰਾਂ ਮੱਥੇ ਟੇਕਣ ਦੀ ਕੀ ਲੋੜ ਵੈ? ਇਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਿੱਖਿਆ ਦਿੱਤੀ ਹੈ ਸੱਚੇ ਪਾਤਸ਼ਾਹ ਜੀ ਨੇ ਕਿ ਜਿਨ ਗੁਰੂ ਨਾਨਕ ਸਾਹਿਬ ਨੂੰ ਆਪ ਦਾ ਖਸਮ ਬਣਾਇਆ, ਮਾਲਕ ਬਣਾਇਆ ਹੈ, ਉਹਨੂੰ ਫਿਰ ਕਿਸੇ ਹੋਰ ਝੂਠੇ ਅਧੂਰੇ ਗੁਰੂ ਦੀ ਲੋੜ ਨਹੀਂ ਰਹਿ ਜਾਂਦੀ। ਕਿਸੇ ਹੋਰ ਤਰ੍ਹਾਂ ਦੇ ਮਤ ਨੂੰ, ਯੋਗ ਨੂੰ, ਪ੍ਰਾਣਾਯਾਮ ਨੂੰ ਸਿੱਖਣ ਦੀ ਲੋੜ ਨਹੀਂ ਰਹਿ ਜਾਂਦੀ। ਕਿਉਂਕਿ ਨਾਮ ਦੇ ਅਭਿਆਸ ਕਰਕੇ ਹੀ ਸਭ ਕੁਝ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦਾ ਹੈ। ਪਰ ਭੁੱਲੇ ਹੋਏ ਸਿੱਖ ਬੜੇ ਜਾ ਕਰਕੇ ਅੰਮ੍ਰਿਤ ਛਕਿਆ, ਪੱਗ ਬੰਨੀ ਹੁੰਦੀ ਹੈ ਤੇ ਉਹ ਵੀ ਸਵਾਸ ਚੜਾਉਂਦੇ ਹੈ, ਬੜਿਆਂ ਯੋਗ ਆਸਣ ਸਿੱਖਦੇ ਹੈ। ਇਹ ਸਰੀਰਕ ਪ੍ਰਕਿਰਿਆ ਸਿੱਖਣੀ ਭਾਵੇਂ ਬੁਰੀ ਨਹੀਂ ਹੈ, ਪਰ ਤੁਸੀਂ ਗੁਰੂ ਧਾਰਨ ਕਰ ਰਹੇ ਹੋ, ਜਾ ਕਰਕੇ ਦੀਕਸ਼ਾ ਮੰਤਰ ਲੈ ਰਹੇ ਹੋ। ਜਿੱਥੇ ਗੁਰੂ ਨਾਨਕ ਸਾਹਿਬ ਦਾ ਦੀਕਸ਼ਾ ਮੰਤਰ ਪ੍ਰਾਪਤ ਹੋ ਗਿਆ, ਜੇ ਉਹਦੇ ਤੇ ਯਕੀਨ ਨਹੀਂ, ਵਿਸ਼ਵਾਸ ਨਹੀਂ ਆਇਆ ਤੇ ਫਿਰ ਭਾਈ ਤੁਹਾਨੂੰ ਰੱਜ ਕਿਤੋਂ ਵੀ ਨਹੀਂ ਆਉਣਾ। ਜਿਹਨੂੰ ਪੂਰੇ ਗੁਰੂ ਜੀ ਤੋਂ ਸੰਤੁਸ਼ਟੀ ਨਹੀਂ ਮਿਲੀ, ਉਹਨੂੰ ਕਿੱਥੋਂ ਸੰਤੁਸ਼ਟੀ ਮਿਲ ਜਾਵੇਗੀ? ਇਸ ਕਰਕੇ ਮਹਾਰਾਜ ਜੀ ਨੂੰ ਵੇਖ ਲਓ, ਸਿੱਧਾ ਨੇ ਆਖਿਆ ਕਿ ਆ ਇਉਂ ਦੇ ਦਿੰਨੇ ਆ ਤੁਹਾਨੂੰ ਮਹਾਰਾਜ ਬੜੀਆਂ ਸ਼ਕਤੀਆਂ, ਕਿਉਂਕਿ ਉਹਨਾਂ ਕੋਲ ਤਾਂ ਹੈ ਨਾ ਸ਼ਕਤੀਆਂ, ਤਾਂ ਪ੍ਰਗਟਾਵਾ ਕਰ ਰਹੇ ਹੈ। ਪਰ ਸਿੱਧ ਵੇਖਣਾ ਹੀ ਚਾਹੁੰਦੇ ਸੀ ਨਾ, ਕਿਉਂਕਿ ਗੁਰੂ ਨਾਨਕ ਸਾਹਿਬ ਨਾਲ ਤਾਂ ਉਹਨਾਂ ਦੀ ਚਰਚਾ ਹੋਈ ਤੇ ਜਾਣਦੇ ਆ ਕਿ ਗੁਰੂ ਨਾਨਕ ਸਾਹਿਬ ਤਾਂ ਸਾਰੇ ਕਾਰਜਾਂ ਨੂੰ ਕਰਨ ਦੇ ਸਮਰੱਥ ਹੈ। ਜਿਨ੍ਹਾਂ ਸਤਿਗੁਰਾਂ ਸਾਡੀਆਂ ਸ਼ਕਤੀਆਂ ਖੋਹ ਕੇ ਫਿਰ ਬੇਨਤੀ ਕਰਨ ਤੋਂ ਵਾਪਸ ਦਿੱਤੀਆਂ ਸੀਗੀਆਂ, ਤੇ ਵੇਖਦੇ ਆ ਕਿ ਗੁਰੂ ਅੰਗਦ ਸਾਹਿਬ ਜੀ ਵਿੱਚ ਵੀ ਉਹੀ ਸ਼ਕਤੀ ਹੈ। ਸਤਿਗੁਰਾਂ ਜੀ ਨੇ ਉਹ ਸ਼ਕਤੀ ਨੂੰ ਪਾ ਕੇ ਮਹਾਰਾਜ ਨੇ ਗੁਪਤ ਰੱਖਿਆ ਸੀ। ਆਜ਼ਾਦ ਸ਼ਕਤੀ ਜਰੀ ਸੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਤੇ ਹਜੂਰ ਨੇ ਇਹ ਸਿੱਖਿਆ ਸਿੱਧਾ ਨੂੰ ਸਮਝਾਉਂਦਿਆਂ ਹੋਇਆਂ ਆਗਿਆ ਕੀਤੀ ਹੈ। ਮਹਾਰਾਜ ਕਿਹਾ ਕਿ ਸਿੱਧੋ ਤੁਸੀਂ ਸਾਨੂੰ ਕੀ ਉਪਦੇਸ਼ ਦਿਓ, ਸਾਨੂੰ ਕੀ ਤੁਸੀਂ ਯੋਗ ਮਤ ਵਿੱਚ ਪ੍ਰੇਰਿਤ ਕਰਨਾ ਚਾਹੁੰਦੇ ਹੋ? ਸਾਨੂੰ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਕਸ਼ਾ ਮੰਤਰ ਦਿੱਤਾ ਹੈ, ਜਿਨ੍ਹਾਂ ਸਤਿਗੁਰਾਂ ਦੀ ਅਸਾਂ ਸੇਵਾ ਕੀਤੀ ਹੈ, ਦਰਸ਼ਨ ਪ੍ਰਤੱਖ ਕੀਤਾ ਹੈ। ਉਹਨਾਂ ਸਤਿਗੁਰਾਂ ਨੇ ਸਾਨੂੰ ਇਹ ਰਹਿਮਤਾਂ ਕੀਤੀਆਂ ਨੇ। ਤੇ ਤਿੰਨ ਕਉ ਕਿਆ ਉਪਦੇਸ਼ੀ ਹੈ, ਤਿੰਨਾਂ ਨੂੰ ਭਾਵ ਸਾਨੂੰ ਤੁਸੀਂ ਕੀ ਉਪਦੇਸ਼ ਦਿੰਦੇ ਹੋ? ਜਿਨ ਗੁਰੂ ਨਾਨਕ ਦਿਓ
ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਇਹ ਬ੍ਰਹਮ ਦਾ ਗਿਆਨ ਦਿੱਤਾ ਹੋਵੇ, ਸਾਖਿਆਤਤਾ ਦਿੱਤੀ ਹੋਵੇ, ਉਹਨਾਂ ਨੂੰ ਫਿਰ ਹੋਰ ਕੋਈ ਉਪਦੇਸ਼ ਲੈਣ ਦੀ ਮਹਾਰਾਜ ਕਹਿੰਦੇ ਲੋੜ ਨਹੀਂ ਭਾਈ ਰਹਿ ਜਾਂਦੀ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਦੇਖਿਆ ਆਖ ਬੁਝਾਇਆ। ਇਹ ਸਾਧ ਸੰਗਤ ਜੀ ਭਾਈ ਬਾਲਾ ਜੀ ਦੇ ਪ੍ਰਥਾਏ ਵੀ ਮਹਾਰਾਜ ਫਿਰ ਇਹ ਦੂਸਰੀ ਵਾਰੀ ਮਹਾਰਾਜ ਸ਼ਲੋਕ ਇਹੀ ਉਚਾਰਨ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨਾ ਭਾਈ ਬਾਲਾ ਜੀ, ਤੇ ਭਾਈ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਉੱਚੀ ਕੁਲ ਹੈ ਸੀਸ ਪਰ ਬੰਨ੍ਹਦੀ। ਭਾਈ ਬਾਲਾ ਜੀ ਦਾ ਸਰੂਪ ਲਿਖਿਆ ਹੈ ਕਿ ਉੱਚੀ ਦਸਤਾਰ ਸੀਸ ਤੇ ਸਜਾਈ ਹੋਈ ਹੈ। ਜਿਹੜੇ ਕਈ ਕਹਿੰਦੇ ਆ ਜੀ ਦਸਤਾਰ ਤਾਂ ਬੜੀ ਬਾਅਦ ਵਿੱਚ ਚੱਲੀ ਹੈ, ਵੇਖ ਲਓ ਸਾਡੇ ਗ੍ਰੰਥ ਹਵਾਲਾ ਦਿੰਦੇ ਆ ਕਿ ਗੁਰੂ ਜੀ ਦੇ ਸਿੱਖ ਉਦੋਂ ਵੀ ਦਸਤਾਰਾਂ ਬੰਨ੍ਹਦੇ ਸੀ, ਦਮਾਲੇ ਸਜਾਉਂਦੇ ਸੀ। ਉੱਚੀ ਕੁਲ ਹੈ ਸੀਸ ਪਰ ਬੰਨ੍ਹਦੀ, ਉੱਚੀ ਜਿਹੜੀ ਦਸਤਾਰ ਭਾਈ ਬਾਲਾ ਜੀ ਦੇ ਸੀਸ ਤੇ ਸਜੀ ਹੋਈ, ਤੇ ਬੜਾ ਸੁੰਦਰ ਚਿੱਟਾ ਦਾੜਾ, ਤੇ ਉਹਨਾਂ ਦਾ ਸਰੂਪ ਵੇਖ ਕੇ ਕਵਿਰਾਜ ਲਿਖਿਆ ਕਿ ਇਉਂ ਦਰਸ਼ਨ ਭਾਈ ਬਾਲਾ ਜੀ ਦੇ ਕਰਕੇ ਪ੍ਰਤੀਤ ਹੁੰਦਾ ਜਿਵੇਂ ਵਿਸ਼ਿਆਂ ਦੀ ਵਾਹ ਨੇ ਨਾ ਛੋਹਿਆ ਹੋਏ ਭਾਈ ਬਾਲਾ ਜੀ ਨੂੰ। ਐਡਾ ਪਵਿੱਤਰ ਸਰੂਪ ਹੈ। ਜਦੋਂ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਨਾ, ਤੇ ਹਜੂਰ ਨੇ ਪੁੱਛਿਆ ਕਿ ਭਾਈ ਤੁਸੀਂ ਕਿੱਥੋਂ ਆਏ ਹੋ? ਕਈ ਇਸ ਸਾਖੀ ਤੇ ਵੀ ਸ਼ੰਕਾ ਕਰਦੇ, ਕਹਿੰਦੇ ਜੀ ਵੇਖੋ ਭਾਈ ਬਾਲਾ ਜੀ ਕਰਤਾਰਪੁਰ ਸਾਹਿਬ ਕਦੇ ਆਏ ਹੀ ਨਹੀਂ ਦਰਸ਼ਨ ਕਰਨ। ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀਆਂ ਜਨਮ ਸਾਖੀਆਂ ਆਪ ਪੜ੍ਹੋਗੇ ਜਾਂ ਸੁਣੋਗੇ ਨਾ, ਤਾਂ ਆਪ ਨੂੰ ਪਤਾ ਲੱਗੇਗਾ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪ ਦੇ ਸਰੂਪ ਦੀ ਲਖਤਾ ਦੇਤੀ ਨਾ, ਮਹਾਰਾਜ ਨੇ ਜਿਨ੍ਹਾਂ ਨੂੰ ਬੁਝਾਤਾ ਉਹਨਾਂ ਨੂੰ ਫਿਰ ਆਗਿਆ ਕੀਤੀ ਕਿ ਭਾਈ ਤੁਸੀਂ ਹੁਣ ਆਪ ਦੀ ਜ਼ਿੰਦਗੀ ਦੇ ਅੰਦਰ ਇਹ ਨਾਮ ਦਾ ਰਸ ਲਓ। ਉਹ ਫਿਰ ਜਿੱਥੇ ਜਿੱਥੇ ਮਹਾਰਾਜ ਦੀ ਆਗਿਆ ਸੀ ਸਤਿਗੁਰੂ ਜੀ ਨੂੰ ਸਦਾ ਆਪਣੇ ਕੋਲ ਹੀ ਪਾਉਂਦੇ ਸੀ। ਤੇ ਭਾਈ ਬਾਲਾ ਜੀ ਸਦਾ ਇਸ ਨਾਮ ਰਸ ਵਿੱਚ ਹੀ ਨਿਮਗਨ ਰਹੇ। ਜਦੋਂ ਗੁਰੂ ਨਾਨਕ ਸਾਹਿਬ ਦੇ ਸੱਚਖੰਡ ਜਾਣ ਦਾ ਪਤਾ ਲੱਗਾ, ਫਿਰ ਮਨ ਵਿੱਚ ਆਸਾ ਜਾਗੀ ਕਿ ਮਹਾਰਾਜ ਆਪ ਦੇ ਤਖਤ ਤੇ ਕਿਹਨਾਂ ਨੂੰ ਸਤਿਗੁਰਾਂ ਬਖਸ਼ਿਸ਼ ਕੀਤੀ ਹੈ ਮਨਾ, ਇਹ ਤਾਂ ਆਪਾਂ ਪਤਾ ਕਰੀਏ ਨਾ, ਚੱਲੀਏ ਹੁਣ ਮਹਾਰਾਜ ਦਰਸ਼ਨ ਕਰੀਏ। ਸਤਿਗੁਰੂ ਜੀ ਆਗਿਆ ਕਰਤੀ ਸੀ ਕਿ ਤੁਸੀਂ ਹੁਣ ਤਲਵੰਡੀ ਸਾਹਿਬ ਹੀ ਰਵੋ, ਇੱਥੇ ਜਿਹਦਾ ਨਾਮ ਨਨਕਾਣਾ ਸਾਹਿਬ ਹੈ। ਤੋ ਜਦੋਂ ਫਿਰ ਭਾਈ ਬਾਲਾ ਜੀ ਦਰਸ਼ਨ ਕਰਨ ਵਾਸਤੇ ਆਏ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ, ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਨਨਕਾਣਾ ਸਾਹਿਬ ਤੋਂ ਆਇਆ ਹਾਂ। ਤੇ ਹਜੂਰ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ ਹੈ? ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਤਾਂ ਬਚਪਨ ਤੋਂ ਹੀ ਸਤਿਗੁਰਾਂ ਜੀ ਦੇ ਨਾਲ ਹੀ ਰਿਹਾ ਹਾਂ। ਸਤਿਗੁਰੂ ਨੂੰ ਜਦੋਂ ਇਉਂ ਵਾਕ ਕਹੇ ਨਾ ਭਾਈ ਬਾਲਾ ਜੀ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਤੋਂ ਉੱਠ ਕੇ ਗਲਵੱਕੜੀ ਵਿੱਚ ਲੈ ਲਿਆ ਭਾਈ ਬਾਲਾ ਜੀ ਨੂੰ। ਤੇ ਕਵਿਰਾਜ ਨੇ ਲਿਖਿਆ ਮਹਾਰਾਜ ਦੇ ਇੰਨੇ ਬਰਾਗ ਦੀ ਝੜੀ ਛੁੱਟੀ ਕਿ ਭਾਈ ਬਾਲਾ ਜੀ ਦੇ ਵਸਤਰ ਹੀ ਭਿਉਣ ਤੇ ਸਾਰੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਦਾ ਸਾਥੀ ਮਿਲਿਆ ਹੈ, ਕਿ ਗੁਰੂ ਨਾਨਕ ਸਾਹਿਬ ਦਾ ਹੀ ਦਰਸ਼ਨ ਹੋਇਆ। ਇਹ ਪ੍ਰੀਤ ਦੀ ਰੀਤ ਹੈ ਸਾਧ ਸੰਗਤ ਜੀ। ਭਾਵੇਂ ਆਪ ਹੀ ਵੇਖ ਲਓ ਦੂਸਰਾ ਸਰੂਪ ਹੈ, ਪਰ ਇਹ ਸਿੱਖਾਂ ਨੂੰ ਪਿਆਰ ਗੁਰੂ ਪ੍ਰਤੀ ਪ੍ਰਗਟ ਕਰਨਾ ਸਤਿਗੁਰਾਂ ਜੀ ਨੇ ਆਪ ਹੀ ਸਿਖਾਇਆ ਹੈ। ਨਿਰੰਕਾਰ ਨੇ ਆਪ ਹੀ ਗੁਰੂ ਰੂਪ ਹੋ ਕਰਕੇ ਬਖਸ਼ਿਸ਼ ਕੀਤੀ ਹੈ। ਤੇ ਕਿੰਨਾ ਚਿਰ ਸਤਿਗੁਰਾਂ ਜੀ ਨੂੰ ਵੀ ਸੁੱਧ ਨਹੀਂ ਰਹੀ ਤੇ ਭਾਈ ਬਾਲਾ ਜੀ ਨੂੰ ਵੀ ਸੁੱਧ ਨਹੀਂ ਰਹੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕੰਠ ਲਾਇਆ ਕਰਦੇ ਸੀ ਭਾਈ ਬਾਲਾ ਜੀ ਨੂੰ, ਇਵੇਂ ਗੁਰੂ ਅੰਗਦ ਸਾਹਿਬ ਦੇ ਕੰਠ ਲੱਗਿਆ ਭਾਈ ਬਾਲਾ ਜੀ ਦਾ ਹਿਰਦਾ ਗਦ-ਗਦ ਹੋ ਗਿਆ। ਇਉਂ ਭਾਈ ਬਾਲਾ ਜੀ ਨੂੰ ਮਨ ਬਾਣੀ ਸਰੀਰ ਕਰਕੇ ਸੁੱਖ ਮਿਲਿਆ ਕਿ ਗੁਰੂ ਨਾਨਕ ਸਾਹਿਬ ਵੀ ਮੈਨੂੰ ਕੰਠ ਲਾ ਲਿਆ ਹੈ। ਜਦੋਂ ਕਿੰਨਾ ਸਮਾਂ ਬਾਅਦ ਸਤਿਗੁਰਾਂ ਨੇ ਗਲਵੱਕੜੀ ਛੱਡੀ, ਤੇ ਹਜੂਰ ਨੇ ਕਿਹਾ ਭਾਈ ਬਾਲਾ ਜੀ ਸਾਨੂੰ ਗੁਰੂ ਦੇਵ ਦਾ ਜੀਵਨ ਸੁਣਾਓ। ਫਿਰ ਜਿੱਥੇ ਜਿੱਥੇ ਤੁਸੀਂ ਮਹਾਰਾਜ ਨਾਲ ਦਰਸ਼ਨ ਕੀਤੇ ਐ ਸਾਨੂੰ ਸਾਰਾ ਇਤਿਹਾਸ ਸੁਣਾਓ। ਤੇ ਫਿਰ ਸਾਧ ਸੰਗਤ ਜੀ ਭਾਈ ਬਾਲਾ ਜੀ ਨੇ ਆਖਿਆ ਮਹਾਰਾਜ ਮੈਂ ਤਾਂ ਗੁਰੂ ਜੀ ਦੇ ਜਿਹੜੀ ਅਵਤਾਰ ਧਾਰਨ ਦੀ ਕਥਾ ਹੈ ਨਾ, ਜਨਮ ਦੀ ਕਥਾ ਜਿਹੜੀ, ਉਹਦੇ ਤੋਂ ਵਾਕਿਫ ਨਹੀਂ ਹਾਂ। ਮਹਾਰਾਜ ਜਦੋਂ ਸਤਿਗੁਰਾਂ ਜੀ ਨੇ ਮੈਨੂੰ ਆਪ ਦੇ ਚਰਨਾਂ ਵਿੱਚ ਰੱਖਿਆ, ਉਸ ਤੋਂ ਅੱਗੇ ਤਾਂ ਮੈਨੂੰ ਪਤਾ ਹੈ, ਪਰ ਅਵਤਾਰ ਕਿਵੇਂ ਲਿਆ ਮਹਾਰਾਜ ਜੀ ਨੇ ਉਹ ਕਥਾ ਤੋਂ ਮੈਂ ਅਣਜਾਣ ਹਾਂ। ਸਤਿਗੁਰੂ ਜੀ ਦੀ
ਕਹਿੰਦੇ ਸਰੀਰਕ ਆਜੂ ਜਿਹੜੀ ਸੀ ਨਾ ਮਹਾਰਾਜ ਦੀ, ਭਾਈ ਬਾਲਾ ਜੀ ਕਹਿੰਦੇ ਮਹਾਰਾਜ 3 ਸਾਲ ਮੇਥੋਂ ਮਹਾਰਾਜ ਜੀ ਉਮਰ ਵਿੱਚ, ਸਰੀਰ ਦੀ ਉਮਰ ਕਰਕੇ ਮਹਾਰਾਜ ਜੀ ਵੱਡੇ ਸੀਗੇ ਸੱਚੇ ਪਾਤਸ਼ਾਹ। ਤੇ ਮਹਾਰਾਜ ਨੇ ਕਿਹਾ ਭਾਈ ਬਾਲਾ ਫਿਰ ਗੁਰੂ ਜੀ ਦੇ ਅਵਤਾਰ ਧਾਰਨ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ? ਫਿਰ ਭਾਈ ਬਾਲਾ ਜੀ ਆਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਨਮ ਪੱਤਰੀ ਬਣਾਈ ਹੈ ਪੰਡਤ ਹਰਦਿਆਲ ਜੀ ਨੇ, ਜੇ ਆਪ ਮਹਾਰਾਜ ਸਾਹਿਬ ਜੀ ਉਹ ਉਸ ਪੱਤਰੀ ਦੀ ਭਾਲ ਕਰਾਓ ਤਾਂ ਮਿਲ ਸਕਦੀ ਹੈ। ਮਹਾਰਾਜ ਆਖਿਆ ਫਿਰ ਭਾਈ ਬਾਲਾ ਇਹ ਕਾਰਜ ਤੇਰੇ ਗੋਚਰੇ ਹੀ ਹੈ, ਤੂੰ ਸਾਡਾ ਇਹ ਕਾਰਜ ਕਰ ਸਕਦਾ ਹੈ। ਭਾਈ ਬਾਲਾ ਜੀ ਫਿਰ ਸਤਿਗੁਰੂ ਜੀ ਦੀ ਆਗਿਆ ਲੈ ਕਰਕੇ ਸਾਧ ਸੰਗਤ ਜੀ ਨਨਕਾਣਾ ਸਾਹਿਬ ਆਏ। 9 ਦਿਨ ਪੱਤਰਾਂ ਵਿੱਚੋਂ ਭਾਲਦਿਆਂ ਬਾਬਾ ਲਾਲੂ ਜੀ ਨੂੰ ਫਿਰ ਉਹ ਸਾਧ ਸੰਗਤ ਜੀ ਜਿਹੜੀ ਸੀ ਨਾ ਜਨਮ ਪੱਤਰਕਾ ਮਿਲ ਗਈ। ਤੇ ਭਾਈ ਬਾਲਾ ਜੀ ਜਦੋਂ ਲੈ ਕੇ ਖਡੂਰ ਸਾਹਿਬ ਆਏ ਤੇ ਸਤਿਗੁਰੂ ਜੀ ਨੇ ਉੱਠ ਕੇ ਜਨਮ ਪੱਤਰਕਾ ਨੂੰ ਮੱਥਾ ਟੇਕਿਆ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਖਿਆ ਭਾਈ ਬਾਲਾ ਤੂੰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਾਤਾ ਸਾਨੂੰ। ਫਿਰ ਸਤਿਗੁਰੂ ਜੀ ਨੇ ਉਹ ਕਿਹਾ ਕਿ ਭਾਈ ਉਹ ਸੰਸਕ੍ਰਿਤ ਵਿੱਚ ਲਿਖੀ ਹੋਈ ਸੀਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕਿ ਭਾਈ ਕੋਈ ਸਿੱਖ ਬੁਲਾਓ ਜਿਹੜਾ ਇਹਦਾ ਗੁਰਮੁਖੀ ਵਿੱਚ ਜਿਹੜਾ ਅਨੁਵਾਦ ਕਰੇ। ਆਖਿਆ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੈ ਸੁਲਤਾਨਪੁਰ ਲੋਧੀ ਦਾ, ਉਹਦਾ ਨਾਂ ਹੈ ਭਾਈ ਪੈੜਾ ਮੋਖਾ। ਤੇ ਇਸ ਭਾਈ ਪੈੜੇ ਮੋਖੇ ਨੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਸਾਧ ਸੰਗਤ ਜੀ ਗੁਰਮੁਖੀ ਅੱਖਰ ਸਿੱਖੇ ਸੀ ਤੇ ਦੇਵਨਾਗਰੀ ਦਾ ਗਿਆਨ ਪਾਇਆ ਸੀ, ਸੰਸਕ੍ਰਿਤ ਦਾ ਗਿਆਨ ਪਾਇਆ ਸੀਗਾ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਿੱਖ ਹੋਇਆ ਭਾਈ ਪੈੜਾ ਮੋਖਾ। ਸਜੂਰ ਕਹਿੰਦੇ ਭਾਈ ਸਾਡਾ ਇਹ ਕਾਰਜ ਵਾ, ਫਿਰ ਬੁਲਾਓ ਭਾਈ ਪੈੜੇ ਮੋਖੇ ਨੂੰ। ਬੁਲਾਇਆ ਗਿਆ, ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਭਾਈ ਪੈੜਾ ਮੋਖਾ ਨਿਹਾਲ ਹੋ ਗਿਆ। ਗੁਰੂ ਨਾਨਕ ਸਾਹਿਬ ਦਾ ਦਰਸ਼ਨ ਜਿਹੜਾ ਸੀ ਆਉਣ ਲੱਗਾ ਕਿ ਮਹਾਰਾਜ ਦਾ ਹੀ ਦਰਸ਼ਨ ਹੋ ਗਿਆ, ਮਨ ਤ੍ਰਿਪਤ ਹੋ ਗਿਆ। ਹਜੂਰ ਨੇ ਆਗਿਆ ਕੀਤੀ ਸਾਡਾ ਇਹ ਕਾਰਜ ਵੈ। ਜਦੋਂ ਦਰਸ਼ਨ ਕੀਤੇ ਨਾ ਭਾਈ ਪੈੜੇ ਮੋਖੇ ਨੇ, ਕਵਿਰਾਜ ਲਿਖਦੇ ਐ ਕਿ ਇਉਂ ਜਨਮ ਪੱਤਰਕਾ ਨੂੰ ਪੜ੍ਹਿਆ ਜਿਵੇਂ ਜਾਣੋ ਬਾਣੀ ਹੀ ਰਸਨਾ ਤੇ ਨੱਚ ਪੈਂਦੀ ਹੈ। ਇਉਂ ਭਾਈ ਪੈੜੇ ਮੋਖੇ ਨੇ ਸਤਿਗੁਰਾਂ ਜੀ ਨੂੰ ਸਾਰੀ ਜਨਮ ਦੀ ਕਥਾ ਜਿਹੜੀ ਸੀ ਜਨਮ ਪੱਤਰਕਾ ਦੇ ਅੰਦਰ ਉਹ ਕਹੀ। ਫਿਰ ਉਹ ਸਾਰੀ ਮਹਾਰਾਜ ਨੇ ਕਿਹਾ ਕਿ ਭਾਈ ਪੈੜਾ ਮੋਖਾ ਇਹਨੂੰ ਲਿਖ ਹੁਣ ਕਥਾ ਨੂੰ। ਮਹਾਰਾਜ ਸਾਹਿਬ ਜੀ ਨੇ ਗੁਰਮੁਖੀ ਅੱਖਰਾਂ ਵਿੱਚ ਉਹ ਸਾਰੀ ਕਥਾ ਲਿਖਾਈ। ਭਾਈ ਬਾਲਾ ਜੀ ਫਿਰ ਮਹਾਰਾਜ ਦੇ ਹਜੂਰ ਬਿਆਨ ਕਰਦੇ। ਜਿਹੜਾ ਸਾਧ ਸੰਗਤ ਜੀ ਕਹਿਣਾ ਨਾ ਉੱਥੇ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਖ ਭਾਈ ਬਾਲਾ ਜੀ ਦੇ ਨਾਂ ਤੇ ਇਮਾਰਤ ਉਹਨਾਂ ਨੇ ਜਿਹੜੀ ਹੈ ਉਹ ਸਾਧ ਸੰਗਤ ਜੀ ਇੱਕ ਉਸਾਰੀ ਹੈ। ਤੇ ਮਹਾਂਪੁਰਖਾਂ ਆਪ ਦੱਸਿਆ ਕਹਿੰਦੇ ਗਿਆਨੀ ਜੀ ਬਹੁਤ ਸਾਰੇ ਸਾਨੂੰ ਕਈਆਂ ਨੇ ਇਤਰਾਜ਼ ਜਤਾਏ ਕਿ ਤੁਸੀਂ ਇਹ ਭਾਈ ਬਾਲਾ ਜੀ ਦੇ ਨਾਂ ਤੇ ਕਿਉਂ ਇਮਾਰਤ ਬਣਾ ਰਹੇ ਹੋ, ਕਿਉਂਕਿ ਭਾਈ ਬਾਲਾ ਨਾਮ ਦਾ ਸਿੱਖ ਹੀ ਨਹੀਂ ਹੋਇਆ। ਉਹ ਭਾਈ ਬਾਲਾ ਜੀ ਤੋਂ ਉਹਨਾਂ ਨੂੰ ਕਿਉਂ ਜ਼ਿਆਦਾ ਸਾਧ ਸੰਗਤ ਜੀ ਤੰਗੀ ਹੈ, ਕਿਉਂਕਿ ਸਾਰਾ ਇਤਿਹਾਸ ਹੀ ਭਾਈ ਬਾਲਾ ਜੀ ਦੇ ਮੁਖ ਤੋਂ ਹੋਇਆ। ਕਹਿੰਦੇ ਜੇ ਸਾਰਾ ਇਤਿਹਾਸ ਖਤਮ ਕਰਨਾ ਹੈ ਤੇ ਸਿੱਖ ਹੀ ਖਤਮ ਕਰ ਦਿਓ ਕਿ ਭਾਈ ਬਾਲਾ ਜੀ ਹੋਏ ਹੀ ਨਹੀਂ। ਕਹਿੰਦੇ ਫਿਰ ਭਾਈ ਗੁਰਦਾਸ ਜੀ ਨੇ ਵੀ ਸਿੱਖਾਂ ਦੇ ਨਾਂ ਲਿਖੇ ਆ, ਭਾਈ ਬਾਲਾ ਜੀ ਦਾ ਨਹੀਂ ਲਿਖਿਆ। ਹੋਰ ਬੜੇ ਸਿੱਖ ਜਿਨ੍ਹਾਂ ਦੇ ਨਾਮ ਭਾਈ ਗੁਰਦਾਸ ਸਾਹਿਬ ਜੀ ਨੇ ਨਹੀਂ ਲਿਖੇ ਤੇ ਕੀ ਉਹ ਨਹੀਂ ਹੋਏ? ਫਿਰ ਉਥੇ ਜਿੱਥੇ ਮਹਾਰਾਜ ਜੀ ਕਥਾ ਸੁਣਦੇ ਰਹੇ ਆ ਗੁਰਦੁਆਰਾ ਤਪਿਆਣਾ ਸਾਹਿਬ, ਸਾਧ ਸੰਗਤ ਜੀ ਭਾਈ ਬਾਲਾ ਜੀ ਦਾ ਸਮਾਧਾ ਬਣਿਆ ਹੋਇਆ, ਜਿੱਥੇ ਫਿਰ ਭਾਈ ਬਾਲਾ ਜੀ ਦਾ ਜਿਹੜਾ ਹੈ ਸਾਧ ਸੰਗਤ ਜੀ ਸਰੀਰ ਦਾ ਅੰਤਮ ਸੰਸਕਾਰ ਵੀ ਹੋਇਆ ਤੇ ਭਾਈ ਬਾਲਾ ਜੀ ਦੀ ਉਹ ਯਾਦਗਾਰ ਵੈ। ਉਥੇ ਇਹ ਸਾਰੀ ਕਥਾ ਜਿਹੜੀ ਹੈ ਭਾਈ ਬਾਲਾ ਜੀ ਨੇ ਆਪ ਦੇ ਮੁਖ ਤੋਂ ਉਚਾਰਨ ਕੀਤੀ ਹੈ ਤੇ ਉਹ ਯਾਦਗਾਰ ਹੈ ਭਾਈ ਬਾਲਾ ਜੀ ਦੀ। ਪ੍ਰਕਰਮਾਂ ਦੇ ਵਿੱਚ ਸੰਗਤਾਂ ਦਰਸ਼ਨ ਕਰਦੀਆਂ ਹਨ। ਸੱਚੇ ਪਾਤਸ਼ਾਹ ਜੀ ਦੇ ਹਜੂਰ ਜਦੋਂ ਇਹ ਸਾਰੀ ਮਹਾਰਾਜ ਜੀ ਦੀ ਜਿਹੜੀਆਂ ਜਨਮ ਸਾਖੀਆਂ ਸਾਰੀ ਗੁਰੂ ਨਾਨਕ ਸਾਹਿਬ ਦੀ ਕਥਾ ਸੰਪੂਰਨ ਹੋਈ ਨਾ ਤੇ ਭਾਈ ਬਾਲਾ ਜੀ ਨੇ ਫਿਰ ਮਹਾਰਾਜ ਤੋਂ ਆਗਿਆ ਮੰਗੀ ਸੱਚੇ ਪਾਤਸ਼ਾਹ ਤੋਂ ਕਿ ਮਹਾਰਾਜ ਸਾਨੂੰ ਹੁਣ ਆਗਿਆ ਦਿਓ, ਅਸੀਂ ਆਪਦੇ ਘਰ ਦਾ ਵੀ ਮਹਾਰਾਜ ਪਿੱਛੋਂ ਜਿਹੜਾ ਹਾਲ ਪਤਾ ਕਰ ਆਈਏ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਫਿਰ ਆਗਿਆ ਕੀਤੀ ਹੈ ਤੇ ਭਾਈ ਬਾਲਾ ਜੀ ਤੁਰਨ ਲੱਗਿਆ ਮਹਾਰਾਜ ਜੀ ਨੂੰ ਬੇਨਤੀ ਕੀਤੀ ਦੋਵੇਂ ਹੱਥ ਜੋੜ ਕੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮਹਾਰਾਜ ਸਾਨੂੰ ਉਪਦੇਸ਼ ਦਿਓ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਾਨੂੰ ਆਪ ਆਪਣਾ ਉਪਦੇਸ਼ ਬਖਸ਼ਿਸ਼ ਕਰੋ। ਜਦੋਂ ਭਾਈ ਬਾਲਾ ਜੀ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਤੋਂ ਉਪਦੇਸ਼ ਮੰਗਿਆ ਨਾ
ਤੇ ਭਾਈ ਬਾਲਾ ਜੀ ਦੇ ਪ੍ਰਥਾਏ ਮਹਾਰਾਜ ਨੇ ਫਿਰ ਇਹ ਸ਼ਲੋਕ ਸਤਿਗੁਰਾਂ ਜੀ ਨੇ ਉਚਾਰਿਆ। ਹਜੂਰ ਭਾਈ ਬਾਲਾ ਜੀ ਨੂੰ ਸੰਬੋਧਨ ਹੋ ਕੇ ਕਹਿੰਦੇ ਆ, ਦੇਖਿਆ ਆਖ ਬੁਝਾਇਆ। ਮਹਾਰਾਜ ਕਹਿੰਦੇ ਭਾਈ ਬਾਲਾ ਜੀ, ਤੁਹਾਡੇ ਵਰਗੇ ਸਿੱਖਾਂ ਨੂੰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਖੁਦ ਹੀ ਦੀਕਸ਼ਾ ਮੰਤਰ ਦਿੱਤਾ ਹੋਵੇ ਤੇ ਆਪਣਾ ਸਰੂਪ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬੁਝਾ ਦਿੱਤਾ ਹੋਵੇ, ਜਣਾ ਦਿੱਤਾ ਹੋਵੇ ਆਪਣੇ ਵਾਸਤਵ ਸਰੂਪ ਦੇ ਤਾਈ, ਸਿਫਤੇ ਸੱਚ ਸਮਿਓ। ਤੇ ਤੁਹਾਡੇ ਵਰਗੇ ਮਹਾਨ ਗੁਰਸਿੱਖ ਜਿਨ੍ਹਾਂ ਦਾ ਸੱਚੇ ਪਰਮੇਸ਼ਰ ਦੀ ਸਿਫਤ ਦੇ ਅੰਦਰ ਹੀ ਮਨ ਸਮਾ ਗਿਆ ਹੋਵੇ, ਅਭੇਦ ਹੋ ਗਿਆ ਹੋਵੇ, ਸਦਾ ਸੱਚੇ ਵਿੱਚ ਤੁਹਾਡਾ ਚਿੱਤ ਤੁਹਾਡੇ ਵਰਗੇ ਗੁਰਸਿੱਖਾਂ ਦਾ ਜਿਨ੍ਹਾਂ ਦਾ ਲੀਨ ਰਹਿੰਦਾ ਹੈ, ਸਦਾ ਸਮਾਏ ਰਹਿੰਦੇ ਆ। ਤਿਨ ਕਉ ਕਿਆ ਉਪਦੇਸੀਐ। ਤੁਹਾਡੇ ਵਰਗੇ ਗੁਰਸਿੱਖਾਂ ਨੂੰ ਭਾਈ ਬਾਲਾ ਜੀ ਅਸੀਂ ਕੀ ਉਪਦੇਸ਼ੀਏ, ਕੀ ਉਪਦੇਸ਼ ਕਰਨਾ ਕਰੀਏ। ਜਿਨ ਗੁਰ ਨਾਨਕ ਦਿਓ। ਦਿਓ ਪ੍ਰਕਾਸ਼ ਸਰੂਪ ਗੁਰੂ ਨਾਨਕ ਦੇਵ ਜੀ ਨੇ ਹੀ ਜਿਨ੍ਹਾਂ ਨੂੰ ਜਿਹੜਾ ਹੈ ਗਿਆਨ ਦਿੱਤਾ ਹੋਵੇ, ਜਿਨ੍ਹਾਂ ਦਾ ਹਿਰਦਾ ਪ੍ਰਕਾਸ਼ ਦਿੱਤਾ ਹੋਵੇ। ਮਹਾਰਾਜ ਕਹਿੰਦੇ ਅਸੀਂ ਉਹਨਾਂ ਨੂੰ ਕੀ ਉਪਦੇਸ਼ ਦਈਏ ਭਾਈ ਬਾਲਾ ਜੀ। ਜਦੋਂ ਮਹਾਰਾਜ ਜੀ ਨੇ ਇਉਂ ਆਖਿਆ ਤੇ ਭਾਈ ਬਾਲਾ ਜੀ ਨੇ ਚਰਨ ਪਕੜ ਲਏ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮਨ ਵਿੱਚ ਜਾਣ ਲਿਆ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦੀ ਇਹ ਵੱਡੀ ਨਿਮਰਤਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾਤ ਦਿੱਤੀ ਹੈ। ਇਹ ਪ੍ਰਤੱਖ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਬਰਾਜ ਰਹੇ ਹੈ, ਇਹ ਸਿੱਖਾਂ ਦੀ ਭਾਵਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਇਹ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ। ਮਹਾਰਾਜ ਨੇ ਆਖਿਆ ਕਿ ਭਾਈ ਬਾਲਾ ਜੀ ਅਸੀਂ ਤੁਹਾਨੂੰ ਕੀ ਉਪਦੇਸ਼ੀਏ, ਕੀ ਸਿੱਖਿਆ ਦਈਏ, ਕਿਉਂਕਿ ਤੁਹਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ਿਆ ਹੈ, ਤੁਹਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਦੀਕਸ਼ਾ ਮੰਤਰ ਖੁਦ ਆਪ ਦਿੱਤਾ ਹੈ ਤੇ ਆਪਣੇ ਸਰੂਪ ਦੀ ਲਖਤਾ ਦੇ ਦਿੱਤੀ ਹੈ, ਗਿਆਨ ਬਖਸ਼ਿਸ਼ ਕਰ ਦਿੱਤਾ ਹੈ। ਸਦਾ ਨਿਰੰਕਾਰ ਦੇ ਸੱਚੇ ਸਰੂਪ ਵਿੱਚ ਤੁਸੀਂ ਸਮਾਏ ਰਹਿੰਦੇ ਹੋ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਕੀ ਉਪਦੇਸ਼ੀਏ, ਕਿਉਂਕਿ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਪ ਹੀ ਬਖਸ਼ਿਸ਼ ਕਰ ਦਿੱਤੀ ਹੈ ਨਾ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਦੂਸਰੀ ਵਾਰੀ ਭਾਈ ਬਾਲਾ ਜੀ ਦੇ ਪ੍ਰਥਾਏ ਮਹਾਰਾਜ ਜੀ ਨੇ ਆਖਿਆ ਹਜੂਰ ਨੇ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਆਪ ਬੁਝਾਏ ਸੋਏ ਬੁਝਾਏ। ਫਿਰ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਆਖਿਆ ਭਾਈ ਬਾਲਾ ਜੀ, ਤੁਹਾਨੂੰ ਜਗਤ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ਸੀ ਤੇ ਭਾਈ ਬਾਲਾ ਜੀ ਤੁਸੀਂ ਸਾਨੂੰ ਉਹ ਦੱਸੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਵੇਂ ਤੁਹਾਨੂੰ ਉਪਦੇਸ਼ਿਆ ਸੀਗਾ। ਤੇ ਫਿਰ ਭਾਈ ਬਾਲਾ ਜੀ ਨੇ ਦੱਸਿਆ ਕਿ ਮਹਾਰਾਜ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਹ ਉਪਦੇਸ਼ ਦਿੱਤਾ ਸੀਗਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਭਾਈ ਬਾਲਾ ਜੀ ਨੇ ਫਿਰ ਲਿਖਤ ਵਿੱਚ ਕਰਾਇਆ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਾਰੀ ਬਾਣੀ ਜਿਹੜੀ ਸੀ ਨਾ, ਉਹਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਲਿਖਤੀ ਰੂਪ ਆਪ ਦਵਾਇਆ ਸੀ। ਸੱਚੇ ਪਾਤਸ਼ਾਹ ਨੇ ਹਜੂਰ ਦੇ ਕੋਲ ਪੋਥੀ ਸਾਹਿਬ ਸੀਗੀ ਤੇ ਮਹਾਰਾਜ ਜਿੱਥੇ ਜਿੱਥੇ ਵੀ ਗੋਸ਼ਟ ਹੁੰਦੀ ਮਹਾਰਾਜ ਕਈਆਂ ਜਿਹੜੇ ਸ਼ਬਦਾਂ ਨੂੰ ਅੰਕਿਤ ਕਰ ਲੈਂਦੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਤੇ ਹਜੂਰ ਨੇ ਲਿਖਾਰੀ ਲਾ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਤੇ ਸਾਰੀ ਜਪਜੀ ਸਾਹਿਬ ਦੀ ਬਾਣੀ ਦੀ ਤਰਤੀਬ ਮਹਾਰਾਜ ਆਪ ਦਿੱਤੀ ਹੈ। ਬਾਅਦ ਵਿੱਚ ਨਹੀਂ ਕਿਸੇ ਦਿੱਤੀ, ਗੁਰੂ ਨਾਨਕ ਸਾਹਿਬ ਨੇ ਆਪ ਤਰਤੀਬ ਦਿੱਤੀ। ਸੱਚੇ ਪਾਤਸ਼ਾਹ ਨੇ ਪੌੜੀਆਂ ਦੀ ਤਰਤੀਬ ਸਤਿਗੁਰਾਂ ਦੀ ਬੰਨੀ ਹੋਈ ਹੈ। ਫਿਰ ਮਹਾਰਾਜ ਨੇ ਕ੍ਰਮਵਾਰ ਸਭ ਰਾਗਾਂ ਵਿੱਚ ਬਾਣੀ ਸਤਿਗੁਰਾਂ ਜੀ ਨੇ ਲਿਖਤੀ ਰੂਪ ਵਿੱਚ ਕਲਮਬੰਦ ਕਰਾਈ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਸਾਰੀ ਬਾਣੀ ਸਤਿਗੁਰਾਂ ਨੇ ਲਿਖਾਰੀ ਲਾ ਕਰਕੇ ਕਲਮਬੰਦ ਕਰਾਈ ਸੀ। ਇਹੀ ਨਿਯਮ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰੱਖਿਆ ਤੇ ਫਿਰ ਉਹ ਪੋਥੀਆਂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਦਾ ਖਜ਼ਾਨਾ ਜਿਹੜਾ ਸੀ ਨਾ, ਜੋ ਮਹਾਰਾਜ ਫਿਰ ਆਖਿਆ ਨਾ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਅਸੀਂ ਆਪਣੇ ਦਾਦਿਆਂ ਪੜਦਾਦਿਆਂ ਦਾ ਖਜ਼ਾਨਾ ਜਿਹੜਾ ਸੀ ਖੋਲ ਕਰਕੇ ਤੱਕਿਆ। ਇਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਵਾਕ ਕਹੇ ਸੀ ਸਤਿਗੁਰਾਂ ਜੀ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਮੋਹਨ ਦੇ ਤਾਈ ਕਿ ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਤੇ ਫਿਰ ਬਾਬਾ ਮੋਹਨ ਜੀ ਨੇ ਆਖਿਆ ਮਹਾਰਾਜ ਮੈਨੂੰ ਵੀ ਕਿਰਪਾ ਕਰੋ। ਸਤਿਗੁਰਾਂ ਜੀ ਨੇ ਆਖਿਆ ਕਿ ਪੁੱਤਰ ਮੋਹਨ ਤੇਰੇ ਤੇ ਹੁਣ ਕਿਰਪਾ ਇਹਨਾਂ ਦੇ ਪੁੱਤਰ ਕਰਨਗੇ ਅੱਗੋਂ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ, ਕਿਉਂਕਿ
ਬਾਬਾ ਮੋਹਨ ਜੀ ਨੇ ਮਹਾਰਾਜ ਦਾ ਬਚਨ ਨਾ ਸੀ ਮੰਨਿਆ। ਇਸ ਕਰਕੇ ਮਨ 'ਚ ਪਛਤਾਵਾ ਰਿਹਾ ਬਾਬਾ ਮੋਹਨ ਜੀ ਦੇ। ਤੇ ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਚਰਨੀ ਲੱਗੇ ਸੀ ਤੇ ਪੋਥੀਆਂ ਸਾਹਿਬ ਦਿੱਤੀਆਂ ਸੀ। ਜਦੋਂ ਫਿਰ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਮਹਾਰਾਜ ਦੇ ਪਵਿੱਤਰ ਸਰੂਪ ਦੀ ਰਚਨਾ ਕੀਤੀ ਹੈ, तो महाराज गुरु अंगद देव सच्चे पातशाह जी दे कोल भाई बाला जी ने ही ये गुरु नानक साहब जी ने जो उपदेशिया सी ना भाई बाला जी नूं, ਉਹ ਉਪਦੇਸ਼ ਜੋ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਉਹ ਕਹਿੰਦੇ ਹਨ ਆਪ ਬੁਝਾਏ ਸੋਏ ਬੁਝਾਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੈ ਭਾਈ ਬਾਲਾ, ਜਿਹਨੂੰ ਪਰਮੇਸ਼ਰ ਗੁਰੂ ਸਰੂਪ ਹੋ ਕਰਕੇ ਆਪ ਹੀ ਬੁਝਾਉਂਦਾ ਹੈ ਨਾ ਜਣਾਉਂਦਾ ਹੈ, ਆਪ ਬੁਝਾਏ ਸੋਈ ਬੂਝੈ, ਉਹ ਬੁਝ ਲੈਂਦਾ ਹੈ। ਫਿਰ ਗਿਆਨ ਦੇ ਤਾਈ ਉਹਨੂੰ ਪਤਾ ਲੱਗ ਜਾਂਦਾ ਹੈ, ਉਹ ਸਾਰੇ ਭੇਦ ਨੂੰ ਸਮਝ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰੰਕਾਰ ਨੇ ਵਾਹਿਗੁਰੂ ਨੇ ਗੁਰੂ ਸਰੂਪ ਹੋ ਕਰਕੇ ਜਿਨ੍ਹਾਂ ਨੂੰ ਬੁਝਾਇਆ ਹੈ ਆਪ ਆਪਣੇ ਸਰੂਪ ਦੇ ਤਾਈ, ਉਹ ਫਿਰ ਨਿਰੰਕਾਰ ਦੇ ਸਰੂਪ ਨੂੰ ਭਾਈ ਬਾਲਾ ਬੁਝ ਲੈਂਦੇ ਆ। ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝਾਏ। ਜਿਹਨੂੰ ਆਪ ਹੀ ਨਿਰੰਕਾਰ ਗੁਰੂ ਰੂਪ ਹੋ ਕਰਕੇ ਸਾਰੀ ਸੋਝੀ ਦੇਵੇ ਨਾ, ਉਹਨੂੰ ਫਿਰ ਸਾਰੀ ਮਹਾਰਾਜ ਕਹਿੰਦੇ ਸੋਝੀ ਪੈ ਜਾਂਦੀ ਹੈ, ਗਿਆਤ ਹੋ ਜਾਂਦੀ ਸਾਰੀ ਹੀ ਉਹਨੂੰ। ਸਾਧ ਸੰਗਤ ਜੀ ਕੀ ਹੈ ਕਿ ਭੇਦ ਖੁੱਲ ਜਾਂਦੇ ਆ, ਸਾਰੀ ਕਾਇਨਾਤ ਦਾ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ। ਉਹਨਾਂ ਦੀ ਸੁਰਤ ਵੀ ਜਿਹੜੀ ਹੈ ਮਹਾਰਾਜ ਕਹਿੰਦੇ ਜਿਹਦੀ ਆਪ ਹੀ ਮੇਰਾ ਵਾਹਿਗੁਰੂ ਜੋੜਦਾ ਨਾ, ਉਹਦੀ ਸੁਰਤ ਮਹਾਰਾਜ ਕਹਿੰਦੇ ਭਾਈ ਗੁਰੂ ਰੂਪ ਹੋ ਕਰਕੇ ਨਿਰੰਕਾਰ ਜੀ ਫਿਰ ਜੋੜ ਦਿੰਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ। ਫਿਰ ਪੜੋ ਆਰੰਭ ਤੋਂ ਮਹੱਲਾ ਪਹਿਲਾ। ਆਪ ਬੁਝਾਏ ਸੋਏ ਬੁਝਾਏ। ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਸਰੂਪ ਹੋ ਕਰਕੇ ਨਿਰੰਕਾਰ ਆਪ ਬੁਝਾਉਂਦਾ ਹੈ ਨਾ ਜਣਾਉਂਦਾ ਹੈ, ਤੇ ਫਿਰ ਸਿੱਖ ਜਿਹੜਾ ਨਾ ਬੂਝੇ ਪੁੱਛਦਾ ਹੈ ਗੁਰੂ ਜੀ ਤੋਂ। ਇਹ ਜਦੋਂ ਸੋਝੀ ਹੁੰਦੀ ਹੈ ਨਾ ਸਾਧ ਸੰਗਤ ਜੀ, ਤਾਂ ਉਦੋਂ ਹੀ ਪੂਰੇ ਸਤਿਗੁਰੂ ਜੀ ਤੋਂ ਸਿੱਖ ਭਾਵਨਾ ਨਾਲ ਬੂਝੇ ਪੁੱਛਦਾ ਹੈ, ਮਹਾਰਾਜ ਮੈਨੂੰ ਮੇਰੇ ਨਾਲ ਵਾਕਫੀ ਕਰਾਓ, ਮਹਾਰਾਜ ਮੈਂ ਕੌਣ ਆ। ਕਿਉਂਕਿ ਸਾਨੂੰ ਤਾਂ ਇਹ ਨਹੀਂ ਪਤਾ ਕਿ ਮੈਂ ਕੌਣ ਆ। ਦੇਹ ਨੂੰ ਆਪਣਾ ਆਪ ਸਮਝਿਆ ਹੈ, ਨਹੀਂ ਬਿਰਤੀ ਇਸ ਤੋਂ ਅੱਗੇ ਤੁਰਦੀ। ਜਦੋਂ ਭਾਗ ਜਾਗਦੇ ਆ ਨਾ ਮਨੁੱਖ ਦੇ, ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਿੱਖਿਆ ਦਿੱਤੀ ਭਾਈ ਬਾਲਾ ਜੀ ਨੂੰ ਕਿ ਇਹ ਭਾਈ ਬਾਲਾ ਨਿਰੰਕਾਰ ਜਦੋਂ ਪ੍ਰੇਰਨਾ ਕਰਦੇ ਆ ਉਦੋਂ ਜੀਵ ਦੇ ਭਾਗ ਜਾਗ ਪੈਂਦੇ। ਜਾਣੋ ਕਿ ਉਹਦੇ ਤਾਈਂ ਪਰਮੇਸ਼ਰ ਫਿਰ ਬੁਝਾਉਣਾ ਹੀ ਚਾਹੁੰਦੇ ਆ, ਉਹਨੂੰ ਜਨਾਉਣਾ ਹੀ ਚਾਹੁੰਦੇ ਆ। ਐਵੇਂ ਨਹੀਂ ਸਤ ਸੰਗਤ ਪ੍ਰਾਪਤ ਹੁੰਦੀ। ਜਿਹੜਾ ਅਸੀਂ ਬਾਣੀ ਦਾ ਨਿਤਨੇਮ ਕਰਦੇ ਆ, ਕਥਾ ਕੀਰਤਨ ਪਿਆਰ ਨਾਲ ਸੁਣਦੇ ਆ, ਇਹ ਸਾਡੀ ਆਪਣੀ ਕੋਈ ਲਿਆਕਤ ਨਹੀਂ, ਇਹ ਨਿਰੰਕਾਰ ਦੀ ਮਿਹਰ ਹੈ, ਵਾਹਿਗੁਰੂ ਦੀ ਕਿਰਪਾ ਹੈ ਕਿ ਵਾਹਿਗੁਰੂ ਜੀ ਸਾਡੇ ਤੇ ਦਇਆਵਾਨ ਹਨ। ਸਾਨੂੰ ਆਪ ਹੀ ਆਪਣੇ ਸਰਗੁਣ ਸਰੂਪ ਜੋ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਨਾ, ਉਹਨਾਂ ਦੀ ਸੰਗਤ ਵਿੱਚ ਨਿਰੰਕਾਰ ਨੇ ਲੈ ਆਂਦਾ ਹੈ। ਇਹ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਵਾਕ ਨੇ ਕਿ ਜਦੋਂ ਆਪ ਬੁਝਾਉਂਦਾ ਹੈ ਨਾ ਪਰਮੇਸ਼ਰ ਗੁਰੂ ਰੂਪ ਹੋ ਕਰਕੇ, ਤੇ ਫਿਰ ਸਿੱਖ ਭਾਵਨਾ ਨਾਲ ਬੂਝੇ ਪੁੱਛਦਾ ਹੈ ਪੂਰੇ ਗੁਰੂ ਜੀ ਦੇ ਤਾਈ। ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝਾਏ। ਜਿਹਨੂੰ ਫਿਰ ਆਪ ਸੁਝਾ ਦੇਵੇ, ਸੋਝੀ ਦੇਵੇ, ਸੁਰਤ ਦੇਵੇ, ਉਹਨੂੰ ਫਿਰ ਸਾਰੀ ਸੁਰਤ ਹੋ ਜਾਂਦੀ ਹੈ, ਸਾਰੀ ਸੋਝੀ ਪੈ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਸਾਧ ਸੰਗਤ ਜੀ ਗਿਆਨ ਦਿੰਦੇ ਐ, ਬਖਸ਼ਿਸ਼ ਹੀ ਕਰਦੇ ਆ ਨਾ ਆਪਣੇ ਸ਼੍ਰੀ ਕੰਠ ਤੋਂ, ਕਹਿੰਦੇ ਐ ਕਿ ਭਾਈ ਸਿੱਖਾ ਨਿਹਾਲ ਹੋਇਓ, ਇੰਨੇ ਨਾਲ ਹੀ ਸਿੱਖ ਨੂੰ ਗਿਆਨ ਹੋ ਜਾਂਦਾ ਹੈ। ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਸਾਮਣ ਮੱਲ ਸਿੱਖ ਨੂੰ ਸਾਧ ਸੰਗਤ ਜੀ ਕੀ ਰੁਮਾਲ ਦਿੱਤਾ ਸੀ ਨਾ, ਕਿਹਾ ਕਿ ਲੈ ਜਿਹੜੀ ਮਰਜ਼ੀ ਸ਼ਕਤੀ ਵਰਤਾਈ ਜਾਈ ਇਹਦੇ ਨਾਲ। ਉਹਨੇ ਰਾਜੇ ਦਾ ਮੁਰਦਾ ਪੁੱਤਰ ਜਿੰਦਾ ਕੀਤਾ, ਫਿਰ ਬੜੀ ਉੱਥੇ ਉਹਦੀ ਪ੍ਰਭਤਾ ਹੋਈ, ਲੱਕੜਾਂ ਦੀ ਸੇਵਾ ਗੋਇੰਦਵਾਲ ਸਾਹਿਬ ਭੇਜੀ, ਤੇ ਉਹਨੂੰ ਫਿਰ ਜਿਹੜਾ ਸੀ ਨਾ ਉੱਥੇ ਪੂਜਾ 'ਚ ਮਨ ਲੱਗ ਗਿਆ, ਉਹਦਾ ਫਸ ਗਿਆ ਕਿ ਇੰਨਾ ਸਤਿਕਾਰ ਰਾਜਾ ਕਰੇ, ਪ੍ਰਜਾ ਕਰੇ, ਪੂਜਨੀਕ ਗੁਰੂ ਬਣ ਬੈਠਾ, ਦਿਲ ਨਾ ਕਰੇ ਗੋਇੰਦਵਾਲ ਸਾਹਿਬ ਜਾਣ ਨੂੰ। ਕਿਹਾ ਕਰੋ ਉੱਥੇ ਜਾ ਕੇ ਕੀ ਕਰਨਾ, ਫਿਰ ਮਨਾ ਇੱਥੇ ਹੀ ਠੀਕ ਹੈ, ਹੁਣ ਬੜਾ ਸੁੱਖ ਹੈ। ਉਹਨੇ ਚੇਤਾ ਹੀ ਭੁਲਾ ਲਿਆ, ਤੇ ਫਿਰ ਸਤਿਗੁਰੂ ਜੀ ਨੇ ਵੇਖਿਆ ਕਿ ਡਾਢਾ ਸਮਾਂ ਬੀਤ ਗਿਆ, ਉਹ ਤਾਂ ਉੱਥੇ ਫਸ ਗਿਆ ਮੋਹ ਦੇ ਵਿੱਚ। ਉਹ ਰੁਮਾਲ ਵਿੱਚ ਸ਼ਕਤੀ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਪਾਈ ਹੋਈ ਸੀ ਨਾ, ਮਹਾਰਾਜ ਨੇ ਸ਼ਕਤੀ ਐ ਖਿੱਚ ਲਈ, ਉਹ ਖਾਲੀ ਰੁਮਾਲ ਦਾ ਰੁਮਾਲ ਹੀ ਰਹਿ ਗਿਆ। ਫਿਰ
ਜਿਵੇਂ ਬੱਚੇ ਉਹ ਨਲਕੀ ਲਾ ਕੇ ਪਾਣੀ ਨਹੀਂ ਖਿੱਚ ਲੈਂਦੇ, ਇਉਂ ਮਹਾਰਾਜ ਨੇ ਖਿੱਚ ਲਈ ਸ਼ਕਤੀ, ਰੁਮਾਲ ਖਾਲੀ ਰਹਿ ਗਿਆ, ਉਹਨੂੰ ਪਤਾ ਲੱਗ ਗਿਆ ਹੁਣ ਨਹੀਂ ਵਰਤਦੀ ਸ਼ਕਤੀ। ਫਿਰ ਮਹਾਰਾਜ ਦੇ ਚਰਨਾਂ 'ਚ ਆਇਆ ਸੀਗਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਭਾਈ ਵਾਹਿਗੁਰੂ ਆਪ ਕਿਰਪਾ ਕਰਦੇ ਆ ਨਾ ਤੇ ਝੱਟ ਹੀ ਉਹ ਸਿੱਖ ਦੇ ਉੱਤੇ ਸਾਧ ਸੰਗਤ ਜੀ ਬਖਸ਼ਿਸ਼ ਵਰਤ ਜਾਂਦੀ ਹੈ। ਇਹ ਨਿਰੰਕਾਰ ਦੀ ਬਖਸ਼ਿਸ਼ ਹੈ ਗੁਰੂ ਰੂਪ ਹੋ ਕਰਕੇ, ਕਿਉਂਕਿ ਗੁਰੂ ਸਾਹਿਬ ਕੋਈ ਹੋਰ ਨਹੀਂ ਹਨ, ਆਪ ਖੁਦ ਨਿਰੰਕਾਰ ਹਨ, ਪਰਮੇਸ਼ਰ ਹਨ ਸੱਚੇ ਪਾਤਸ਼ਾਹ ਜੀ। ਸਰਗੁਣ ਰੂਪ ਧਾਰਿਆ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਬਾਲਾ ਇਹ ਜਿਹਨੂੰ ਆਪ ਹੀ ਕਿਰਪਾ ਕਰਕੇ ਸਜਾਉਂਦੇ ਆ, ਸੋਝੀ ਦਿੰਦੇ ਆ ਗੁਰੂ ਰੂਪ ਹੋ ਕਰਕੇ ਵਾਹਿਗੁਰੂ ਜੀ, ਉਹਨੂੰ ਸਾਰੀ ਸੋਝੀ ਹੋ ਜਾਂਦੀ ਹੈ। ਇਹ ਸਾਰੀ ਕਾਇਨਾਤ ਜਿਹੜੀ ਹੈ ਹਸਤਾਮਲਵਤ ਉਹਨਾਂ ਨੂੰ ਸਾਧ ਸੰਗਤ ਜੀ ਗਿਆਨ ਹੋ ਜਾਂਦਾ ਹੈ। ਇਹ ਮਹਾਰਾਜ ਕਹਿੰਦੇ ਬਖਸ਼ਿਸ਼ ਹੁੰਦੀ ਹੈ ਭਾਈ ਬਾਲਾ ਜਦੋਂ ਆਪ ਗੁਰੂ ਰੂਪ ਹੋ ਕਰਕੇ ਨਿਰੰਕਾਰ ਬਖਸ਼ਿਸ਼ ਕਰਦੇ ਆ। ਕਹਿ ਕਹਿ ਕਥਨਾ ਮਾਇਆ ਲੁਝੈ। ਜਿਹੜਾ ਹਜੂਰ ਕਹਿੰਦੇ ਕਈਆਂ ਹੋਈਆਂ ਅੱਗੇ ਕਥਾਵਾਂ ਦਾ ਕਥਨ ਕਰਨਾ, ਜਿਵੇਂ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, ਉਹ ਬਿਆਸ ਜੀ ਆਦਿਕ ਦੀਆਂ ਕਈਆਂ ਹੋਈਆਂ ਕਥਾਵਾਂ ਨੇ ਨਾ, ਉਹ ਮਹਾਰਾਜ ਕਹਿੰਦੇ ਕਈਆਂ ਹੋਈਆਂ ਕਥਾਵਾਂ ਦਾ ਕਹਿ ਕਹਿ ਕੇ ਫਿਰ ਅੱਗੇ ਜਿਹੜਾ ਕਥਨ ਕਰਨਾ ਹੈ, ਆਪ ਕਮਾਈ ਨਾ ਕਰਨੀ। ਜਿਹੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਨਾ, ਉਹ ਸਾਧ ਸੰਗਤ ਜੀ ਆਪ ਜਿੰਨਾ ਕਥਾ ਦਾ ਕਰਨਾ ਆਪਣੇ ਮਨ ਤੇ ਟਿਕਾਉਣਾ ਹੈ। ਜਿਹੜਾ ਵੀ ਸਤਿਗੁਰਾਂ ਦਾ ਉਪਦੇਸ਼ ਹੈ ਉਹ ਆਪਣੇ ਮਨ ਨੂੰ ਪ੍ਰਬੋਧਣਾ ਹੈ ਤੇ ਫਿਰ ਕਮਾਈ ਕਰਨੀ ਹੈ, ਗੁਰੂ ਸ਼ਬਦ ਦੀ ਕਮਾਈ ਕਰਨੀ। ਤੇ ਮਹਾਰਾਜ ਨੇ ਕਿਹਾ ਕਿ ਭਾਈ ਬਾਲਾ ਜਿਹੜੇ ਕਮਾਈ ਨਹੀਂ ਕਰਦੇ ਗੁਰੂ ਜੀ ਦੇ ਸ਼ਬਦ ਦੀ, ਕਹਿ ਕਹਿ ਕਥਨਾ, ਉਹ ਕਈਆਂ ਹੋਈਆਂ ਕਥਾਵਾਂ ਸੁਣ ਸੁਣ ਕੇ, ਕੋਈ ਪੜ ਪੜ ਕੇ ਤੇ ਫਿਰ ਅੱਗੇ ਕਹਿ ਕਹਿ ਕੇ ਉਹਦਾ ਕਥਨ ਜਿਹੜਾ ਹੈ ਕਰਦੇ ਰਹਿੰਦੇ ਆ। ਕਹਿ ਕਹਿ ਕਥਨਾ ਮਾਇਆ ਲੁਝੈ। ਤੇ ਮਾਇਆ ਨਾਲ ਹੀ ਮਹਾਰਾਜ ਕਹਿੰਦੇ ਭਾਈ ਫਿਰ ਉਹਨਾਂ ਦਾ ਚਿੱਤ ਫਸਿਆ ਰਹਿੰਦਾ ਹੈ, ਮਾਇਆ ਕਰਕੇ ਲੁਝੇ ਝਗੜਦੇ ਰਹਿੰਦੇ ਆ। ਇਹੋ ਜੀ ਹਾਲਤ ਹੁੰਦੀ ਹੈ ਕਿਉਂਕਿ ਫਿਰ ਉਹਨਾਂ ਨੂੰ ਇਹੋ ਜਿਹਾ ਮਨ ਸਾਧ ਸੰਗਤ ਜੀ ਸੰਸਾਰਾਕਾਰ ਹੋਇਆ ਰਹਿੰਦਾ ਹੈ ਤੇ ਉਹ ਕਥਾ ਚੋਂ ਵੀ ਮਾਇਆ ਦੀ ਹੀ ਸੰਕਲਪ ਇੱਛਾ ਰੱਖਦੇ ਆ। ਬਹੁਤ ਸਾਰਾ ਇਉਂ ਪੜ ਪੜ ਕੇ ਹੀ ਆਪਣੇ ਨਾਮ ਨਾਲ ਨਾ, ਭਾਵੇਂ ਕਿ ਕਿਸੇ ਜਿਹੜਾ ਯੂਨੀਵਰਸਿਟੀ ਨੇ ਇਹ ਡਿਗਰੀ ਨਾ ਦਿੱਤੀ ਹੋਵੇ ਪ੍ਰੋਫੈਸਰ ਦੀ ਜਾਂ ਡਾਕਟਰ ਦੀ, ਉਹ ਅੱਗੋਂ ਕਹਿੰਦੇ ਅਸੀਂ ਕਿਤਾਬਾਂ ਬੜੀਆਂ ਪੜ੍ਹ ਲਈਆਂ ਤੇ ਕਿਤਾਬਾਂ ਪੜ ਪੜ ਕੇ ਫਿਰ ਆਮ ਜਿਹੜੇ ਲੋਕ ਹੈ ਬਹੁਤ ਤਾਤ ਵਿੱਚ ਉਹਨਾਂ ਨੂੰ ਸਤਿਕਾਰ ਨਾਲ ਡਾਕਟਰ ਤੇ ਪ੍ਰੋਫੈਸਰ ਦਾ ਕੇ ਕਹਿਣ ਲੱਗ ਪੈਂਦੇ ਆ। ਭੁਲੇਖੇ ਦਾ ਸ਼ਿਕਾਰ ਹੋ ਕੇ ਉਹ ਵੀ ਆਪਣੇ ਆਪ ਨੂੰ ਡਾਕਟਰ ਤੇ ਪ੍ਰੋਫੈਸਰ ਹੀ ਸਮਝ ਬੈਠਦੇ ਆ। ਹਾਲਾਂਕਿ ਇਹੋ ਜਿਹੇ ਵਿਦਵਾਨ ਜਿਹੜੇ ਸਾਧ ਸੰਗਤ ਜੀ ਮਾਨਤਾ ਪ੍ਰਾਪਤ ਹੁੰਦੇ ਆ, ਜਿਨ੍ਹਾਂ ਨੇ ਸੱਚਮੁੱਚ ਹੀ ਵਿੱਦਿਆ ਪੜ੍ਹੀ ਹੈ, ਮਹਾਰਾਜ ਕਹਿੰਦੇ ਭਾਈ ਤਾਂ ਵੀ ਜੇ ਪੜ੍ਹੇ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੈ ਹਰ ਕੋ ਨਾਮਾ। ਗੁਰੂ ਤੇਗ ਬਹਾਦਰ ਸਾਹਿਬ ਦੇ ਵਾਕ ਨੇ ਕਿ ਪੜ੍ਹਨ ਦਾ ਗੁਣ ਤਾਂ ਹੈ ਨਾ ਕਿ ਜੇ ਵਾਹਿਗੁਰੂ ਦੇ ਨਾਮ ਨੂੰ ਸਿਮਰੇ ਤਾਂ, ਚੇਤੇ ਕਰੇ ਤਾਂ, ਆਪ ਕਮਾਈ ਕਰੇ ਤਾਂ। ਤੇ ਜੇ ਆਪ ਕਮਾਈ ਤੋਂ ਸਖਣਾ ਹੈ ਫਿਰ ਮਹਾਰਾਜ ਨੇ ਕਿਹਾ ਹੈ ਕਿ ਭਾਈ ਬਾਲਾ ਉਹ ਤਾਂ ਕਹਿ ਕਹਿ ਕਥਨਾ, ਕਹਿ ਕਹਿ ਕੇ ਕਈਆਂ ਹੋਈਆਂ ਕਥਾਵਾਂ ਨੂੰ ਜਿਹੜੀਆਂ ਅੱਗੇ ਕਈਆਂ ਨੇ ਵਿਦਵਾਨਾਂ ਨੇ ਉਹ ਸੁਣ ਸੁਣ ਕੇ ਅੱਗੇ ਫਿਰ ਹੋਰ ਕਹੀ ਜਾਂਦੇ ਆ, ਕਥਨ ਕਰੀ ਜਾਂਦੇ ਆ। ਪਰ ਮਹਾਰਾਜ ਕਹਿੰਦੇ ਮਾਇਆ ਲੁਝੈ, ਮਾਇਆ ਦੇ ਵਿੱਚ ਹੀ ਉਹ ਲੁਝੈ ਝਗੜਦੇ ਰਹਿੰਦੇ ਆ। ਇਉਂ ਮੈਨੂੰ ਘੱਟ ਕਿਉਂ ਮਿਲੀ ਹੈ, ਮੈਨੂੰ ਜ਼ਿਆਦਾ ਮਿਲਣੀ ਚਾਹੀਦੀ ਹੈ, ਮੇਰਾ ਇੰਨੇ ਨਾਲ ਨਹੀਂ ਜਿਹੜਾ ਹੈ ਪੂਰਾ ਪੈਂਦਾ, ਅਸੀਂ ਮਸ਼ਹੂਰ ਜੂ ਹੋਏ, ਇਸ ਤਰ੍ਹਾਂ ਅਸੀਂ ਥੋੜੇ ਪੈਸਿਆਂ ਨਾਲ ਨਹੀਂ ਜਾਈਦਾ। ਇਉਂ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਭਾਈ ਕੀ ਪ੍ਰਾਪਤ ਹੋਣਾ ਹੈ ਅੰਦਰਲਾ ਗਿਆਨ। ਭਾਈ ਵਾਲਾ ਉਹ ਤਾਂ ਮਾਇਆ ਦੇ ਵਿੱਚ ਹੀ ਉਹਨਾਂ ਦੇ ਚਿੱਤ ਦੇ ਸੰਕਲਪ ਜਿਹੜੇ ਅੜੇ ਰਹਿੰਦੇ ਆ ਤੇ ਲੂਝੇ ਲੜਦੇ ਝਗੜਦੇ ਰਹਿੰਦੇ ਆ ਮਾਇਆ ਕਰਕੇ। ਹੁਕਮੇ ਸਗਲ ਕਰੇ ਆਕਾਰ, ਜਿਨ੍ਹਾਂ ਨੂੰ ਚਿੱਤ ਸ਼ਾਂਤ ਹੋ ਜਾਂਦਾ ਕਮਾਈ ਕਰਕੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਾਹਿਗੁਰੂ ਨੇ ਹੁਕਮ ਵਿੱਚ ਹੀ ਇਹ ਸਾਰੇ ਸਥੂਲ ਸੂਖਸ਼ਮ ਆਕਾਰ ਜਿਹੜੇ ਆ ਨਾ ਉਹ ਕੀਤੇ ਹੋਏ ਆ। ਵਾਹਿਗੁਰੂ ਦੇ ਹੁਕਮ ਵਿੱਚ ਸਭ ਕੁਝ ਵਰਤ ਰਿਹਾ, ਜਿਨ੍ਹਾਂ ਦਾ ਕਮਾਈ ਕਰਕੇ ਚਿੱਤ ਸ਼ਾਂਤ ਹੁੰਦਾ ਏ। ਆਪੇ ਜਾਣੈ ਸਰਬ ਵਿਚਾਰ, ਆਪ ਹੀ ਵਾਹਿਗੁਰੂ ਸਾਰੇ ਜੀਆਂ ਦੀ ਵਿਚਾਰ ਜਾਣਦਾ ਕਿ ਕੌਣ ਤ੍ਰਿਸ਼ਨਾਲੂ ਹੈ ਤੇ ਕੌਣ ਸਾਧ ਸੰਗਤ ਜੀ ਤ੍ਰਿਸ਼ਨਾ ਮੁਕਤ ਹੈ। ਕਹਿਣ ਨੂੰ ਤਾਂ ਫਿਰ ਅਸੀਂ ਵੀ ਕਹੀ ਜਾਂਦੇ ਆ ਨਾ ਕਿ ਨਹੀਂ ਸਾਨੂੰ ਕੋਈ ਲਾਲਚ ਨਹੀਂ, ਪਰ ਹਜੂਰ ਕਹਿੰਦੇ ਤਾਂ ਸਭ ਜੀਆਂ ਦੀ ਵਿਚਾਰ ਵਾਹਿਗੁਰੂ ਆਪ ਹੀ ਜਾਣਦਾ ਹੈ
ਕਿ ਕਿਹੜਾ ਕਿੰਨਾ ਵਿਕਾਰਾਂ ਤੋਂ ਛੁੱਟਿਆ ਹੋਇਆ ਕਿਹਦਾ ਚਿੱਤ, ਤੇ ਕਿਹੜਾ ਕਿੰਨਾ ਵਿਕਾਰਾਂ ਦੇ ਵਿੱਚ ਚਿੱਤ ਜਿਹੜਾ ਹੈ ਉਹ ਗਲਤਾਨ ਹੋਇਆ ਪਿਆ ਹੈ। ਸਾਰੇ ਜੀਆਂ ਦੀ ਵਿਚਾਰ ਵਾਹਿਗੁਰੂ ਜੀ ਆਪ ਹੀ ਜਾਣਦੇ ਹੈ ਕਿ ਕਿਹੜਾ ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਕਿਹਦੇ ਵਿੱਚ ਕਿਹੋ ਜਿਹਾ ਸੁਭਾਅ ਹੈ। ਬਾਹਰੋਂ ਤਾਂ ਧਰਮਾਤਮਾ ਬਣਨਾ ਬੜਾ ਸੌਖਾ ਏ, ਤੇ ਸਰੂਪ ਬਣਾ ਕਰਕੇ ਧਰਮ ਵਾਲਾ ਸੰਸਾਰ ਦੇ ਅੰਦਰ ਆਪ ਦਾ ਚਿਹਰਾ ਜਿਹੜਾ ਹੈ ਧਾਰਮਿਕ ਪ੍ਰਗਟ ਕਰਨਾ ਇਹ ਵੀ ਬੜਾ ਹੀ ਸੁਖਾਲਾ ਏ। ਪਰ ਸਤਿਗੁਰੂ ਜੀ ਕਹਿੰਦੇ ਜਿਹੜੀ ਅੰਦਰ ਦੀ ਜੀਵ ਦੀ ਵਿਚਾਰ ਹੈ ਨਾ, ਉਹ ਵਾਹਿਗੁਰੂ ਆਪ ਹੀ ਜਾਣਦਾ ਹੈ ਕਿ ਅੰਦਰੋਂ ਇਹ ਕਿੰਨਾ ਕੁ ਧਰਮੀ ਹੈ, ਕਿੰਨਾ ਕੁ ਇਹਦਾ ਚਿੱਤ ਨਿਰਲੇਪ ਵੈ, ਕਿੰਨਾ ਕੁ ਇਹ ਤ੍ਰਿਸ਼ਨਾ ਤੋਂ ਮੁਕਤ ਵੈ, ਕਿੰਨਾ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਹੈ। ਕਹਿਣ ਨੂੰ ਤਾਂ ਬੜਾ ਸੌਖਾ ਹੈ, ਨਾ ਜੀ ਅਸੀਂ ਥੋੜਾ ਲਾਲਚੀ ਹਾਂ। ਕੌਣ ਮੰਨਦਾ ਕਿ ਮੈਂ ਲਾਲਚੀ ਹਾਂ? ਕੌਣ ਮੰਨਦਾ ਮੈਂ ਤ੍ਰਿਸ਼ਨਾਲੂ ਹਾਂ? ਕੌਣ ਮੰਨਦਾ ਮੈਂ ਕਾਮੀ ਹਾਂ? ਇਹ ਤਾਂ ਗੁਰਮੁਖਾਂ ਨੂੰ ਮਹਾਰਾਜ ਸੋਝੀ ਦੇ ਦਿੰਦੇ ਸੱਚੇ ਪਾਤਸ਼ਾਹ ਜੀ। ਸਾਰੇ ਔਗਣਾਂ ਤੋਂ ਮੁਕਤ ਹੁੰਦੇ ਐ, ਪਰ ਫਿਰ ਵੀ ਕਹਿੰਦੇ ਆ ਕਿ ਮਹਾਰਾਜ ਮੈਂ ਤਾਂ ਬੜਾ ਹੀ ਕਾਮੀ ਹਾਂ, ਬੜਾ ਹੀ ਕ੍ਰੋਧੀ ਹਾਂ, ਬੜਾ ਹੀ ਲਾਲਚੀ ਹਾਂ, ਮਹਾਰਾਜ ਔਗਣਾਂ ਦਾ ਹੀ ਭਰਿਆ ਹੋਇਆ ਹਾਂ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਬਖਸ਼ ਲਓ। ਜਿਹਦੇ ਅੰਦਰ ਇਹੋ ਜੀ ਨਿਰਮਾਣਤਾ ਆਉਂਦੀ ਹੈ, ਉਹਦੇ ਨਿਮਰਤਾ ਦੇ ਵਿਚਾਰ ਨੂੰ ਵੀ ਵਾਹਿਗੁਰੂ ਆਪ ਹੀ ਜਾਣਦੇ ਹੈ ਕਿ ਕਿੰਨਾ ਇਹ ਗੁਣਾਂ ਨੂੰ ਧਾਰਨ ਕਰਕੇ ਫਿਰ ਆਪਣੇ ਆਪ ਨੂੰ ਔਗਣਾ ਦੇ ਸਹਿਤ ਕਹਿੰਦਾ ਮਹਾਰਾਜ ਮੇਰੇ ਵਿੱਚ ਬੜੇ ਹੀ ਔਗਣ ਹੈ। ਅਸਲ ਵਿੱਚ ਸਾਧ ਸੰਗਤ ਜੀ ਉਹਨਾਂ 'ਚ ਗੁਣ ਹੀ ਗੁਣ ਫਿਰ ਆ ਜਾਂਦੇ ਹੈ। ਸੱਚਮੁੱਚ ਉਹਨਾਂ 'ਚ ਵਕਾਰ ਹੁੰਦੇ ਹੀ ਨਹੀਂ, ਪਰ ਇਹ ਉਹਨਾਂ ਦੀ ਭਾਵਨਾ ਨਿਰੰਕਾਰ ਦੇ ਅੱਗੇ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਪਵਿੱਤਰ ਕਰੋ। ਅਸੀਂ ਤਾਂ ਪਤਿਤ ਹਾਂ ਮਹਾਰਾਜ, ਬਹੁਤ ਮਲੀਨ ਆ। ਇਉਂ ਜਿਨ੍ਹਾਂ ਦੇ ਮਨ ਦੀ ਭਾਵਨਾ ਹੈ ਸੁੱਚੀ, ਉਹ ਵੀ ਵਾਹਿਗੁਰੂ ਆਪ ਹੀ ਜਾਣਦੇ ਹੈ। ਜਿਨ੍ਹਾਂ ਦੇ ਅੰਦਰ ਮੈਲੀ ਇੱਛਾ ਹੈ, ਉਹ ਵੀ ਵਿਚਾਰ ਮਹਾਰਾਜ ਕਹਿੰਦੇ ਭਾਈ ਬਾਲਾ ਵਾਹਿਗੁਰੂ ਆਪ ਹੀ ਜਾਣਦੇ ਹਨ। ਅੱਖਰ ਨਾਨਕ ਅਖਿਓ ਆਪ। ਇਹ ਜਿਹੜਾ ਅੱਖਰ ਹੈ ਨਾ ਸ਼ਬਦ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਬਾਲਾ ਸਾਨੂੰ ਆਪ ਨਿਰੰਕਾਰ ਨੇ ਬਖਸ਼ਿਸ਼ ਕੀਤਾ ਹੈ। ਇਹ ਸ਼ਬਦ ਦੀ ਦਾਤ ਨਿਰੰਕਾਰ ਨੇ ਆਪ ਸਾਨੂੰ ਜਿਹੜੀ ਆ ਆਖੀ ਆ ਦੇਣਾ ਕੀਤੀ ਆਖ ਕਰਕੇ। ਲਹਿ ਭਰਾਂਤ ਹੋਵੇ ਜਿਸ ਦਾਤ। ਤੇ ਲੈ ਜਾਂਦੀ ਹੈ ਭਰਾਂਤੀ ਭਰਮ ਦੀ, ਜਿਹਨੂੰ ਇਹ ਦਾਤ ਮਹਾਰਾਜ ਕਹਿੰਦੇ ਪ੍ਰਾਪਤ ਹੁੰਦੀ ਹੈ ਸ਼ਬਦ ਦੀ ਗੁਰੂ ਪੂਰੇ ਗੁਰੂ ਜੀ ਤੋਂ। ਤੇ ਫਿਰ ਪੜਿਓ ਅੱਖਰ ਲਹਿ ਭਰਾਂਤ ਅੱਖਰ ਨਾਨਕ। ਅੱਖਰ ਨਾਨਕ ਅਖਿਓ ਆਪ। ਸਤਿਗੁਰੂ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਅੱਖਰ ਜਿਹੜਾ ਨਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪ ਆਖਿਆ ਮਹਾਰਾਜ ਸਾਨੂੰ, ਆਪ ਕਿਰਪਾ ਕਰਕੇ ਆਪਣੇ ਸ਼੍ਰੀ ਕੰਠ ਤੋਂ ਉਪਦੇਸ਼ ਦਿੱਤਾ। ਤੇ ਗੁਰੂ ਸਾਹਿਬ ਨੇ ਆਖਿਆ ਕਿ ਭਾਈ ਬਾਲਾ ਇਹ ਜਿਹੜਾ ਅੱਖਰ ਹੋਇਆ ਨਾ ਸ਼ਬਦ, ਇਹ ਮਹਾਰਾਜ ਨੇ ਕਿਹਾ ਆ ਖਰਨ ਤੋਂ ਰਹਿਤ ਵੈ, ਨਾਸ਼ ਹੋਣ ਤੋਂ ਰਹਿਤ ਹੈ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾ ਹੈ। ਮਹਾਰਾਜ ਦਾ ਉਪਦੇਸ਼ ਜਿਹੜਾ ਇਹ ਖਰਨ ਤੋਂ ਰਹਿਤ ਹੈ। ਸਾਧ ਸੰਗਤ ਜੀ, ਸ਼ਬਦਾਂ ਦੁਆਰਾ ਮਹਾਰਾਜ ਨੇ ਪ੍ਰਗਟ ਕਰਕੇ ਜ਼ਰੂਰ ਸੰਸਾਰ ਦਾ ਭਲਾ ਕੀਤਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ, ਪਰ ਇਹ ਸ਼ਬਦ ਅਨਾਦੀ ਹੈ, ਮਰਨ ਤੋਂ ਰਹਿਤ ਹੈ। ਜਿਹੜੇ ਕਹਿੰਦੇ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਨਾਲ ਜਾਂ ਅੱਗ ਲਾਉਣ ਨਾਲ ਮਹਾਰਾਜ ਦਾ ਸੱਚੇ ਪਾਤਸ਼ਾਹ ਦੇ ਸਰੂਪ ਦੀ ਨਿਰਾਦਰੀ ਕੀਤੀ ਹੈ, ਮੂਰਖ ਨਹੀਂ ਜਾਣਦੇ ਕਿ ਸ਼ਬਦ ਸੜ ਨਹੀਂ ਸਕਦਾ, ਸ਼ਬਦ ਨੂੰ ਪਾਣੀ ਗਾਲ ਨਹੀਂ ਸਕਦਾ, ਸ਼ਬਦ ਨੂੰ ਕੋਈ ਡੋਬ ਨਹੀਂ ਸਕਦਾ, ਕਿਉਂਕਿ ਸ਼ਬਦ ਆਪਣੇ ਆਪ ਵਿੱਚ ਬ੍ਰਹਮ ਹੈ। ਸ਼ਬਦ ਆਪਣੇ ਆਪ ਵਿੱਚ ਜਿਹੜਾ ਹੈ ਉਹਨੂੰ ਸੱਚ ਵੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਉਪਦੇਸ਼ ਦਿੱਤਾ ਭਾਈ ਬਾਲਾ ਜੀ ਨੂੰ, ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਾਨੂੰ ਆਖਿਆ ਕਿ ਇਹ ਜਿਹੜਾ ਨਾ ਉਪਦੇਸ਼ ਭਾਈ ਬਾਲਾ ਇਹ ਖਰਨ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ। ਤੇ ਇਹ ਆਪ ਹੀ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ, ਪਹਿਲਾ ਅਰਥ ਕਿ ਆਪ ਨਿਰੰਕਾਰ ਨੇ ਸਾਨੂੰ ਭਾਈ ਬਾਲਾ ਬਖਸ਼ਿਆ ਏ। ਤੇ ਫਿਰ ਮਹਾਰਾਜ ਨੇ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਥਾਏ ਕਿਹਾ ਕਿ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਇਹ ਆਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਬਖਸ਼ਿਆ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਇਹ ਖਰਨ ਤੋਂ ਰਹਿਤ ਹੈ ਸ਼ਬਦ ਦਾ ਉਪਦੇਸ਼, ਤੇ ਆਪ ਨਿਰੰਕਾਰ ਨੇ ਸਾਨੂੰ ਬਖਸ਼ਿਸ਼ ਕੀਤਾ ਏ। ਲਹਿ ਭਰਾਂਤ ਹੋਵੇ ਜਿਸ ਦਾਤ। ਜਿਸ ਉੱਤੇ ਸ਼ਬਦ ਦੀ ਦਾਤ ਹੁੰਦੀ ਹੈ ਨਾ, ਜਿਹਨੂੰ ਨਿਰੰਕਾਰ ਸ਼ਬਦ ਦੀ ਦਾਤ ਭਾਈ ਬਾਲਾ ਦਿੰਦੇ ਆ ਨਾ, ਉਹਦਾ ਫਿਰ ਜੰਮਣ ਮਰਨ ਦਾ ਭਰਮ ਸਾਰਾ ਲੱਥ ਜਾਂਦਾ ਹੈ। ਭ੍ਰਾਂਤੀ ਜਿਹੜੀ ਪਈ ਹੋਈ ਹੈ ਨਾ, ਭਰਮ,
ਕਿ ਮੈਂ ਜਿੰਦਾ ਰਹਾਂਗਾ, ਜਗਤ ਸੱਤਵ ਹੈ। ਇਹ ਸਾਧ ਸੰਗਤ ਜੀ ਪਿਆ ਹੋਇਆ ਸਾਰਾ ਭਰਮ ਜਿਹੜਾ ਨਾ ਮਹਾਰਾਜ ਕਹਿੰਦੇ ਭ੍ਰਾਂਤੀ ਸਾਰੀ ਲੱਥ ਜਾਂਦੀ ਹੈ, ਜਿਹਨੂੰ ਆਪ ਹੀ ਵਾਹਿਗੁਰੂ ਜੀ ਗੁਰੂ ਰੂਪ ਹੋ ਕਰਕੇ ਸ਼ਬਦ ਦੀ ਦਾਤ ਦਿੰਦੇ ਆ। ਪੌੜੀ ਦੁਆਰਾ ਹਜੂਰ ਫਰਮਾਉਂਦੇ ਹੈ ਤੇ ਮਾਝ ਰਾਗ ਦੀ ਮਹਾਰਾਜ ਸੰਪੂਰਨਤਾ ਕਰਦੇ ਆ ਗੁਰੂ ਨਾਨਕ ਸਾਹਿਬ ਜੀ। ਹਾਂ ਢਾਡੇ ਵਿਕਾਰ। ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜਦੋਂ ਆਪ ਜੀ ਮਹਾਰਾਜ ਸੱਚਖੰਡ ਗਏ ਸੀ ਗਰੀਬ ਨਿਵਾਜ ਜੀ, ਉਦੋਂ ਨਿਰੰਕਾਰ ਦੇ ਕੋਲੋਂ ਕਿਵੇਂ ਆਪ ਦੇ ਉੱਤੇ ਬਖਸ਼ਿਸ਼ ਹੋਈ, ਉਹ ਮਹਾਰਾਜ ਸਾਨੂੰ ਕਿਰਪਾ ਕਰੋ ਦੱਸੋ। ਤੇ ਇਸ ਪੌੜੀ ਵਿੱਚ ਮਹਾਰਾਜ ਨੇ ਫਿਰ ਸੱਚਖੰਡ ਦਾ ਹਾਲ ਸਾਧ ਸੰਗਤ ਜੀ ਜੋ ਉੱਥੇ ਵਰਤਾਰਾ ਵਰਤਿਆ ਨਾ, ਉਹ ਮਹਾਰਾਜ ਲਿਖਿਆ। ਜਦੋਂ ਸਤਿਗੁਰੂ ਜੀ ਵੇਈ ਵਿੱਚ ਪ੍ਰਵੇਸ਼ ਹੋ ਕਰਕੇ ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਇਹ ਸਤਿਗੁਰਾਂ ਜੀ ਨੇ ਜਿਹੜਾ ਨੌ ਨਿਧੀਆਂ ਦਾ ਖਜ਼ਾਨਾ ਨਾਮ ਤੇ ਗਰੀਬੀ ਨਿਮਰਤਾ ਜਿਹੜੀ ਪਾਈ ਨਾ ਨਿਰੰਕਾਰ ਦੇ ਦਰ ਤੋਂ, ਉਹ ਸਤਿਗੁਰੂ ਜੀ ਇਸ ਪੌੜੀ ਦੇ ਅੰਦਰ ਹਜੂਰ ਗਰੀਬ ਨਿਵਾਜ ਜ਼ਿਕਰ ਕਰਦੇ ਆ ਗੁਰੂ ਨਾਨਕ ਸਾਹਿਬ ਜੀ। ਹਾਂ ਢਾਡੇ ਵਿਕਾਰ। ਮਹਾਰਾਜ ਕਹਿੰਦੇ ਸਿੱਖੋ ਅਸੀਂ ਪਰਮੇਸ਼ਰ ਦੇ ਢਾਡੀ ਜਿਹੜੇ ਸੀ ਨਾ, ਉਹਦੇ ਜਸ ਬਣ ਕੇ, ਉਹਦੇ ਦਰ ਦੇ ਕੀਰਤਨੀਏ ਬਣ ਕਰਕੇ, ਜਸ ਕਰਨ ਵਾਲੇ ਬਣ ਕਰਕੇ ਮਹਾਰਾਜ ਕਹਿੰਦੇ ਭਾਈ ਅਸੀਂ ਗਏ ਸੱਚਖੰਡ ਦੇ ਅੰਦਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਕਾਰ, ਅਸੀਂ ਕੋਈ ਵੀ ਕਾਰ ਕਰਨ ਵਾਲੇ ਨਹੀਂ ਸਾਂ। ਪਰਮੇਸ਼ਰ ਨੇ ਸਾਨੂੰ ਆਪਣੀ ਭਗਤੀ ਦੀ ਕਾਰ ਵਿੱਚ ਲਾ ਲਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਕੋਈ ਵੀ ਕਾਰ ਕਰਨ ਦੇ ਯੋਗ ਨਹੀਂ। ਵੇਖੋ ਮਹਾਰਾਜ ਦੀ ਨਿਮਰਤਾ ਹੈ ਸੱਚੇ ਪਾਤਸ਼ਾਹ ਜੀ ਦੀ। ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਢਾਡੀ ਬਣ ਕੇ, ਕੀਰਤਨੀਏ ਬਣ ਕਰਕੇ ਸਿੱਖੋ ਪਰਮੇਸ਼ਰ ਦੇ ਦਰ ਸੱਚਖੰਡ ਵਿੱਚ ਪਹੁੰਚੇ। ਤੇ ਸਾਧ ਸੰਗਤ ਜੀ ਜਿਹੜਾ ਬਾਣੀ ਦਾ ਕੀਰਤਨ ਕਰਨਾ ਨਾ, ਇਹ ਰਾਗੀ ਸਿੰਘਾਂ ਲਈ ਵੀ ਵੱਡਾ ਹੀ ਮਹਾਰਾਜ ਦਾ ਦਿੱਤਾ ਹੋਇਆ ਪ੍ਰਸਾਦ ਹੈ, ਬਹੁਤ ਵੱਡੀ ਬਖਸ਼ਿਸ਼ ਹੈ। ਕੀਰਤਨੀਏ ਨੂੰ ਜਿਹੜਾ ਸੱਚੇ ਦਿਲ ਨਾਲ ਕੀਰਤਨ ਮਹਾਰਾਜ ਜੀ ਦੀ ਬਾਣੀ ਦਾ ਕਰਦਾ ਹੈ ਨਾ, ਪ੍ਰੇਮ ਵਿੱਚ ਭਿੱਜ ਕੇ, ਉਹਦੇ ਲਈ ਹੋਰ ਥਾਂ ਨਹੀਂ ਕੋਈ ਥੱਲੇ, ਉਹਨੂੰ ਸਿੱਧੀ ਸੱਚਖੰਡ ਦੀ ਪ੍ਰਾਪਤੀ ਹੈ। ਉਹ ਸੱਚਖੰਡ ਹੀ ਜਾ ਕੇ ਸਾਧ ਸੰਗਤ ਜੀ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹੈ। ਜਦੋਂ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਉਂਦੇ ਆ ਮਨ ਬਾਣੀ ਸਰੀਰ ਕਰਕੇ ਤੇ ਪ੍ਰੀਤ ਵਿੱਚ ਭਿੱਜ ਕੇ ਮਹਾਰਾਜ ਦੀ ਬਾਣੀ ਦਾ ਕੀਰਤਨ ਕਰਦੇ ਆ। ਸਤਿਗੁਰੂ ਜੀ ਕਹਿੰਦੇ ਸਿੱਖੋ ਜਦੋਂ ਅਸੀਂ ਢਾਡੀ ਬਣੇ ਨਾ, ਹਉ ਢਾਡੀ ਬੇਕਾਰ, ਜਦੋਂ ਅਸੀਂ ਢਾਡੀ ਸਾਂ ਤੇ ਹੈ ਤਾਂ ਮਹਾਰਾਜ ਕਹਿੰਦੇ ਭਾਈ ਕੋਈ ਕਾਰ ਦੇ ਕਰਨ ਦੇ ਯੋਗ ਨਹੀਂ ਸੀਗੇ, ਪਰ ਕਾਰੈ ਲਾਇਆ। ਸਾਨੂੰ ਪਰਮੇਸ਼ਰ ਨੇ ਆਪਦੀ ਸਿਫਤ ਕਰਨ ਦੇ ਕਾਰ ਵਿੱਚ ਜਿਹੜਾ ਸੀ ਨਾ ਪ੍ਰੇਮਾ ਭਗਤੀ ਦੀ ਕਾਰ ਵਿੱਚ ਉਹ ਲਾਉਣਾ ਕੀਤਾ। ਰਾਤ ਦੇਹ ਕੈ ਵਾਰ। ਤੇ ਇਹ ਮਹਾਰਾਜ ਨੇ ਕਿਹਾ ਕਿ ਸਾਨੂੰ ਹੁਕਮ ਕੀਤਾ ਕਿ ਰਾਤ ਦਿਨ ਜਿਹੜਾ ਵਾਰ ਹੈ ਨਾ ਜਸ, ਇਹ ਮਹਾਰਾਜ ਕਹਿੰਦੇ ਸਾਨੂੰ ਆਗਿਆ ਹੋਈ ਕਿ ਆਪ ਵੀ ਕਰੋ ਤੇ ਸੰਸਾਰ ਨੂੰ ਵੀ ਰਾਤ ਦਿਨ ਹੀ ਜਸ ਦੇ ਕਰਨ ਵਿੱਚ ਲਾਓ। ਫਿਰ ਪੜੋ ਰਾਤ ਦੇਹ ਕੈ ਵਾਰ। ਵਾਰ ਜਿਵੇਂ ਸਾਧ ਸੰਗਤ ਜੀ ਇਹ ਵਾਰ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਵਾਰ ਜਿਹੜੀ ਹੈ ਨਾ ਉਹ ਯੁੱਧ ਦਾ ਨਾਮ ਹੈ। ਦੋਹਾਂ ਪਾਸਿਆਂ ਤੋਂ ਜਿਹੜੀ ਆ ਲੜਾਈ ਹੁੰਦੀ ਹੈ। ਇਹਦੇ ਵਿੱਚ ਕੀ ਹੈ, ਵਾਰ ਦੇ ਵਿੱਚ ਮੋਹ ਤੇ ਸਾਧ ਸੰਗਤ ਜੀ ਵਿਵੇਕ ਦਾ ਯੁੱਧ ਹੈ। ਇਹਦੇ ਵਿੱਚ ਮਹਾਰਾਜ ਨੇ ਵਿਵੇਕ ਦੀ ਜਿੱਤ ਤੇ ਮੋਹ ਦੀ ਹਾਰ ਵਿਖਾਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਦੇ ਅੰਦਰ ਦੈਵੀ ਸੰਪਦਾ ਦੀ ਜਿੱਤ ਤੇ ਆਸਰੀ ਸੰਪਦਾ ਦੀ ਹਾਰ ਵਿਖਾਈ ਹੈ। ਸੱਚੇ ਪਾਤਸ਼ਾਹ ਜੀ ਨੇ ਇੱਕ ਪਾਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੜਦੇ ਐ, ਇੱਕ ਪਾਸੇ ਸਤ ਸੰਤੋਖ ਦਇਆ ਧਰਮ ਗਿਆਨ ਲੜਦੇ ਐ, ਤੇ ਸਤਿਗੁਰਾਂ ਜੀ ਨੇ ਦੈਵੀ ਸੰਪਦਾ ਦੀ ਜਿੱਤ ਕਰਾਈ ਹੈ। ਇਹੋ ਜੀ ਵਾਰ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕੀਤੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਾਨੂੰ ਸਿੱਖੋ ਹੁਕਮ ਹੈ ਕਿ ਰਾਤ ਦਿਨ ਹੀ ਵਾਰ ਜਿਹੜਾ ਜਸ ਹੈ ਨਾ, ਇਹ ਮਹਾਰਾਜ ਕਹਿੰਦੇ ਭਾਈ ਕਰਨਾ ਹੈ। ਇਹ ਵਾਹਿਗੁਰੂ ਨੇ ਸਾਨੂੰ ਹੁਕਮ ਫਰਮਾਇਆ। ਧੁਰੋਂ ਹੀ ਪਰਮੇਸ਼ਰ ਨੇ ਸਾਨੂੰ ਹੁਕਮ ਫਰਮਾ ਦਿੱਤਾ, ਇਹ ਆਗਿਆ ਕਰ ਦਿੱਤੀ ਹੈ ਕਿ ਰਾਤ ਦਿਨ ਹੀ ਸਦਾ ਜਿਹੜਾ ਹੈ ਜਸ ਕਰਨਾ ਤੇ ਕਰਾਉਣਾ ਹੈ। ਢਾਢੇ ਸੱਚਾ ਮਹਲ, ਜਿਹੜਾ ਮਹਾਰਾਜ ਕਹਿੰਦੇ ਸੱਚਾ ਮਹਿਲ ਹੈ ਨਾ ਪਰਮੇਸ਼ਰ ਦਾ ਸੱਚਖੰਡ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਢਾਡੀ ਨੂੰ ਕੀਰਤਨੀਆਂ ਨੂੰ ਖਸਮ ਬੁਲਾਇਆ। ਮਹਾਰਾਜ ਕਹਿੰਦੇ ਸਾਨੂੰ ਖਸਮ ਨੇ ਆਪ ਮਾਲਕ ਨੇ ਬੁਲਾਇਆ। ਜਦੋਂ ਮਹਾਰਾਜ ਵੇਈ ਵਿੱਚ ਪ੍ਰਵੇਸ਼ ਹੋਏ ਨਾ ਇਸ਼ਨਾਨ ਕਰਨ ਵਾਸਤੇ, ਹਜੂਰ ਨੇ ਇਹੋ ਜੀ ਟੁੱਬੀ ਲਾਈ
ਕਿ ਉੱਥੇ ਭਾਈ ਸਧਾਰਨ, ਭਾਈ ਮਰਦਾਨਾ ਜੀ ਵੇਖਦੇ ਹੀ ਰਹਿ ਗਏ ਕਿ ਮਹਾਰਾਜ ਕਦੋਂ ਬਾਹਰ ਆਉਂਦੇ ਆ, ਕਦੋਂ ਬਾਹਰ ਆਉਂਦੇ ਆ। 1 2 3 ਇਉਂ ਪੈਰ ਬੀਤ ਗਏ। ਫਿਰ ਚੌਥਾ ਪੈਰ ਵੀ ਜਦੋਂ ਸਾਧ ਸੰਗਤ ਜੀ ਬੀਤਣ ਲੱਗਾ, ਰੌਲਾ ਪੈ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਸੀਂ ਢਾਡੀ ਬਣ ਕਰਕੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਢਾਡੀ ਸੱਚਾ ਮਹਿਲ, ਜਿਹੜਾ ਸੱਚਾ ਮਹਿਲ ਹੈ ਨਾ ਸੱਚਖੰਡ। ਤੋ ਸਾਧ ਸੰਗਤ ਜੀ ਇਸ ਪਾਠ ਦਾ ਭੇਦ ਆ ਥੋੜਾ ਜਿਹਾ। ਹਾਹੇ ਨੂੰ ਸਿਹਾਰੀ ਨਹੀਂ ਹੁੰਦੀ, ਜਿੱਥੇ ਸਿਹਾਰੀ ਨਾਲ ਉੱਥੇ ਪੂਰਾ ਮਹਿਲ ਸ਼ਬਦ ਆ ਜਾਂਦਾ ਹੈ, ਪਰ ਇਹ ਥੋੜਾ ਜਿਹਾ ਹੀ ਫਰਕ ਨਾਲ ਹੁੰਦਾ ਹੈ। ਮਹਲ ਕਹਾਂਗੇ ਤੇ ਫਿਰ ਇਹ ਸ਼ਬਦ ਦਾ ਜਿਹੜਾ ਨਾ ਉਚਾਰਨ ਗਲਤ ਹੋ ਜਾਂਦਾ, ਭਾਵੇਂ ਕਿ ਹੁਣ ਨਵੇਂ ਕਈ ਸਿੰਘ ਜਿਹੜੇ ਆ ਉਹਦਾ ਉਚਾਰਨ ਇਹਦਾ ਇਉਂ ਮਹਲ ਕਰਨ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਸਿੱਖਿਆ ਦੇ ਰਹੇ ਹੈ, ਪਰ ਜੋ ਸੰਪਰਦਾਇ ਪ੍ਰਣਾਲੀ ਹੈ ਉਹਦੇ ਵਿੱਚ ਇਹਨੂੰ ਥੋੜੇ ਜਿਹੇ ਫਰਕ ਨਾਲ ਮਹਿਲ ਉਚਾਰਨ ਕੀਤਾ ਜਾਂਦਾ ਹੈ। ਇੱਕ ਮਹਿਲ ਹੈ, ਇੱਕ ਮਹਲ ਹੈ। ਇਹ ਥੋੜਾ ਜਿਹਾ ਕਿ ਸਿਹਾਰੀ ਨਹੀਂ ਲੱਗਦੀ, ਪਰ ਜੇ ਆਪਾਂ ਮਹਲ ਕਹਾਂਗੇ ਜਾਂ ਮਹੱਲ ਕਹਿ ਦਾਂਗੇ, ਇਹ ਫਿਰ ਜਿਹੜਾ ਹੁਣ ਨਵੇਂ ਸਿੰਘ ਕਈ ਜਿਹੜੇ ਆ ਉਹ ਜ਼ਰੂਰ ਇਸ ਪਾਠ ਦੀ ਕਹਿੰਦੇ ਆ ਕਿ ਇਹਦਾ ਉਚਾਰਨ ਇਵੇਂ ਹੈ, ਉਹਨਾਂ ਦੀ ਆਪਣੀ ਵਿਚਾਰ ਹੈ। ਪਰ ਸੰਪਰਦਾਇ ਮਹਾਂਪੁਰਖ ਜਿਵੇਂ ਇਸ ਪਾਠ ਦਾ ਉਚਾਰਨ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਸਿਖਾਇਆ ਸਾਧ ਸੰਗਤ ਜੀ, ਅਸੀਂ ਤਾਂ ਸੰਪਰਦਾਇ ਪਾਠ ਨੂੰ ਪਹਿਲ ਦਿੰਦੇ ਆ ਕਿ ਜੋ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਤੋਂ ਪ੍ਰਣਾਲੀ ਚੱਲੀ ਹੈ ਉਹ ਪਾਠ ਜਿਹੜੇ ਆ ਉਹ ਸੁੱਧ ਨੇ। ਦੂਜੇ ਨੰਬਰ ਦਾ ਪਾਠ ਕਈ ਵਿਦਵਾਨ ਕਹਿ ਕੇ ਉਵੇਂ ਕਰਾਉਂਦੇ ਆ, ਪਰ ਸਤਿਗੁਰੂ ਜੀ ਇਉਂ ਇੱਥੇ ਬਖਸ਼ਿਸ਼ ਕਰਦੇ ਆ ਕਿ ਢਾਡੀ ਸੱਚੇ ਮਹਿਲ। ਮਹਾਰਾਜ ਕਹਿੰਦੇ ਸੱਚਾ ਮਹਿਲ ਜਿਹੜਾ ਸੱਚਖੰਡ ਹੈ ਨਾ, ਸਾਨੂੰ ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਸਾਨੂੰ ਢਾਡੀ ਨੂੰ, ਕੀਰਤਨੀਏ ਨੂੰ। ਮਹਾਰਾਜ ਕਹਿੰਦੇ ਭਾਈ ਇਉਂ ਹੋਈ ਜਦੋਂ ਪਰਮੇਸ਼ਰ ਨੇ ਫਰਮਾਉਂਦੇ ਹਨ, ਖਸਮ ਬੁਲਾਇਆ, ਖਸਮ ਮਾਲਕ ਨੇ ਜਦੋਂ ਆਪ ਹੀ ਬੁਲਾਇਆ, ਨਿਰੰਕਾਰ ਵੱਲੋਂ ਇਹ ਸਾਧ ਸੰਗਤ ਜੀ ਆਗਿਆ ਹੋਈ ਤੇ ਮਹਾਰਾਜ ਨੇ ਫਿਰ ਸੱਚਖੰਡ ਸਤਿਗੁਰਾਂ ਜੀ ਨੇ ਜਾਣਾ ਕੀਤਾ, ਵੇਈ ਵਿੱਚ ਟੁੱਬਾ ਮਾਰ ਕਰਕੇ ਸੱਚੇ ਸਿਫਤ ਸਲਾਹ, ਜਿਹੜੀ ਸੱਚੀ ਸਿਫਤ ਹੈ ਨਾ ਪਰਮੇਸ਼ਰ ਦੀ, ਮਹਾਰਾਜ ਕਹਿੰਦੇ ਉਹ ਜਿਹੜੀ ਸਲਾਹ ਕਰਨੀ ਹੈ। ਕਪੜਾ ਪਾਇਆ, ਇਹ ਕਪੜਾ ਸਿਰੋਂ ਪਾਓ ਜਿਹੜਾ ਸੀ ਨਿਰੰਕਾਰ ਨੇ ਸਾਡੇ ਗਲ ਪਾਇਆ। ਮਹਾਰਾਜ ਸਾਹਿਬ ਜੀ ਨੇ ਦੱਸਿਆ ਕਿ ਕਿਹੜਾ ਸਿਰੋਂ ਪਾਓ, ਬਖਸ਼ਿਸ਼ ਜਿਹੜੀ ਸੀ ਨਿਰੰਕਾਰ ਨੇ ਸਾਨੂੰ ਕੀਤੀ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂਪਤ ਮੇਰੀ। ਜਦੋਂ ਇਹ ਗੁਰੂ ਘਰ ਦੀ ਰਵਾਇਤ ਚੱਲੀ ਹੈ, ਵੇਖ ਲਓ ਧੁਰੋਂ ਸੱਚਖੰਡ ਤੋਂ ਚੱਲੀ ਹੈ। ਜਦੋਂ 10ਵੇਂ ਪਾਤਸ਼ਾਹ ਜੀ ਮਹਾਰਾਜ ਯੁੱਧ ਕਰ ਹਟਦੇ ਨਾ ਗਰੀਬ ਨਵਾਜ, ਫਿਰ ਸਤਿਗੁਰੂ ਜੀ ਯੁੱਧ ਫਤਿਹ ਕਰਕੇ ਦੀਵਾਨ ਸਜਾਉਂਦੇ ਸੱਚੇ ਪਾਤਸ਼ਾਹ ਜੀ। ਜਿਸ ਜਿਸ ਸੂਰਮੇ ਨੇ ਮੂੰਹ ਤੇ ਵਾਰ ਖਾਦੇ ਸਿੱਧੇ, ਛਾਤੀ ਢਾਹ ਕੇ ਲੜਿਆ, ਉਹਨੂੰ ਫਿਰ ਸਤਿਗੁਰੂ ਜੀ ਆਪਣੇ ਕੋਲੋਂ ਖਿਲਤਾਂ ਦਿੰਦੇ, ਬਖਸ਼ਿਸ਼ ਦਿੰਦੇ। ਆਪ ਮਹਾਰਾਜ ਰੇਸ਼ਮਾਈ ਸ਼ਰੋਪਾਓ ਗਲ ਵਿੱਚ ਪਾਉਂਦੇ ਤੇ ਕੇਵਲ ਸਿੱਖ ਉਸ ਨੂੰ ਕੱਪੜੇ ਦਾ ਸਰੋਪਾਓ ਨਹੀਂ ਸਮਝਦੇ ਕਿ ਮਹਾਰਾਜ ਨੇ ਲੋਕ ਪਰਲੋਕ ਵਿੱਚ ਪੱਤ ਹੀ ਢੱਕ ਲਈ। 10ਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਮੁਖੀ ਮਸੰਦਾਂ ਨੂੰ ਮਹਾਰਾਜ ਸਰੋਪਾਓ ਦਿੰਦੇ, ਬਖਸ਼ਿਸ਼ਾਂ ਕਰਦੇ। ਤੇ ਉਹ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੀ ਹੈ ਨਾ, ਜਦੋਂ ਫਿਰ ਪੀਰ ਬੁੱਧੂ ਸ਼ਾਹ ਜੀ ਆਪਦੇ ਪੁੱਤ ਸ਼ਹੀਦ ਕਰਾ ਕੇ ਮਹਾਰਾਜ ਦੇ ਸਾਹਮਣੇ ਆਏ ਸੀ ਤੇ ਸਤਿਗੁਰੂ ਗਰੀਬ ਨਵਾਜ ਨੇ ਤਖਤ ਤੋਂ ਉੱਠ ਕੇ ਕਿਹਾ ਸੀ, ਤੁਮ ਪੀਰ ਸਾਚ ਕੋ ਆਹਾ। ਗੁਰੂ ਘਰ ਦੀ ਮਰਿਆਦਾ ਜਿਹੜੀ ਧੁਰੋਂ ਸੱਚਖੰਡ ਤੋਂ ਚੱਲੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਨੂੰ ਬਖਸ਼ਿਸ਼ਾਂ ਕੀਤੀਆਂ। ਦਇਆਰਾਮ ਪ੍ਰੋਹਤ ਨੂੰ ਆਪਦਾ ਤੇਗਾ ਦਿੱਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਤੇ ਜਦੋਂ ਪੀਰ ਜੀ ਆਏ ਤੇ ਮਹਾਰਾਜ ਸਤਿਗੁਰੂ ਜੀ ਬੈਠੇ ਆਏ, ਕੋਈ ਬਖਸ਼ਿਸ਼ ਨਹੀਂ ਆਪਣੇ ਹੱਥੋਂ ਵਰਤਾ ਰਹੇ। ਤੇ ਪੀਰ ਜੀ ਨੇ ਕਿਹਾ, ਮਹਾਰਾਜ ਮੇਰੀ ਵੀ ਝੋਲੀ ਖੈਰ ਪਾਓ, ਮੈਨੂੰ ਵੀ ਸਰੋ ਪਾਓ ਦਿਓ ਆਪਣੇ ਦਰ ਤੋਂ। ਹਜੂਰ ਸੇਵਾ ਤੋਂ ਇੰਨੇ ਖੁਸ਼ ਹੋਏ, ਮਹਾਰਾਜ ਕਹਿੰਦੇ ਪੀਰ ਜੀ ਸਾਡਾ ਮਨ ਇਸ ਸੋਚ ਵਿੱਚ ਪੈ ਗਿਆ ਕਿ ਅਸੀਂ ਤੁਹਾਨੂੰ ਕੀ ਸਰੋ ਪਾਓ ਦਈਏ। ਜੇ ਮਾਇਆ ਦਿੰਨੇ ਆ ਮੁੱਕ ਜਾਏਗੀ, ਸਾਡਾ ਦਿਲ ਇਹ ਕਰ ਆਇਆ ਹੈ ਕਿ ਤੁਹਾਨੂੰ ਉਹ ਸਰੋ ਪਾਓ ਦਈਏ ਜਿਹੜਾ ਤੁਹਾਡੀਆਂ ਪੁਸ਼ਤਾਂ ਕੋਲੋਂ ਵੀ ਕਦੇ ਨਾ ਮੁੱਕੇ। ਤੇ ਪੀਰ ਬੁੱਧੂ ਸ਼ਾਹ ਜੀ ਹੱਥ ਜੋੜੇ ਆਖਿਆ, ਮਹਾਰਾਜ ਗਰੀਬ ਨੂੰ ਜੋ ਖੈਰ ਪਾਓਗੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਨਦਰੋ ਨਦਰ ਨਿਹਾਲ ਹੋ ਜਾਾਂਗੇ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਮੇਂ ਕਹਿੰਦੇ, ਪੀਰ ਜੀ ਤੁਹਾਡੀ ਕੀ ਇੱਛਾ ਏ? ਮਹਾਰਾਜ ਕੇਸੀ ਕੰਘਾ ਕਰ ਰਹੇ ਸੀ ਸੱਚੇ ਪਾਤਸ਼ਾਹ ਜੀ। ਤੇ ਸਮੇਂ ਪੀਰ ਜੀ ਕਹਿਣ ਲੱਗੇ, ਮਹਾਰਾਜ ਮੇਰੇ ਵਾਸਤੇ ਤਾਂ ਆਪ ਦਾ ਇੱਕ ਰੋਮ ਵੀ ਜਿਹਦੇ ਬਰਾਬਰ ਸਾਰੇ ਬ੍ਰਹਿਮੰਡ ਨਹੀਂ ਤੁਲ ਸਕਦੇ। ਭਾਈ ਨੰਦ ਲਾਲ ਜੀ ਨੇ ਵੀ ਵਾਕ ਕਹੇ ਹੈ, ਇੱਕ ਯਕਤਾਰ ਮੂਵੇ ਯਾਰਵਾਂ। ਮਹਾਰਾਜ ਮੈਨੂੰ ਇੱਕ ਕੰਘਾ ਹੀ ਮੇਰੀ ਝੋਲੀ ਪਾ ਦਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਏਡੇ ਖੁਸ਼ ਹੋਏ ਗਰੀਬ ਨਵਾਜ ਜੀ,
ਸੱਚੇ ਪਾਤਸ਼ਾਹ ਜੀ ਮਹਾਰਾਜ ਕੰਘਾ ਹੋਰ ਮੰਗਾ ਕੇ ਸੀਸ ਤੇ ਲਾਇਆ, ਕੇਸਾਂ ਸਮੇਤ ਹੀ ਕੰਘਾ ਜਿਹੜਾ ਸੀ ਨਾ ਪੀਰ ਬੁੱਧੂ ਸ਼ਾਹ ਦੀ ਝੋਲੀ ਪਾਤਾ ਮਹਾਰਾਜ ਜੀ ਨੇ। ਆਪਣੀ ਸਜਾਈ ਹੋਈ ਛੋਟੀ ਦਸਤਾਰ ਵੀ ਮਹਾਰਾਜ ਦਿੱਤੀ, ਫਿਰ ਆਪਦੀ ਕਿਰਪਾਨ ਗਾਤਰੇ ਵਾਲੀ ਦਿੱਤੀ ਤੇ ਹੁਕਮਨਾਮਾ ਸਾਹਿਬ ਲਿਖ ਦਿੱਤਾ ਕਿ ਸਾਡੀਆਂ ਇਹਨਾਂ ਬਖਸ਼ਿਸ਼ਾਂ ਦੇ ਜਿਹੜਾ ਵੀ ਸਿੱਖ ਦਰਸ਼ਨ ਕਰੇ ਉਹ ਜਥਾ ਸ਼ਕਤ ਮਾਇਆ ਭੇਟ ਕਰੇ। ਸਦਾ ਸਦਾ ਲਈ ਸੱਚੇ ਪਾਤਸ਼ਾਹ ਜੀ ਨੇ ਪੁਸ਼ਤਾਂ ਤੱਕ ਨਿਹਾਲ ਕਰ ਦਿੱਤਾ। ਇਹ ਗਰੀਬ ਨਵਾਜ ਦੇ ਘਰ ਦੀ ਬਖਸ਼ਿਸ਼ ਹੈ। ਇਹ ਫਿਰ ਸਾਧ ਸੰਗਤ ਜੀ ਸਿੱਖ ਦੀ ਜਦੋਂ ਇਹ ਬਖਸ਼ਿਸ਼ ਪ੍ਰਾਪਤ ਕਰਦਾ ਨਾ ਸਿੱਖ, ਉਹਨੂੰ ਦਿਸ ਪੈਂਦਾ ਮੇਰੀ ਘਾਲਣਾ ਇੰਨੀ ਨਹੀਂ ਸੀ, ਝੋਲੀ ਵੀ ਨਿੱਕੀ ਪੈ ਗਈ, ਬਖਸ਼ਿਸ਼ ਵੱਡੀ ਕਰਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਕਿਉਂਕਿ ਪੂਰੇ ਦੀ ਕੀਤੀ ਹੋਈ ਬਖਸ਼ਿਸ਼ ਅਧੂਰੀ ਨਹੀਂ ਹੁੰਦੀ, ਗੁਰ ਪੂਰਾ ਕੀਤੀ ਪੂਰੀ। ਪੂਰੀ ਬਖਸ਼ਿਸ਼ ਹੀ ਮਹਾਰਾਜ ਕਰਦੇ ਆ। ਧੁਰੋਂ ਸੱਚਖੰਡ ਤੋਂ ਇਹ ਮਰਿਆਦਾ ਚਲਾਈ ਹੈ ਗੁਰੂ ਘਰ ਦੇ ਅੰਦਰ। ਮਹਾਰਾਜ ਕਹਿੰਦੇ ਭਾਈ ਨਿਰੰਕਾਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਕਿ ਸਾਨੂੰ ਇਹ ਸਰੋਪਾਓ ਜਿਹੜਾ ਸੀ ਨਾ ਵਾਹਿਗੁਰੂ ਨੇ ਬਖਸ਼ਿਸ਼ ਕੀਤਾ। ਫਿਰ ਪੜੋ ਇਹ ਪੰਕਤੀ, ਸੱਚੇ ਸਿਫਤ ਸਾਲਾਹ। ਜਿਹੜਾ ਸਾਧ ਸੰਗਤ ਜੀ ਇਕੱਲਿਆਂ ਬਹਿ ਕਰਕੇ ਭਜਨ ਕਰਨਾ ਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਇਹਨੂੰ ਸਿਫਤ ਕਹਿੰਦੇ ਆ। ਜਿਹੜਾ ਸੰਗਤ ਵਿੱਚ ਬੈਠ ਕਰਕੇ ਕੀਰਤਨ ਕਰਨਾ ਜਾਂ ਸੁਣਨਾ, ਇਹਨੂੰ ਸਲਾਹ ਕਹਿੰਦੇ ਆ। ਮਹਾਰਾਜ ਕਹਿੰਦੇ ਭਾਈ ਇਹ ਸਾਨੂੰ ਵਾਹਿਗੁਰੂ ਦੇ ਘਰੋਂ ਬਖਸ਼ਿਸ਼ ਪ੍ਰਾਪਤ ਹੋਈ ਹੈ। ਤੇ ਸਾਧ ਸੰਗਤ ਜੀ ਜਿਵੇਂ ਇਸਲਾਮ ਦੇ ਵਿੱਚ ਵੀ ਉਹ ਪੜ੍ਹਦੇ ਹੁੰਦੇ ਆ ਹੱਲਲ ਸਲਾਹ ਹੱਲਲ ਫਲਾ, ਉਹਦਾ ਹੈ ਕਿ ਹੱਲਲ ਸਲਾਹ ਆਓ ਲਓ ਸਿਫਤ, ਹੱਲਲ ਫਲਾ ਫਲ ਮੁਕਤੀ ਨੂੰ ਕਹਿੰਦੇ, ਆਓ ਲਓ ਮੁਕਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਸਲਾਹ ਕਰਨੀ ਹੈ ਨਾ ਪਰਮੇਸ਼ਰ ਦੀ, ਕੀਰਤਨ ਕਰਨਾ ਅਤੇ ਬੰਦਗੀ ਕਰਨੀ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਇਤਿਹਾਸ ਜ਼ਿਕਰ ਕਰਦਾ ਭਾਈ ਮਰਦਾਨਾ ਜੀ ਦੀ ਸੇਵਾ ਦਾ। ਜਦੋਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਧਿਆਨ ਸਥਿਤ ਹੋ ਜਾਂਦੇ ਨਾ, ਤੇ ਭਾਈ ਮਰਦਾਨਾ ਜੀ ਜੰਗਲ ਵਿੱਚ ਹਜੂਰ ਦੀ ਆਪ ਰਾਖੀ ਕਰਿਆ ਕਰਦੇ। ਭਾਵੇਂ ਕਿ ਸਤਿਗੁਰੂ ਜੀ ਨਿਰੰਕਾਰ ਸਰੂਪ ਨੇ, ਪੌਣਵੀਂ ਪੁੱਛ ਕੇ ਹੀ ਰੁਖ ਬਦਲਦੀ ਹੈ, ਪਰ ਸਿੱਖ ਦੀ ਭਾਵਨਾ ਹੈ ਕਿ ਮਹਾਰਾਜ ਸਾਹਿਬ ਦੇ ਸਰੀਰ ਨੂੰ ਕਿਸੇ ਪਾਸਿਓਂ ਕੋਈ ਜਾਨਵਰ ਚੋਟ ਨਾ ਪਹੁੰਚਾਵੇ, ਕਿਸੇ ਪ੍ਰਕਾਰ ਕੋਈ ਹਾਨੀ ਨਾ ਹੋਵੇ। ਹਜੂਰ ਸਮਾਧੀ ਲੀਨ ਹੋ ਜਾਂਦੇ, ਭਾਈ ਮਰਦਾਨਾ ਜੀ ਜਾਗ ਕੇ ਪਹਿਰਾ ਦਿੰਦੇ। ਤੇ ਜਦੋਂ ਸਤਿਗੁਰੂ ਜੀ ਦੇ ਨੇਤਰ ਖੁੱਲਦੇ ਪੌ ਫੁੱਟਦੀ ਨੂੰ, ਮਹਾਰਾਜ ਕਹਿੰਦੇ ਭਾਈ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਫਿਰ ਸਤਿਗੁਰੂ ਜੀ ਕੀਰਤਨ ਕਰਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਤੇ ਜੰਗਲ ਦੀ ਫਿਜਾ ਵੀ ਜਿਹੜੀ ਸਾਧ ਸੰਗਤ ਜੀ ਉਹਦੇ ਵਿੱਚ ਵੀ ਅੰਮ੍ਰਿਤ ਘੁਲ ਜਾਂਦਾ। ਇਹ ਜਿੱਥੇ ਜਿੱਥੇ ਸਤਿਗੁਰਾਂ ਕੀਰਤਨ ਕੀਤਾ ਉੱਥੇ ਉੱਥੇ ਅੱਜ ਗੁਰਦੁਆਰੇ ਸਾਹਿਬ ਸੁਭਾਏਮਾਨ ਨੇ। ਅੱਜ ਵੀ ਉਹਨਾਂ ਥਾਵਾਂ ਤੇ ਕਲਾ ਵਰਤਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਪਰਮੇਸ਼ਰ ਦੀ ਸਿਫਤ ਕਰਨੀ ਨਾ, ਧਿਆਨ ਜੋੜਨਾ, ਨਾਮ ਦੇ ਵਿੱਚ ਇਕਾਗਰ ਹੋ ਜਾਣਾ, ਰਸ ਲੈਣਾ, ਤੇ ਫਿਰ ਕੀਰਤਨ ਦੁਆਰਾ ਪਰਮੇਸ਼ਰ ਦਾ ਜਸ ਕਰਨਾ ਜੋ ਹੈ ਕਪੜਾ ਪਾਇਆ। ਇਹ ਮਹਾਰਾਜ ਕਹਿੰਦੇ ਕੱਪੜਾ ਸਿਰੋਂ ਪਾਓ ਜਿਹੜਾ ਗੁਰਸਿੱਖੋ ਅਸੀਂ ਨਿਰੰਕਾਰ ਦੇ ਦਰ ਤੋਂ ਪਾਇਆ ਹੈ। ਵਾਹਿਗੁਰੂ ਨੇ ਸਾਨੂੰ ਇਹ ਸਿਰੋਂ ਪਾਓ ਦਿੱਤਾ ਏ, ਸੱਚਾ ਅੰਮ੍ਰਿਤ ਨਾਮ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਸੱਚਾ ਨਾਮ ਹੈ ਇਹ ਅੰਮ੍ਰਿਤ ਵਰਗਾ ਜੋ ਮਿੱਠਾ। ਗਰੀਬ ਨਵਾਜ ਫਰਮਾਉਂਦੇ ਹਨ ਭੋਜਨ ਆਇਆ, ਇਹ ਭੋਜਨ ਆ ਕਰਕੇ ਸਾਨੂੰ ਪ੍ਰਾਪਤ ਹੋਇਆ ਹੈ। ਭਾਈ ਗੁਰਦਾਸ ਜੀ ਨੇ ਵੀ ਗਵਾਹੀ ਦਿੱਤੀ ਹੈ ਨਾ, 9 ਨਿਧ ਨਾਮ ਗਰੀਬੀ ਪਾਈ। ਇਹ 9 ਨਿਧੀਆਂ ਦਾ ਖਜ਼ਾਨਾ ਜਿਹੜਾ ਨਾਮ ਹੈ ਨਾ, ਕਹਿੰਦੇ ਹੋਰਨਾਂ ਨੇ ਵੀ ਬੜੀਆਂ ਦਾਤਾਂ ਮੰਗੀਆਂ। ਫਿਰ ਨਿਰੰਕਾਰ ਦੇ ਘਰੋਂ ਇਹੀ ਹੁਕਮ ਹੋਇਆ ਕਿ ਜਿਨ ਭਾਈ ਹੁਣ ਇਹ ਦਾਤ ਪ੍ਰਾਪਤ ਕਰਨੀ ਹੈ ਨਾ, ਸਾਡਾ ਸਰਗੁਣ ਸਰੂਪ ਅਸੀਂ ਗੁਰੂ ਨਾਨਕ ਸਾਹਿਬ ਹੋ ਕਰਕੇ ਧਰਤੀ ਤੇ ਅਵਤਰੇ ਆ, ਤੇ ਸਾਡੇ ਸਿੱਖ ਬਣ ਕੇ ਹੀ ਦਾਤ ਮਿਲੂਗੀ। ਫਿਰ ਬਹੁਤ ਸਾਰੇ ਸਾਧ ਸੰਗਤ ਜੀ ਕਮਾਈ ਵਾਲਿਆਂ ਨੇ, ਤਪ ਸਾਧਨਾ ਵਾਲਿਆਂ ਨੇ ਵੀ ਸਿੱਖਾਂ ਦੇ ਘਰਾਂ 'ਚ ਜਨਮ ਲੈ ਲੈ ਕਰਕੇ ਬਖਸ਼ਿਸ਼ ਲਈ। ਜਦੋਂ ਫਿਰ 10ਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਨੇ ਅਵਤਾਰ ਧਾਰਨਾ ਸੀਗਾ, ਤੇ ਜਿਹੜੇ ਹੋਰ ਤਪਸਵੀ ਸੀ ਉਹਨਾਂ ਕਿਹਾ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਨਿਰੰਕਾਰ ਨੇ ਆਗਿਆ ਹੀ ਕਰ ਦਿੱਤੀ ਹੈ, ਹੁਣ ਤੁਸੀਂ ਜੇ ਇਹ ਬਖਸ਼ਿਸ਼ ਸਾਡੇ ਕੋਲੋਂ ਲੈਣੀ ਹੈ ਤੇ ਸਰੀਰ ਛੱਡੋ ਹੁਣ ਇਹ ਵਾਲੇ, ਤੇ ਸਿੱਖਾਂ ਦੇ ਘਰਾਂ 'ਚ ਜਨਮ ਲਓ, ਫਿਰ ਅੰਮ੍ਰਿਤ ਦੀ ਦਾਤ ਬਖਸ਼ਾਂਗੇ ਤੁਹਾਨੂੰ ਅਸੀਂ। ਇਹ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਨੇ ਵੀ ਆਖਿਆ ਗਰੀਬ ਨਵਾਜ ਨੇ, ਜਿਨ ਭਾਈ ਨਿਰੰਕਾਰ ਦੇ ਨਾਮ ਅੰਮ੍ਰਿਤ ਦੀ ਦਾਤ ਲੈਣੀ ਹੈ ਨਾ, ਉਹਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕਰਨੀ ਪਊਗੀ। 10ਵੇਂ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਤੇ ਜਿਹੜਾ ਕਹੇ ਕਿ ਨਹੀਂ ਮੈਨੂੰ ਏਦਾਂ ਮਿਲ ਜਾਵੇ, ਇਹ ਨਹੀਂ ਸਾਧ ਸੰਗਤ ਜੀ ਹੋ ਸਕਦਾ। ਗੁਰੂ ਸਾਹਿਬ ਜੀ ਦੀ ਮਰਿਆਦਾ ਸਿੱਖਿਆ ਨੂੰ ਕਮਾ ਕੇ, ਦੀਕਸ਼ਾ ਮੰਤਰ ਲੈ ਕੇ ਜਿਹੜੇ ਕਮਾਈ ਕਰਦੇ ਆ,
ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਇਹੀ ਪੰਕਤੀ, ਸੱਚਾ ਅੰਮ੍ਰਿਤ ਨਾਮ। ਮਹਾਰਾਜ ਕਹਿੰਦੇ ਸੱਚਾ ਜਿਹੜਾ ਅੰਮ੍ਰਿਤ ਵਰਗਾ ਮਿੱਠਾ ਨਾਮ ਹੈ ਗੁਰਸਿੱਖੋ, ਭੋਜਨ ਆਇਆ। ਇਹ ਭੋਜਨ ਸਾਡੇ ਪਾਸ ਆਇਆ, ਪ੍ਰਾਪਤ ਹੋਇਆ ਜਦੋਂ ਪਰਮੇਸ਼ਰ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਕੀ ਬਖਸ਼ਿਸ਼ ਕੀਤੀ? ਵਾਹਿਗੁਰੂ ਜੀ ਨੇ। ਆ ਫਿਰ ਉਦੋਂ ਸਾਧ ਸੰਗਤ ਜੀ ਇਹ ਉਦੋਂ ਜਿਹੜਾ ਸੀ ਨਾ ਮੰਤਰ ਬਖਸ਼ਿਸ਼ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਨਿਰੰਕਾਰ ਨੇ ਬਖਸ਼ਿਸ਼ ਕੀਤੀ। ਫਿਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਫਿਰ ਆਖਿਆ, ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਨੇ ਪ੍ਰਸੰਨ ਹੋ ਕੇ ਬਖਸ਼ਿਸ਼ ਕੀਤੀ ਕਿ ਜਾਓ ਇਹਨੂੰ ਮਿਲਾ ਕੇ ਸੰਸਾਰ ਨੂੰ ਦਿਓ, ਇਹ ਮੂਲ ਮੰਤਰ ਹੈ। ਇਹ ਸਤਿਗੁਰਾਂ ਜੀ ਨੇ ਫਿਰ ਬਖਸ਼ਿਸ਼ ਕੀਤੀ। ਜਿਹੜੇ ਕਹਿੰਦੇ ਆ ਕਿ ਅਸੀਂ ਗੁਰਪ੍ਰਸਾਦ ਤੱਕ ਹੀ ਜਪਣਾ, ਇੱਥੇ ਤੱਕ ਹੀ ਮੂਲ ਮੰਤਰ ਹੈ, ਉਹ ਸਾਧ ਸੰਗਤ ਜੀ ਸਿੱਧਾ ਨਿਰੰਕਾਰ ਕੋਲੋਂ ਹੀ ਮੰਤਰ ਲੈਣਾ ਚਾਹੁੰਦੇ ਆ। ਜੇ ਤਾਂ ਭਾਈ ਐਡੀ ਸਮਰੱਥਾ ਦਾ ਕੋਈ ਮਾਲਕ ਹੈ, ਅਸੀਂ ਮਾੜਾ ਨਹੀਂ ਕਹਿੰਦੇ, ਉੱਥੋਂ ਤੱਕ ਵੀ ਜਪਣਾ ਮਹਾਰਾਜ ਦੀ ਬਾਣੀ ਹੈ, ਸ਼ਾਂਤੀ ਦਿੰਦੀ ਹੈ। ਪਰ ਜਿਹੜੇ ਸਿੱਧੇ ਨਿਰੰਕਾਰ ਕੋਲੋਂ ਲੈ ਸਕਦੇ ਆ ਉਹ ਭਾਈ ਫਿਰ ਇੱਥੋਂ ਤੱਕ ਜਪ ਲਓ। ਤੇ ਜਿਨ੍ਹਾਂ ਨੂੰ ਲੋੜ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਵਿੱਚ ਵਿਚੋਲਾ ਪਾਉਣਾ ਹੈ, ਅਸੀਂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਸੱਚਖੰਡ ਤੱਕ ਪਹੁੰਚ ਹੋ ਨਹੀਂ ਸਕਦੀ, ਉਹ ਭਾਈ ਫਿਰ ਨਾਨਕ ਹੋਸੀ ਭੀ ਸੱਚ ਤੱਕ ਹੀ ਜਪਿਆ ਕਰੋ, ਕਿਉਂਕਿ ਪੰਜ ਪਿਆਰੇ ਸਾਹਿਬ ਇਹੀ ਦਿੰਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਬਣਾ ਕਰਕੇ ਮਹਾਰਾਜ ਦੇ ਲੜ ਲੱਗਣਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਗਾਹ ਕਾ ਬਸੀਠ, ਦਰਗਾਹ ਦੇ ਅੰਦਰ ਮਹਾਰਾਜ ਵਿਚੋਲਗੀ ਕਰਦੇ ਐ। ਕੋਈ ਉਥੇ ਸੱਚਖੰਡ ਤੱਕ ਪਹੁੰਚ ਨਹੀਂ ਕਰ ਸਕਦਾ, ਏਡਾ ਸਮਰੱਥ ਨਹੀਂ ਕੋਈ ਹੈ ਕਿ ਸਿੱਧੀ ਸੱਚਖੰਡ ਪਹੁੰਚ ਹੋਵੇ। ਜੇ ਕੋਈ ਰੱਖਦਾ ਏਡੀ ਸ਼ਕਤੀ ਤੇ ਭਾਈ ਉਹਦੀ ਆਪਣੀ ਵੇਖ ਲਓ ਪਹੁੰਚ ਹੀ ਹੈ ਨਾ ਫਿਰ, ਪਰ ਹੋ ਨਹੀਂ ਸਕਦੀ ਕਿਸੇ ਦੀ। ਉਹ ਸਿੱਧੀ ਪਹੁੰਚ ਤਾਂ ਜਗਤ ਗੁਰੂ ਜੀ ਦੀ ਆਪਣੀ ਹੈ। ਗੁਰੂ ਨਾਨਕ ਸਾਹਿਬ ਆਪ ਨਿਰੰਕਾਰ ਨੇ ਸਰਗੁਣ ਰੂਪ ਧਾਰਿਆ ਤੇ ਬਖਸ਼ਿਸ਼ਾਂ ਕੀਤੀਆਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਭੋਜਨ ਜਿਹੜਾ ਨਾ ਸਾਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ, ਤੇ ਜਿੱਥੇ ਆਪ ਤ੍ਰਿਪਤ ਹੋਏ ਸਾਰਾ ਸੰਸਾਰ ਹੀ ਤ੍ਰਿਪਤ ਕਰਤਾ, ਜਿਹੜਾ ਜਿਹੜਾ ਮਹਾਰਾਜ ਦੇ ਚਰਨਾਂ ਦੀ ਸ਼ਰਨ ਚ ਆਇਆ। ਕਈ ਸਾਧ ਸੰਗਤ ਜੀ ਸ਼ੰਕਾ ਕਰਦੇ ਹੁੰਦੇ ਆ ਸਾਡੇ ਤੇ ਵੀ, ਜਦੋਂ ਅਸੀਂ ਬਾਹਰ ਕਿਤੇ ਪਹਿਲਾਂ ਦੀ ਪੁਰਾਣੀਆਂ ਗੱਲਾਂ ਪ੍ਰਚਾਰ ਕਰਨਾ ਨਾ, ਤਾਂ ਉਹਨਾਂ ਕਹਿਣਾ ਪੰਜਾਬ 'ਚ ਸਾਰਿਆਂ ਨੂੰ ਸਿੱਖ ਬਣਾ ਲਿਆ, ਤੁਸੀਂ ਬਾਹਰ ਆ ਗਏ ਆ। ਉਹ ਸਾਧ ਸੰਗਤ ਜੀ ਅਣਜਾਣ ਲੋਕ, ਜੇ ਉਹਨਾਂ ਨੂੰ ਕਹੀਏ ਕਿ ਵੇਖੋ ਕਿ ਤਲਵੰਡੀ ਸਾਰੀ ਨੇ ਸਿੱਖੀ ਲੈ ਲਈ ਸੀ ਜਦੋਂ ਮਹਾਰਾਜ ਸਾਹਿਬ ਜੀ, ਤਾਂ ਸਤਿਗੁਰੂ ਕਹਿੰਦੇ ਅਸੀਂ ਬਾਹਰ ਜਾਣਾ ਹੈ, ਨਵਾਂ ਖੰਡਾਂ ਦੀ ਪ੍ਰਿਥਵੀ ਤੇ ਤਾਂ ਹੀ ਰਟਨ ਕਰਨਾ ਜੇ ਭਾਈ ਸਾਰੇ ਤਲਵੰਡੀ ਦੇ ਵਾਸੀ ਪਹਿਲੋਂ ਸਿੱਖੀ ਲੈਣਗੇ। ਨਹੀਂ, ਸਤਿਗੁਰਾਂ ਜੀ ਨੇ ਭਾਈ ਜਿਹਦੇ ਭਾਗ ਨਿਰੰਕਾਰ ਜਗਾਉਂਦਾ ਹੈ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ 9 ਖੰਡਾਂ ਦੀ ਪ੍ਰਿਥਵੀ ਦਾ ਰਟਨ ਕੀਤਾ। ਜਿਨ ਜਿਨ ਮਹਾਰਾਜ ਦੀ ਸ਼ਰਨ ਚ ਆਉਣਾ ਕੀਤਾ, ਉਹਨਾਂ ਨੇ ਸਿੱਖੀ ਦਾ ਪ੍ਰਸਾਦ ਪਾਇਆ। ਇਹ ਮੂਲ ਮੰਤਰ ਦੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਉੱਪਰ ਕੀਤੀ। ਇਹ ਸਤਿਗੁਰੂ ਜੀ ਕਹਿੰਦੇ ਨਾਮ ਦਾ ਭੋਜਨ ਸਿੱਖੋ ਸਾਡੇ ਪਾਸ ਆਇਆ, ਨਾਮ ਦੀ ਬਖਸ਼ਿਸ਼ ਨਿਰੰਕਾਰ ਨੇ ਕੀਤੀ। ਤੇ ਫਿਰ ਸਾਧ ਸੰਗਤ ਜੀ ਜਿਹੜਾ ਸਤਿਗੁਰਾਂ ਜੀ ਨੇ ਆਖਿਆ ਹੈ ਕਿ ਸਭ ਰਸ ਮਿੱਠਾ ਮੰਨਿਆ ਸੁਣਿਆ ਸਾ ਲੋਣੇ, ਖਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਇਹ ਹਜੂਰ ਦੇ ਵਾਕ ਨੇ ਸ਼੍ਰੀ ਰਾਗ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਭ ਰਸ ਮਿੱਠਾ ਮੰਨਿਆ, ਜਿਹੜਾ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ ਹੈ ਨਾ, ਇਹ ਸਾਰੇ ਮਿੱਠੇ ਗੁਲਾਬ ਜਾਮਨ ਨੂੰ ਹੀ ਖਾਣੇ ਆ, ਜਲੇਬੀਆਂ ਹੀ ਖਾਣ, ਰਸਗੁੱਲਿਆਂ ਦੇ ਸਵਾਦ ਵਰਗਾ ਆਨੰਦ ਹੈ ਜਿਹੜਾ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ ਹੈ। ਤੇ ਜੇ ਭਲਾ ਵੇਖੋ, ਇਹ ਤਾਂ ਇੱਕ ਦ੍ਰਿਸ਼ਟਾਂਤ ਮਹਾਰਾਜ ਦੱਸਿਆ ਨਾ, ਤੇ ਉਹ ਗੁਲਾਬ ਜਾਮਨ ਨੂੰ ਖਾਣ ਲੱਗਿਆ ਤਾਂ ਮਿੱਠਾ ਲੱਗਦਾ, ਪਰ ਜਦੋਂ ਗਲੇ ਤੋਂ ਉਤਰਦੇ ਫਿਰ ਉਹਦਾ ਸਵਾਦ ਨਹੀਂ ਰਹਿੰਦਾ। ਪਰ ਨਾਮ ਦਾ ਜਿਨ ਮੰਨਣ ਕਰ ਲਿਆ ਨਾ, ਉਹਨੂੰ ਗੁਲਾਬ ਜਾਮਨੂਆਂ ਦਾ ਸਵਾਦ ਤਾਂ ਇੱਕ ਦ੍ਰਿਸ਼ਟਾਂਤ ਦੇ ਕੇ ਦੱਸਿਆ। ਇਹੋ ਜੀ ਤਸੀਰ ਮਿੱਠੀ ਬਣਦੀ ਹੈ, ਸੱਚਾ ਨਾਉ ਮਿੱਠਾ, ਕਿ ਸਦਾ ਹੀ ਉਹ ਤਸੀਰ ਫਿਰ ਰਸਨਾ ਤੇ ਬਣੀ ਰਹਿੰਦੀ ਹੈ। ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਮਿੱਠਾ ਭੋਜਨ ਹੈ। ਸੁਣਿਆ ਸਾ ਲੂਣੇ, ਫਿਰ ਮਿੱਠਾ ਖਾ ਖਾ ਕੇ ਵੀ ਕਈ ਵਾਰੀ ਹੁੰਦਾ ਕਿ ਉਹ ਕਈ ਕਹਿੰਦੇ ਨਾ ਮੈਂ ਨਹੀਂ ਮਿੱਠਾ ਪਸੰਦ ਕਰਦਾ, ਉਹ ਸਲੂਣਾ ਭੋਜਨ ਖਾਣੇ ਪਸੰਦ ਕਰਦੇ। ਜਿਹੜਾ ਮਹਾਰਾਜ ਦੀ ਬਾਣੀ ਦਾ ਕੀਰਤਨ ਸੁਣਨਾ ਨਾ, ਇਹ ਸਾਧ ਸੰਗਤ ਜੀ ਸਲੂਣੇ ਭੋਜਨ ਹਨ। ਕਥਾ ਸੁਣਨੀ ਹੈ, ਕੀਰਤਨ ਸੁਣਨਾ, ਮਨ ਜੋੜ ਕੇ ਸਿਫਤ ਵਿੱਚ ਕੰਨਾਂ ਨੂੰ ਲਾਉਣਾ ਹੈ, ਇਹ ਸਲੂਣੇ ਭੋਜਨ ਹੈ, ਲੂਣ ਵਾਲੇ ਭੋਜਨ ਛਕਣੇ ਹਨ। ਤੇ ਫਿਰ ਖਟ ਤੁਰਸੀ ਮੁਖ ਬੋਲਣਾ, ਮੁਖ ਤੋਂ ਬੋਲਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸਾਧ ਸੰਗਤ ਜੀ ਜਿਹੜੇ ਆ ਨਾ,
ਖੱਟ ਮਿੱਠੇ ਤੁਰਸ਼ੇ ਪਦਾਰਥ ਜਿਹੜੇ ਛਕਣੇ ਹਨ ਉਹਨਾਂ ਦਾ ਰਸ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦੇ ਬੋਲਣੇ ਕਰਕੇ ਪ੍ਰਾਪਤ ਹੁੰਦਾ ਹੈ। ਤੇ ਮਾਰਨ ਨਾਦ ਕੀਏ, ਜਿਹੜਾ ਨਾਦ ਨਾਲ ਤੇ ਉੱਚਾ ਰਾਗ ਸੁਰ ਲਾ ਕਰਕੇ ਜਿਹੜਾ ਕੀਰਤਨ ਕਰਨਾ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਸਾਲਿਆਂ ਵਾਲੇ ਕਈ ਭੋਜਨ ਪਸੰਦ ਕਰਦੇ ਹੁੰਦੇ ਆ ਕਿ ਬੜੇ ਕਰਾਰੇ। ਮਹਾਰਾਜ ਕਹਿੰਦੇ ਫਿਰ ਕਰਾਰੇ ਭੋਜਨ ਦੀ ਤਰ੍ਹਾਂ ਹੈ ਜਿਵੇਂ ਕੀਰਤਨ ਦੇ ਵਿੱਚ ਅਟਕਿਆ ਮਨ ਵੀ ਜਿਹੜਾ ਕਿਸੇ ਫੁਰਨੇ ਵਿੱਚ ਉਹ ਵੀ ਨਿਕਲ ਕੇ ਆ ਕੇ ਕੀਰਤਨ 'ਚ ਜੁੜ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਇਹ ਫਿਰ ਤੇਜ ਮਸਾਲਿਆਂ ਵਾਲੇ ਭੋਜਨ ਜਿਹੜੇ ਛਕਣ ਦੇ ਬਰਾਬਰ ਵੈ। ਛੱਤੀ ਅੰਮ੍ਰਿਤ ਭਾਓ ਏਕ, ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਦਾ ਭਾਓ ਜਿਹੜਾ ਪਿਆਰ ਅੰਦਰ ਪ੍ਰਗਟ ਹੋ ਜਾਣਾ ਨਾ, ਇਹ 36 ਪ੍ਰਕਾਰ ਦੇ ਭੋਜਨਾਂ ਦੇ ਖਾਣ ਦਾ ਹੀ ਰਸ ਪ੍ਰਾਪਤ ਹੋ ਜਾਂਦਾ ਹੈ। ਇਹ ਮਹਾਰਾਜ ਕਹਿੰਦੇ ਨਾਮ ਦਾ ਭੋਜਨ ਗੁਰਸਿੱਖੋ ਸਾਡੇ ਪਾਸ ਆਇਆ, ਨਿਰੰਕਾਰ ਨੇ ਸਾਨੂੰ ਦਿੱਤਾ ਏ। ਗੁਰਮਤਿ ਖਾਧਾ ਰਜ, ਜਿਨ੍ਹਾਂ ਨੇ ਗੁਰੂ ਜੀ ਦੀ ਮੱਤ ਸਿੱਖਿਆ ਨੂੰ ਧਾਰਨ ਕੀਤਾ ਨਾ, ਉਹਨਾਂ ਨੇ ਰੱਜ ਰੱਜ ਕੇ ਫਿਰ ਖਾਧਾ ਹੈ। ਮਹਾਰਾਜ ਆਖਿਆ ਨਾ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਇਹ ਫਿਰ ਰੱਜ ਰੱਜ ਕੇ ਗੁਰਸਿੱਖ ਜਿਹੜਾ ਹੈ ਉਹ ਭੋਜਨ ਖਾਂਦੇ ਐ। ਕਹਿੰਦੇ ਥੋੜਾ ਸਮਾਂ ਕੀਰਤਨ ਕਿਉਂ ਹੁੰਦਾ ਹੈ, ਥੋੜਾ ਸਮਾਂ ਕਥਾ ਕਿਉਂ ਹੁੰਦੀ ਹੈ। ਜਿਹੜੇ ਵੇਖਦੇ ਆ ਜਿਨ੍ਹਾਂ ਦਾ ਮਨ ਨਹੀਂ ਲੱਗਦਾ, ਭੋਜਨ ਖਾਣ 'ਚ ਚਿੱਤ ਨਹੀਂ ਹੁੰਦਾ, ਉਹ ਕਹਿੰਦੇ ਨਾ 5 ਮਿੰਟ ਉੱਤੇ ਹੋ ਗਏ, ਇਹ ਤਾਂ ਬੜਾ ਜ਼ਿਆਦਾ ਅਨਰਥ ਹੋ ਗਿਆ, ਉਹ ਭੋਜਨ ਨਹੀਂ ਨਾ ਪ੍ਰਾਪਤ ਹੋਇਆ ਹੁੰਦਾ। ਤੋ ਸਤਿਗੁਰੂ ਜੀ ਕਹਿੰਦੇ ਭਾਈ ਉਹ ਰੱਜ ਰੱਜ ਕੇ ਫਿਰ ਭੋਜਨ ਖਾਂਦੇ ਆ। ਗੁਰਮਤੀ ਖਾਧਾ ਰੱਜ, ਜਿਨ੍ਹਾਂ ਨੇ ਭਾਈ ਰੱਜ ਕੇ ਇਹ ਭੋਜਨ ਖਾਧਾ। ਕਿਵੇਂ ਖਾਧਾ? ਗੁਰੂ ਜੀ ਦੀ ਮੱਤ ਸਿੱਖਿਆ ਨੂੰ ਧਾਰਨ ਕਰਕੇ। ਜਿਨ੍ਹਾਂ ਨੇ ਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ, ਗੁਰਮਤ ਨੂੰ ਧਾਰਨ ਕੀਤਾ ਹੈ, ਉਹਨਾਂ ਨੇ ਇਸ ਭੋਜਨ ਦੇ ਤਾਈਂ ਖਾਧਾ ਹੈ। ਤੈਨ ਸੁਖ ਪਾਇਆ, ਉਹਨਾਂ ਨੇ ਫਿਰ ਬ੍ਰਹਮਾ ਆਨੰਦ ਦੇ ਸੁਖ ਨੂੰ ਪਾਇਆ ਹੈ। ਆਤਮਿਕ ਆਨੰਦ ਦੇ ਸੁਖ ਨੂੰ ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਨੇ ਪਾਇਆ ਹੈ। ਇਹ ਗੁਰਸਿੱਖੋ ਅਸੀਂ ਵੀ ਰੱਜ ਰੱਜ ਕੇ ਇਸ ਭੋਜਨ ਨੂੰ ਖਾਧਾ ਹੈ। ਮਹਾਰਾਜ ਕਹਿੰਦੇ ਭਾਈ ਮਰਦਾਨਿਆ ਕੀਰਤਨ ਸਾਡੀ ਖੁਰਾਕ ਹੈ। ਭਾਈ ਮਰਦਾਨਾ ਜੀ ਨੇ ਕਦੇ ਆਖਣਾ ਹੀ ਮਹਾਰਾਜ ਤੁਸੀਂ ਹਰ ਵੇਲੇ ਹੀ ਭਜਨ ਦੇ ਵਿੱਚ ਜੁੜੇ ਰਹਿੰਦੇ ਹੋ। ਮਹਾਰਾਜ ਕਹਿੰਦੇ ਸਾਡੇ ਸਵਾਸ ਨੇ ਭਾਈ ਮਰਦਾਨਿਆ ਭਜਨ। ਸੱਚੇ ਪਾਤਸ਼ਾਹ ਨੇ ਆਪ ਦੇ ਸਿੱਖਾਂ ਨੂੰ ਇਹੀ ਦਾਤ ਦਿੱਤੀ ਹੈ, ਜਿਹਦੇ ਤੇ ਕਿਰਪਾ ਕਰ ਦਿੱਤੀ ਉਹਦੇ ਸਵਾਸ ਹੀ ਮਹਾਰਾਜ ਨੇ ਨਾਮ ਹੀ ਸਵਾਸ ਬਣਾਤੇ। ਉਹ ਕਹਿੰਦੇ ਜੀਵਿਆ ਹੀ ਨਹੀਂ ਜਾਂਦਾ ਕੀਰਤਨ ਤੋਂ ਬਿਨਾਂ, ਜੀਵਿਆ ਨਹੀਂ ਜਾਂਦਾ ਨਾਮ ਤੋਂ ਬਿਨਾਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਆਤਮਿਕ ਆਨੰਦ ਨੂੰ ਉਹ ਪਾ ਕੇ ਨਿਹਾਲ ਹੋਏ ਹਨ। ਢਾਡੇ ਕਰੇ ਪਸਾਓ, ਜਿਹੜਾ ਢਾਡੀ ਕੀਰਤਨੀਆਂ ਬਣ ਜਾਂਦਾ ਹੈ ਨਾ ਪਰਮੇਸ਼ਰ ਦਾ, ਮਹਾਰਾਜ ਕਹਿੰਦੇ ਉਹਦੇ ਉੱਤੇ ਪਸਾਓ। ਪਸਾਓ ਦਾ ਅਰਥ ਹੈ ਪ੍ਰਸਾਦ, ਕਿਰਪਾ ਹੋ ਜਾਂਦੀ ਹੈ ਵਾਹਿਗੁਰੂ ਦੀ। ਸ਼ਬਦ ਵਜਾਇਆ, ਜਿਨੇ ਸ਼ਬਦ ਦੁਆਰਾ ਸਾਧ ਸੰਗਤ ਜੀ ਆਪਣੇ ਅੰਦਰ ਨਾਦ ਨੂੰ ਵਜਾਇਆ ਨਾ, ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਆ। ਜਦੋਂ ਫਿਰ ਇਹ ਪਸਾਓ ਪ੍ਰਸਾਦ ਕੀ ਮਿਲਦਾ ਹੈ, ਉਹਦੇ ਅੰਦਰ ਸ਼ਬਦ ਹੀ ਵਜਾ ਦਿੰਦੇ ਆ। ਰੋਮ ਰੋਮ ਵਿੱਚੋਂ ਸ਼ਬਦ ਵੱਜਣ ਲੱਗ ਜਾਂਦਾ ਹੈ। ਰਸਨਾ ਜਿੱਥੇ ਕੀਰਤਨ ਕਰਦੀ ਆ ਨਾ, ਉਹਨਾਂ ਦੇ ਨੇਤਰ ਵੀ ਕੀਰਤਨ ਹੀ ਕਰਦੇ ਆ, ਕੰਨ ਵੀ ਕੀਰਤਨ ਹੀ ਕਰਦੇ ਆ, ਰੋਮ ਰੋਮ ਕੀਰਤਨ ਕਰਨ ਲੱਗ ਜਾਂਦਾ ਹੈ। ਇਹੋ ਜਿਹਾ ਸ਼ਬਦ ਦਾ ਨਾਦ ਅੰਦਰ ਮਹਾਰਾਜ ਵਜਾ ਦਿੰਦੇ ਆ। ਇਸੇ ਪ੍ਰਕਾਰ ਹੀ ਢਾਡੇ ਕਰੇ ਪਸਾਓ, ਪਸਾਓ ਦਾ ਅਰਥ ਫੈਲਾਉਣਾ ਵੀ ਹੁੰਦਾ, ਫੈਲਾ ਵੀ ਹੁੰਦਾ। ਮਹਾਰਾਜ ਕਹਿੰਦੇ ਜਿਹੜਾ ਢਾਡੀ ਹੈ ਨਾ ਵਾਹਿਗੁਰੂ ਦਾ, ਗੁਰਸਿੱਖੋ ਅਸੀਂ ਢਾਡੀ ਬਣ ਕਰਕੇ, ਕੀਰਤਨੀਏ ਬਣ ਕਰਕੇ ਪਰਮੇਸ਼ਰ ਦੀ ਬਖਸ਼ਿਸ਼ ਦਾ ਪਸਾਓ ਫੈਲਾ ਕੀਤਾ ਇਸ ਸੰਸਾਰ ਦੇ ਅੰਦਰ। ਮਹਾਰਾਜ ਸਾਹਿਬ ਜੀ ਨੇ ਜਦੋਂ ਧਰਤੀ ਨੇ ਪੁਕਾਰ ਕੀਤੀ ਸੀ, ਨਿਰੰਕਾਰ ਨੇ ਕੀ ਆਖਿਆ ਸੀ? ਆਕਾਸ਼ਬਾਣੀ ਹੋਈ ਸੀ ਅਸੀਂ ਖੁਦ ਅਵਤਾਰ ਧਾਰਾਂਗੇ ਤੇ ਜਿੱਥੇ ਜਿੱਥੇ ਕੀਰਤਨ ਹੋਵੇਗਾ ਤੇਰੇ ਪਾਪਾਂ ਦਾ ਭਾਰ ਹੀ ਚੱਕ ਦਾਂਗੇ। ਇਹ ਨਿਰੰਕਾਰ ਨੇ ਆਗਿਆ ਕੀਤੀ ਸੀ। ਤੇ ਮਹਾਰਾਜ ਕਹਿੰਦੇ ਅਸੀਂ ਭਾਈ ਢਾਡੀ ਬਣੇ ਪਰਮੇਸ਼ਰ ਦੇ, ਕੀਰਤਨੀਏ ਬਣ ਕਰਕੇ ਪਸਾਓ ਫਲਾ ਕੀਤਾ ਅਸੀਂ ਕੀਰਤਨ ਦਾ ਇਸ ਸੰਸਾਰ ਦੇ ਅੰਦਰ। ਸ਼ਬਦ ਵਜਾਇਆ, ਜਿਸ ਕਰਕੇ ਕਿ ਸਾਰੇ ਜੀਆਂ ਦੇ ਅੰਦਰ ਹੀ ਸ਼ਬਦ ਦਾ ਨਾਦ ਵੱਜ ਉੱਠਿਆ। ਜਿਨ ਜਿਨ ਕੀਰਤਨ ਸੁਣਿਆ ਨਾ ਸਾਧ ਸੰਗਤ ਜੀ, ਇਸਲਾਮਿਕ ਦੇਸ਼ਾਂ ਵਿੱਚ ਸਤਿਗੁਰਾਂ ਚਰਨ ਪਾਏ ਐ। ਇਹ ਜੇ ਥਾਂ ਹਨ ਜਿੱਥੇ ਮੁਸਲਮਾਨਾਂ ਦਾ ਗੜ੍ਹ ਸੀ ਤੇ ਉਹਨਾਂ ਕਾਜ਼ੀਆਂ ਨੂੰ, ਮੁਸਲਮਾਨਾਂ ਨੂੰ ਸਤਿਗੁਰਾਂ ਨੇ ਸ਼ਬਦ ਦਾ ਨਾਦ ਜਦੋਂ ਮਹਾਰਾਜ ਨੇ ਪ੍ਰਗਟ ਕੀਤਾ ਨਾ, ਤੇ ਇਹੋ ਜੀ ਬਖਸ਼ਿਸ਼ ਹੋਈ। ਉਹ ਕਾਜ਼ੀ ਅੱਲਾ ਦੇ ਨਾਮ ਵਿੱਚ ਜੁੜ ਗਏ। ਉਹ ਮੁੱਲਾ ਮਹਾਰਾਜ ਦੇ ਉਪਦੇਸ਼ ਨੂੰ ਪਾ ਕਰਕੇ ਨਿਰੰਕਾਰ ਦੇ ਨਾਮ ਵਿੱਚ ਅਭੇਦ ਹੋ ਗਏ। ਸ਼ਰ੍ਹਾ ਦੀਆਂ ਜਿਹੜੀਆਂ ਸਾਧ ਸੰਗਤ ਜੀ ਇਹੋ ਜੀਆਂ ਰਵਾਇਤਾਂ ਸਨ ਕੱਟੜ ਵਾਲੀਆਂ, ਜਿਹੜੀਆਂ ਬਹੁਤ ਜ਼ਿਆਦਾ ਜੀਆਂ ਨੂੰ ਮਨੁੱਖਤਾ ਦੇ ਨਾਲੋਂ ਹੀ ਤੋੜਦੀਆਂ ਸਨ, ਸਭ ਛੱਡ ਦਿੱਤਾ ਉਹਨਾਂ ਨੇ। ਸ਼ਰ੍ਹਾ ਦੀਆਂ ਜੰਜੀਰਾਂ ਨੂੰ ਤੋੜ ਕੇ ਅੱਲਾ ਦੇ ਪਿਆਰ ਵਾਲੇ ਹੋ ਗਏ।
ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਕੀਰਤਨੀਏ ਹੋ ਕਰਕੇ ਪਰਮੇਸ਼ਰ ਦੀ ਦਾਤ ਦਾ ਫਲਾਹ ਕੀਤਾ ਨਾ, ਅਸੀਂ ਪਸਾਰਾ ਕੀਤਾ, ਤੇ ਜੀਆਂ ਦੇ ਅੰਦਰ ਸਭ ਦੇ ਅੰਦਰ ਹੀ ਸ਼ਬਦ ਦਾ ਨਾਦ ਜਿਹੜਾ ਸੀ ਮਹਾਰਾਜ ਕਹਿੰਦੇ ਭਾਈ ਵੱਜ ਪਿਆ। ਨਾਨਕ ਸੱਚ ਸਲਾਹੇ। ਹਜੂਰ ਕਹਿੰਦੇ ਸੱਚੇ ਦੀ ਜਿਹੜੀ ਸਲਾਹ ਹੈ, ਇਹ ਜਿਹੜੀ ਕੀਰਤਨ ਜਿਹੜੀ ਭਗਤੀ ਹੈ, ਪ੍ਰੇਮਾ ਭਗਤੀ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਿਰੰਕਾਰ ਸਾਨੂੰ ਦਿੱਤੀ ਹੈ। ਪੂਰਾ ਪਾਇਆ ਸੁਧ। ਪੂਰਾ ਮਹਾਰਾਜ ਕਹਿੰਦੇ ਭਾਈ ਇਹ ਪ੍ਰਸਾਦ ਪਾਇਆ ਨਿਰੰਕਾਰ ਦੇ ਕੋਲੋਂ, ਇਹ ਪੂਰੀ ਬਖਸ਼ਿਸ਼ ਸਤਿਗੁਰੂ ਜੀ ਕਹਿੰਦੇ ਭਾਈ ਹੈ। ਨਾਨਕ ਸੱਚ ਸਲਾਹੇ। ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਚੇ ਪਰਮੇਸ਼ਰ ਦੀ ਸਲਾਹ ਕੀਤੀ ਹੈ ਕੀਰਤਨ ਦੁਆਰਾ, ਉਹਨੇ ਪੂਰਾ ਹੀ ਗਿਆਨ ਪਾ ਲਿਆ। ਫਿਰ ਅਧੂਰੀ ਬਖਸ਼ਿਸ਼ ਨਹੀਂ ਹੁੰਦੀ ਕੀਰਤਨੀਆਂ ਦੇ ਉੱਤੇ। ਹਾਂ, ਜੇ ਕਿਤੇ ਲਾਲਚ ਤੋਂ ਰਹਿਤ ਹੋ ਕਰਕੇ ਕੀਰਤਨ ਕਰੇ, ਤੇ ਜੇ ਆਪਾਂ ਇਹੀ ਕੀਰਤਨ ਕਰਨ ਤੋਂ ਪਹਿਲਾਂ, ਕਥਾ ਕਰਨ ਤੋਂ ਪਹਿਲਾਂ ਆਪਣਾ ਆਪ ਮਸ਼ਹੂਰ ਕਰਨ ਵਾਸਤੇ ਜਾਂ ਕੀਰਤਨ ਨੂੰ ਮਾਇਆ ਦੇ ਵਾਸਤੇ ਕਥਾ ਕਰੀਏ ਜਾਂ ਕੀਰਤਨ ਕਰੀਏ, ਫਿਰ ਸਾਧ ਸੰਗਤ ਜੀ ਇਸ ਬਖਸ਼ਿਸ਼ ਤੋਂ ਅਸੀਂ ਵਾਂਝੇ ਰਹਿ ਜਾਈਦਾ। ਮਾਇਆ ਤਾਂ ਮਿਲਦੀ ਹੈ, ਪਰ ਜਦੋਂ ਨਿਸ਼ਕਾਮ ਹੋ ਕਰਕੇ ਮਹਾਰਾਜ ਦੇ ਚਰਨਾਂ ਦੇ ਭੌਰੇ ਬਣ ਕੇ ਪ੍ਰੀਤ ਧਾਰਨ ਕਰਕੇ ਕਰੀਏ ਨਾ, ਤੇ ਫਿਰ ਮਾਇਆ ਵੀ ਜਿਹੜੀ ਹੈ ਨਾ ਉਹ ਸਾਧ ਸੰਗਤ ਜੀ ਹੱਦਾਂ ਬੰਨੇ ਤੋੜ ਕੇ ਕੋਲ ਆ ਜਾਂਦੀ, ਵਿੱਤ ਤੋਂ ਬਾਹਲੀ ਆ ਜਾਂਦੀ ਹੈ, ਤੇ ਅੰਦਰ ਵੀ ਗਿਆਨ ਦੇ ਸਹਿਤ ਬਖਸ਼ਿਸ਼ ਜਿਹੜੀ ਹੈ ਨਾ ਉਹ ਪ੍ਰਾਪਤ ਹੋ ਜਾਂਦੀ, ਅੰਦਰ ਵੀ ਟਿਕ ਜਾਂਦਾ ਹੈ। ਫਿਰ ਅਸਲ ਪਦਾਰਥ ਦੇ ਜਿਹੜੇ ਆ ਨਾ ਉਹ ਅਧਿਕਾਰੀ ਬਣ ਜਾਈਦਾ। ਮਾਇਆ ਉਸ ਕੀਰਤਨੀਏ ਨੂੰ ਨਾਸ਼ਵੰਤ ਭਾਸਦੀ ਹੈ ਕਿ 4 ਦਿਨਾਂ ਦੀ ਖੇਲ ਹੈ, ਮੁੱਕ ਜਾਣੀ ਹੈ। ਮਹਾਰਾਜ ਦਾ ਨਾਮ ਜਿਹੜਾ ਅਮੁੱਕ ਹੈ, ਇਹ ਬਖਸ਼ਿਸ਼ ਜਿਹੜੀ ਨਾਮ ਰਸ ਦੀ, ਇਹ ਮਨ ਸਦਾ ਗ੍ਰਹਿਣ ਕਰ ਲੈ, ਪ੍ਰਾਪਤ ਕਰ ਲੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਦੀ ਦਿਲੋਂ ਸਿਫਤ ਕੀਤੀ ਹੈ, ਪਿਆਰ ਨਾਲ ਪ੍ਰੀਤ ਲਾ ਕਰਕੇ ਪੂਰਾ ਪਾਇਆ, ਉਹਨੇ ਪੂਰਾ ਬ੍ਰਹਮ ਗਿਆਨ ਹੀ ਪਾਇਆ। ਫਿਰ ਘੱਟ ਨਹੀਂ ਬਖਸ਼ਿਸ਼ ਪਾਈ, ਪੂਰਾ ਬ੍ਰਹਮ ਗਿਆਨ ਹੀ ਪਾ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਨਿਹਾਲ ਹੋਏ ਐ। ਮਹਾਰਾਜ ਕਹਿੰਦੇ ਅਸੀਂ ਵੀ ਸੱਚੇ ਦੀ ਸਿਫਤ ਕਰਕੇ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਕਿ ਪੂਰੀ ਬਖਸ਼ਿਸ਼ ਪਾਈ ਹੈ, ਨਿਰੰਕਾਰ ਦੇ ਦਰ ਤੋਂ ਪਾਈ ਹੈ ਗੁਰਸਿੱਖੋ। ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਫਿਰ ਭਾਵਨਾ ਨਾਲ ਕੀਤਾ, ਸਤਿਗੁਰੂ ਜੀ ਦੇ ਕੋਲੋਂ ਉਹਨਾਂ ਨੇ ਪੂਰੇ ਬ੍ਰਹਮ ਗਿਆਨ ਦੀ ਦਾਤ ਨੂੰ ਸਾਧ ਸੰਗਤ ਜੀ ਪਾਇਆ। ਮਹਾਰਾਜ ਜੀ ਨੇ ਇਸ ਵਾਰ ਦੀ ਸਮਾਪਤੀ ਕਰਦਿਆਂ ਹੋਇਆਂ ਸੁੱਧ ਉਚਾਰਨ ਕੀਤਾ। ਜੇ ਸੁੱਧ ਕਹੀਏ ਨਾ ਤੇ ਧੱਦੇ ਨੂੰ ਔਂਕੜ ਨਹੀਂ ਲੱਗਦਾ, ਸੁੱਧ ਧੱਦੇ ਨੂੰ ਵੀ ਔਂਕੜ ਲਾਇਆ ਮਹਾਰਾਜ ਨੇ, ਤੇ ਸਤਿਗੁਰਾਂ ਸੰਕੇਤ ਦਿੱਤਾ ਹੈ ਕਿ ਇਹ ਬਾਣੀ ਸੁੱਧ ਹੋ ਚੁੱਕੀ ਹੈ। ਕੋਈ ਇਹਦੇ ਉੱਤੇ ਕਲਮ ਚੁੱਕਣ ਦੀ ਜ਼ਰੂਰਤ ਨਾ ਕਰੇ, ਜਾਂ ਕੋਈ ਕਹੇ ਕਿ ਗੁਰੂ ਅੰਗਦ ਸਾਹਿਬ ਦੇ ਮਹੱਲੇ ਇੱਕ ਥਾਂ ਤੇ ਵੱਖਰੇ ਲਿਖ ਲਈਏ, ਸ਼ਲੋਕ ਵੱਖਰੇ ਇੱਕ ਥਾਂ ਤੇ ਲਿਖ ਲਈਏ, ਗੁਰੂ ਨਾਨਕ ਸਾਹਿਬ ਦੇ ਇੱਕ ਥਾਂ ਤੇ ਕਰ ਦਈਏ। ਨਹੀਂ, ਮਹਾਰਾਜ ਕਹਿੰਦੇ ਭਾਈ ਇਹ ਸੁੱਧ ਹੋ ਚੁੱਕੀ ਬਾਣੀ ਹੈ, ਇਹਦੇ ਉੱਤੇ ਕੋਈ ਆਪਣੀ ਮਰਜ਼ੀ ਦੇ ਨਾਲ ਤਬਦੀਲੀ ਕਰਨ ਦਾ ਯਤਨ ਨਾ ਕਰੇ। ਫਿਰ ਸਾਧ ਸੰਗਤ ਜੀ ਮਹਾਰਾਜ ਨੇ ਇਹ ਗਿਆਤ ਦਿੱਤੀ ਹੈ, ਸੁੱਧ ਸੰਕੇਤ ਦਿੱਤਾ ਹੈ ਕਿ ਕੇਵਲ ਇਸ ਬਾਣੀ ਨੂੰ ਪੜ੍ਹ ਕੇ ਨਾ ਛੱਡ ਦੇਈਂ, ਸੁੱਧ ਗਿਆਤ ਕਰ ਇਸ ਬਾਣੀ ਦੀ। ਇਸ ਬਾਣੀ ਦੇ ਅੰਦਰੋਂ ਪਰਮੇਸ਼ਰ ਨੂੰ ਭਾਲ ਲੈ, ਲੱਭ ਲੈ, ਸੁੱਧ ਕਰਨਾ ਕਰ ਇਸ ਬਾਣੀ ਨੂੰ, ਭਾਵ ਗਿਆਤ ਕਰਨਾ ਕਰ ਆਪਣੇ ਸਰੂਪ ਦੀ ਇਸ ਬਾਣੀ ਦੁਆਰਾ। ਤੇ ਜਦੋਂ ਤੂੰ ਆਪਣੇ ਗਿਆਤ ਦੁਆਰਾ ਇਸ ਬਾਣੀ ਨੂੰ ਪੜ੍ਹੇਗਾ ਨਾ, ਫਿਰ ਤੇਰਾ ਹਿਰਦਾ ਸੁੱਧ ਹੋ ਜਾਵੇਗਾ। ਤੇ ਜਦੋਂ ਤੇਰਾ ਹਿਰਦਾ ਸੁੱਧ ਹੋ ਗਿਆ, ਫਿਰ ਤੈਨੂੰ ਸੁੱਧ ਬ੍ਰਹਮ ਦੀ ਪ੍ਰਾਪਤੀ ਹੋ ਜਾਵੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਤੇ ਸਾਧ ਸੰਗਤ ਜੀ ਇਹ ਸੁੱਧ ਵਾਚਕ ਹੈ। ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁੱਧ ਰਾਗ ਉਚਾਰਨ ਕੀਤੇ ਆ ਨਾ, ਉਹ ਸਾਧ ਸੰਗਤ ਜੀ ਇੱਕ ਸੰਕੀਰਣ ਰਾਗ ਹੁੰਦੇ ਆ, ਤੇ ਉਹਨਾਂ ਪਿੱਛੇ ਮਹਾਰਾਜ ਜੀ ਨੇ ਜਿਹੜਾ ਹੈ ਸੁੱਧ ਕੀਚੇ ਸ਼ਬਦ ਵੀ ਕਹੇ ਆ। ਜਿਹੜਾ ਇਸ ਪ੍ਰਕਾਰ ਇਹ ਜਿਹਦੇ ਵਿੱਚ ਅਲਾਪ ਹੀ ਅਲਾਪ ਹੋਵੇ ਉਹਨੂੰ ਸੁੱਧ ਰਾਗ ਕਹਿੰਦੇ ਆ। ਤੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੁੱਧ ਲਿਖਿਆ ਹੈ। ਇਸ ਵਾਰ ਦੇ ਅੰਦਰ ਅਲਾਪ ਹੀ ਅਲਾਪ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਕਈ ਇਹ ਕਹਿ ਦਿੰਦੇ ਆ ਕਿ ਇਹ ਕੇਵਲ ਜਿਹੜਾ ਹੈ ਨਾ ਸੰਕੇਤਕ ਲਿਖਿਆ ਹੈ, ਇਹਨੂੰ ਸਮਝਣਾ ਹੀ ਹੈ, ਪੜ੍ਹਨਾ ਨਹੀਂ ਚਾਹੀਦਾ। ਸੁੱਧ ਕੀਚੇ ਜਾਂ ਸੁੱਧ, ਇਹ ਸਾਧ ਸੰਗਤ ਜੀ ਐਸਾ ਨਹੀਂ ਹੈ। ਮਹਾਰਾਜ ਜੀ ਨੇ ਜਿਹੜੀ ਗੌੜੀ 52 ਅੱਖਰੀ ਹਜੂਰ ਨੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ ਨਾ, ਆਰੰਭ ਵਾਲਾ ਸ਼ਲੋਕ ਮਹਾਰਾਜ ਨੇ ਅਖੀਰ ਤੇ ਫਿਰ ਲਿਖਿਆ, ਸੰਪਟ ਲਾਇਆ ਇਸ ਸਾਰੀ ਬਾਣੀ ਨੂੰ। ਤੇ ਫਿਰ ਸਤਿਗੁਰਾਂ ਜੀ ਨੇ ਆਖਿਆ ਹੈ, ਲਿਖਿਆ ਹੈ, ਜਿੱਥੇ ਉਹ ਸ਼ਲੋਕ ਆਰੰਭ ਵਿੱਚ ਪੜ੍ਹਨਾ, ਅਖੀਰ ਵਿੱਚ ਪੜ੍ਹਨਾ, ਤੇ ਕੀ ਸੰਕੇਤ ਦਿੰਦੀ ਹੈ ਬਾਣੀ, ਉਹ ਲਿਖਿਆ ਹੋਇਆ ਇਹੋ ਸ਼ਲੋਕ ਆਦ ਅੰਤ ਪੜ੍ਹਨਾ। ਕਿ ਭਾਈ ਗੁਰਸਿੱਖੋ ਇਹ ਨਹੀਂ ਸੋਚ ਕੇ ਛੱਡ ਦੇਣਾ ਕਿ ਆਰੰਭ ਚ ਪੜ੍ਹਿਆ ਸੀ
ਤੇ ਅਖੀਰ ਤੇ ਹੁਣ ਕੀ ਪੜਨ ਦੀ ਲੋੜ ਹੈ? ਉਹੀ ਸ਼ਲੋਕ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ। ਤੇ ਫਿਰ ਹੁਣ ਰਹਿਣ ਦੀ ਹੈ ਅਖੀਰ ਦਾ। ਹਜੂਰ ਨੇ ਮੋਹਰ ਛਾਪ ਲਾਈ ਪਿੱਛੇ ਕਿ ਇਹੋ ਸ਼ਲੋਕ ਆਦ ਅੰਤ ਪੜਨਾ, ਆਦ ਚ ਵੀ ਪੜਨਾ ਤੇ ਅੰਤ ਚ ਵੀ ਪੜਨਾ। ਤੇ ਸੰਪਰਦਾਇ ਵੱਲੋਂ ਇਹ ਹਦਾਇਤ ਹੈ ਗੁਰੂ ਸਾਹਿਬ ਜੀ ਦੀ ਚੜਾਈ ਹੋਈ ਪ੍ਰਣਾਲੀ ਦੇ ਮੁਤਾਬਕ ਕਿ ਇਹ ਪੰਕਤੀ ਵੀ ਨਾਲ ਹੀ ਪੜਨੀ, ਕਿ ਇਹੋ ਸ਼ਲੋਕ ਆਦ ਅੰਤ ਪੜਨਾ, ਇਹ ਪੰਕਤੀ ਵੀ ਨਾਲ ਹੀ ਪੜਨੀ। ਇਹ ਸਾਧ ਸੰਗਤ ਜੀ ਕੇਵਲ ਸਮਝਣ ਮਾਤਰ ਸੇ ਨਹੀਂ, ਨਾਲ ਇਹਨਾਂ ਨੂੰ ਸ਼ਬਦਾਂ ਨੂੰ ਪੜਨਾ ਵੀ। ਤੋ ਸਤਿਗੁਰਾਂ ਜੀ ਨੇ ਇਹ ਸੰਕੇਤ ਦਿੱਤਾ ਹੈ ਕਿ ਬਾਣੀ ਭਾਈ ਇਹ ਸੁੱਧ ਵੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ। ਬਹੁਤ ਮਹਾਰਾਜ ਦੀ ਰਹਿਮਤ ਹੋਈ। ਮਾਝ ਰਾਗ ਦਾ ਭੋਗ ਪਿਆ ਹੈ। ਇਸ ਮਾਝ ਰਾਗ ਵਿੱਚ ਹਜੂਰ ਨੇ ਭਗਤ ਬਾਣੀ ਨਹੀਂ ਦਰਜ ਕੀਤੀ, ਇਸ ਕਰਕੇ ਵਾਰ ਦੇ ਉੱਤੇ ਸਾਧ ਸੰਗਤ ਜੀ ਇਸ ਜਿਹੜਾ ਹੈ ਰਾਗ ਦਾ ਭੋਗ ਪਿਆ ਹੈ। ਤੇ ਅੱਗੇ ਗੌੜੀ ਰਾਗ ਦੀ ਆਰੰਭਤਾ ਹੋਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੋ ਜੀ ਸੁੰਦਰ ਢੰਗ ਨਾਲ ਬਾਣੀ ਦੇ ਸਾਧ ਸੰਗਤ ਜੀ ਰਾਗਾਂ ਦੇ ਅੰਦਰ ਕ੍ਰਮਵਾਰ ਮਹਾਰਾਜ ਜੀ ਨੇ ਇਹ ਦਰਜ ਕੀਤਾ ਨਾ, ਮਹਿਮਾ ਕਹੀ ਨਹੀਂ ਜਾ ਸਕਦੀ, ਸ਼ਬਦਾਂ ਦੇ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੰਨੇ ਸੋਹਣੇ ਮੋਤੀਆਂ ਦਾ ਹਾਰ ਪਰੋ ਦਿੱਤਾ। ਸੱਚੇ ਪਾਤਸ਼ਾਹ ਨੇ ਇਹੋ ਜੀ ਸੋਹਣੀ ਤਰਤੀਬ ਦਿੱਤੀ ਗਰੀਬ ਨਵਾਜ ਨੇ। ਰਾਗਾਂ ਦੇ ਅਨੁਸਾਰ ਸਤਿਗੁਰਾਂ ਜੀ ਨੇ ਬਾਣੀ ਜਿਹੜੀ ਸੀ ਦਰਜ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ। ਜਿਵੇਂ ਅੱਗੇ ਕੱਲ ਨੂੰ ਗੌੜੀ ਰਾਗ ਆਰੰਭ ਹੋਵੇਗਾ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਢਾਢੇ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ।